ਕੀ ਭਵਿੱਖ ਦੇ ਵਿੱਚ ਕਦੇ ਸੰਭਾਵਨਾ ਪੈਦਾ ਹੋ ਸਕਦੀ ਹੈ ਚੀਮਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦੇ ਦੁਬਾਰਾ ਹੋਣ ਦਾ? ਬਾਦਲ ਸਾਹਿਬ ਦੇ ਵਿਛੋੜੇ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਪਹਿਲਾਂ ਆਪ ਆਏ। ਇਹਨੇ ਇੱਕ ਮਾਹੌਲ ਇਹਦੇ ਨਾਲ ਇੱਕ ਜ਼ਰੂਰ ਬਣਿਆ ਕਿ ਆਮ ਬੰਦੇ ਨੂੰ ਲੱਗਣ ਲੱਗ ਗਿਆ ਵੀ ਜਿਹੜਾ ਇਹਨਾਂ ਦਾ ਗੁੱਸਾ ਗਿਲਾ ਜਿਹਾ ਸੀਗਾ ਉਹ ਜਿਹੜਾ ਸ਼ਾਇਦ ਹੁਣ ਘਟ ਗਿਆ। ਪਰ ਜਦੋਂ ਜਲੰਧਰ ਦੀ ਇਲੈਕਸ਼ਨ ਹੋਈ ਤੇ ਜਿੰਨੀਆਂ ਵੋਟਾਂ ਸਾਨੂੰ ਪਈਆਂ ਤੇ ਜਿੰਨੀਆਂ ਬੀਜੇਪੀ ਨੂੰ ਪਈਆਂ, ਜਦੋਂ ਉਦੋਂ ਲੋਕਾਂ ਨੇ ਟੋਟਲ ਕੀਤਾ ਤਾਂ ਕਹਿੰਦੇ ਵੀ ਜੇ ਤੁਸੀਂ ਇਕੱਠੇ ਹੁੰਦੇ ਤੁਸੀਂ ਜਿੱਤਦੇ ਸੀ। ਉਹ ਦਾਅਵਾ ਕਰਦੇ ਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਾਹਿਬ ਤੇ ਉਹਨਾਂ ਦੇ ਸਾਥੀ ਕੈਬਨਿਟ ਦੇ ਜਿਹੜੇ ਮੰਤਰੀ ਨੇ ਕਿ ਅਸੀਂ ਪਹਿਲੀ ਵਾਰ, ਉਹ ਕਹਿੰਦੇ ਜੀ, ਪੰਜਾਬ ਦੀ ਹਿਸਟਰੀ ਦੇ ਵਿੱਚ ਟੋਲ ਪਲਾਜ਼ੇ ਬੰਦ ਕਰਕੇ ਲੋਕਾਂ ਨੂੰ ਰਾਹਤ ਦਿੱਤੀ। ਉਹ ਕਹਿੰਦੇ ਜੀ ਅਸੀਂ 600 ਯੂਨਿਟ ਬਿਜਲੀ ਮਾਫ ਕਰ ਦਿੱਤੀ। ਦੁਨੀਆ ਦੇ ਵਿੱਚ ਕੋਈ ਇਹੋ ਜਿਹੀ ਹੈ ਕਿ ਕੰਟਰੈਕਟ ਖਤਮ ਹੋ ਜਾਏ ਤੇ ਉਸ ਤੋਂ 1 ਘੰਟਾ ਵੀ ਅੱਗੇ ਜਿਹੜੀ ਹੈ ਕੋਈ ਚੀਜ਼ ਚੱਲ ਸਕੇ ਤੇ ਫਿਰ ਇੰਨੇ ਕਰੋੜਾਂ ਰੁਪਏ ਇਸ਼ਤਿਹਾਰ ਦੇ ਕੇ ਤੇ ਇੰਨਾ ਉੱਤੇ ਮੁੱਖ ਮੰਤਰੀ ਸਾਹਿਬ ਦੇ ਆਉਣ ਜਾਣ ਦਾ ਖਰਚਾ ਕਰਕੇ ਤੇ ਅਸੀਂ ਕਿਹੜੀ ਜਿਹੜੀ ਹੈ ਪੰਜਾਬ ਦੀ ਸੇਵਾ ਕਰ ਰਹੇ ਹਾਂ, ਕਿਹੜੀ ਦੇਸ਼ ਦੀ ਸੇਵਾ ਕਰ ਰਹੇ ਹਾਂ, ਕਿ ਡਰਾਮਾ ਕਰ ਰਹੇ ਹਾਂ। ਗੁਰਬਾਣੀ ਪ੍ਰਸਾਰਣ ਦਾ ਜਿਹੜਾ ਮੌਜੂਦਾ ਤਰੀਕਾ ਹੈ ਉਹਦੇ ਵਿੱਚ ਤਬਦੀਲੀ ਦੀ ਲੋੜ ਹੈ। ਹਰ ਇੱਕ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਭਾਈ ਗੁਰਬਾਣੀ ਦਾ ਪ੍ਰਸਾਰਣ ਜਿਹੜਾ ਕੀਤਾ ਜਾਵੇ। ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਦੇ ਉੱਤੇ ਕਿੱਥੇ ਖਲੋਤਾ ਹੈ? ਇਹ ਜਿਹੜਾ ਕੰਮ ਕੇਜਰੀਵਾਲ ਦੇ ਹੁਕਮਾਂ ਦੇ ਉੱਤੇ ਭਗਵੰਤ ਮਾਨ ਜੀ ਨੇ ਕੀਤਾ, ਇਹ ਸਿਰਫ ਇੱਕ ਰਾਜ ਸੀ, ਸਾਜ਼ਿਸ਼ ਸੀ ਕਿ ਇਹ ਟੀਕਾ ਲਾ ਕੇ ਦੇਖਿਆ ਗਿਆ ਕਿ ਜੇ ਇੱਥੇ ਕੋਈ ਕੰਮ ਚੱਲਦੇ ਆ ਤੇ ਅਗਲੀ ਵਾਰੀ ਜਿਹੜੀ ਇਸ ਤੋਂ ਅਗਲੀ ਦਖਲਅੰਦਾਜ਼ੀ ਹੈ ਉਹ ਕੁਝ ਵੀ ਹੋ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਕੇਵਲ ਪਾਰਟੀ ਨੂੰ ਮਜ਼ਬੂਤ ਕਰਨ ਦੇ ਵੱਲ ਹੀ ਚਿੰਤਨ ਮੰਥਨ ਕਰ ਰਿਹਾ ਜਾਂ ਪੰਜਾਬ ਦੀਆਂ ਜਿਹੜੀਆਂ ਭਖਦੀਆਂ ਮਗਦੀਆਂ ਦਗਦੀਆਂ ਸਮੱਸਿਆਵਾਂ ਨੇ ਉਹਨਾਂ ਦੇ ਹੱਲ ਵੱਲ ਵੀ ਕਦੇ ਸਿਰ ਜੁੜੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ? ਹਾਲੇ ਤਾਂ ਸੁਪਨੇ ਹੀ ਹੈ, ਜਿੰਨੇ ਮਰਜ਼ੀ ਲੈ ਸਕਦੇ ਆ ਵੀ ਠੀਕ ਹੈ, ਆ ਵੀ ਹੋ ਜਾਏਗਾ, ਆ ਵੀ ਹੋ ਜਾਏਗਾ, ਆ ਵੀ ਹੋ ਜਾਏਗਾ। ਪੰਜਾਬ ਦੀ ਰਾਜਨੀਤੀ ਦੇ ਵਿੱਚ ਭੁਚਾਲ ਜਿਹਾ ਆਇਆ ਪਿਆ ਹੈ। ਕਦੇ ਗੱਲ ਗੱਠਜੋੜਾਂ ਦੀ ਹੁੰਦੀ ਹੈ ਤੇ ਕਦੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੀ ਸਿਆਸੀ ਪਾਰਟੀ ਦੀ ਸਥਿਤੀ ਰਹੇਗੀ। ਕੀ ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਬਹੁਤੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਪਸ਼ਟ ਨਹੀਂ ਹੋ ਰਹੀਆਂ। ਲੋਕ ਆਪਣਾ ਵੀ ਕੋਈ ਬਹੁਤਾ ਜ਼ਿਆਦਾ ਮਨ ਬਣਾਉਣ ਦੇ ਵਿੱਚ ਸਫਲ ਨਹੀਂ ਹੋ ਪਾ ਰਹੇ ਕਿ ਭਾਈ ਆਖਰਕਾਰ ਹੋ ਕੀ ਰਿਹਾ। ਨਹੀਂ ਤਾਂ ਆਮ ਤੌਰ ਦੇ ਉੱਤੇ ਪੰਜਾਬੀ ਸਿਆਸਤ ਦੇ ਵਿੱਚ ਜਿੰਨੇ ਗੂੜੇ ਤਰੀਕੇ ਦੇ ਨਾਲ ਰਚੇ ਹੋਏ ਹੁੰਦੇ ਆ, ਬਹੁਤੇ ਅੰਦਾਜ਼ੇ ਜਿਹੜੇ ਆ ਇਹਨਾਂ ਦੇ ਕੋਲੇ ਪਹਿਲਾਂ ਹੀ ਹੁੰਦੇ ਆ। ਤੇ ਅੱਜ ਪੰਜਾਬ ਦੇ ਵਿੱਚ ਬਹੁਤ ਵੱਡੀ ਸਿਆਸੀ ਧਿਰ ਬਹੁਤ ਲੰਬਾ ਸਮਾਂ ਪੰਜਾਬ ਦੇ ਉੱਤੇ ਰਾਜ ਕੀਤਾ, ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਦੀ ਇਸ ਵੇਲੇ ਸਥਿਤੀ ਕੀ ਹੈ? ਸ਼੍ਰੋਮਣੀ ਅਕਾਲੀ ਦਲ ਦੀਆਂ ਭਵਿੱਖ ਦੇ ਵਿੱਚ ਯੋਜਨਾਵਾਂ ਕੀ ਨੇ? ਗੱਠਜੋੜ ਸੰਬੰਧੀ ਰੌਲਾ ਰੱਪਾ ਬਹੁਤ ਪਿਆ। ਉਹ ਸਾਰੀਆਂ ਗੱਲਾਂ ਬਾਤਾਂ ਦੇ ਉੱਤੇ ਜਿਹੜੀ ਧੁੰਦ ਜੀ ਪਈ ਹੈ ਉਹਨੂੰ ਪਾਸੇ ਕਰਕੇ ਸਿਆਸੀ ਤੌਰ ਦੇ ਉੱਤੇ ਦਿਨ ਨਿਖਾਰਨ ਦੇ ਲਈ ਅਸੀਂ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਨੂੰ ਬੇਨਤੀ ਕੀਤੀ ਸੀ। ਕੈਬਨਿਟ ਮਿਨਿਸਟਰ ਰਹੇ ਨੇ ਅਕਾਲੀ ਦਲ ਦੇ, ਉਹਨਾਂ ਲੀਡਰਾਂ ਦੇ ਵਿੱਚੋਂ ਇੱਕ ਨੇ ਜਿਹੜੇ ਕਿ ਪਰਦੇ ਦੇ ਸਾਹਮਣੇ ਤਾਂ ਆਉਂਦਾ ਹੀ ਆ, ਪਰਦੇ ਦੇ ਪਿੱਛੇ ਬੈਠ ਕੇ ਵੀ ਜਦੋਂ ਰਣਨੀਤੀ ਘੜਨੀ ਹੁੰਦੀ ਹੈ ਤੇ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਦਾ ਰੋਲ ਜਿਹੜਾ ਉਹ ਮਹੱਤਵਪੂਰਨ ਹੁੰਦਾ ਹੈ। ਤੇ ਅੱਜ ਚੀਮਾ ਸਾਹਿਬ ਨੂੰ ਸੱਦਾ ਦਿੱਤਾ, ਉਹਨਾਂ ਤੋਂ ਪੁੱਛਦੇ ਆ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਕਿ ਜਿਗਿਆਸਾ ਦਾ ਕੇਂਦਰ ਬਣੀਆਂ ਹੋਈਆਂ। ਚੀਮਾ ਸਾਹਿਬ, ਸਵਾਗਤ ਹੈ ਜੀ ਪ੍ਰਾਈਮ ਏਸ਼ੀਆ ਟੀਵੀ ਤੇ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਚੀਮਾ ਸਾਹਿਬ, ਇਸ ਵੇਲੇ ਬੜੀ ਅਜੀਬੋ-ਗਰੀਬ ਸਥਿਤੀ ਹੈ ਕਿਉਂਕਿ ਕੋਈ ਸਮਾਂ ਹੁੰਦਾ ਸੀ ਜਦੋਂ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਬਹੁਤੇ ਲੋਕ ਆਮ ਹੀ ਕਹਿੰਦੇ ਹੁੰਦੇ ਸੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਆ। ਬਹੁਤ ਸਾਰੇ ਬਜ਼ੁਰਗ ਜਿਹੜੇ 40 ਸਾਲ ਤੋਂ ਉੱਪਰ ਦੀ ਉਮਰ ਦੇ ਬੰਦੇ ਆਪਾਂ ਕਹਿ ਦਿੰਦੇ ਆ, ਉਹਨਾਂ ਦਾ ਪੱਕਾ ਹੀ ਹੁੰਦਾ ਸੀ ਕਿ ਵੋਟ ਸਾਡੀ ਤੱਕੜੀ ਨੂੰ ਜਾਣੀ ਹੈ। ਪਿੰਡਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਈ ਦਹਾਕਿਆਂ ਤੱਕ ਕਦੇ ਕਹਿਣਾ ਪਿਆ ਹੋਊਗਾ ਕਿ ਭਾਈ ਪੋਲਿੰਗ ਬੂਥ ਕੌਣ ਲਾਊਗਾ। ਲਗਾਤਾਰ ਲੋਕ ਆਪ ਮੁਹਾਰੇ ਅਕਾਲੀ ਦਲ ਦੇ ਨਾਲ ਪੀੜ੍ਹੀ ਦਰ ਪੀੜ੍ਹੀ ਜੁੜਦੇ ਸੀ। ਪਰ ਸਮਾਂ ਆਇਆ, ਅੱਜ 3 MLA ਨੇ, 2 MP ਨੇ, ਇਹਦੇ ਤੋਂ ਇਲਾਵਾ ਇੱਕ ਵੱਡਾ ਘਾਟਾ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਬੈਂਕ ਦੀ ਰਾਜਨੀਤੀ ਦੇ ਵਿੱਚ ਪਿਆ। ਹੁਣ ਪਿਛਲੇ ਦਿਨਾਂ ਦੇ ਵਿੱਚ ਗੱਠਜੋੜ ਦੀਆਂ ਗੱਲਾਂ ਬਾਤਾਂ ਵੀ ਚੱਲੀਆਂ। ਮੈਂ ਸਭ ਤੋਂ ਪਹਿਲਾਂ ਚੀਮਾ ਸਾਹਿਬ ਤੁਹਾਨੂੰ ਇਹ ਜ਼ਰੂਰ ਪੁੱਛਣਾ ਚਾਹੂੰਗਾ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੀ ਇਹ ਸਮਝਦੀ ਹੈ ਕਿ ਕਿਤੇ ਨਾ ਕਿਤੇ ਕੋਈ ਕਮਜ਼ੋਰੀ ਚਾਹੇ ਵੋਟ ਬੈਂਕ ਦੇ ਪੱਖ ਤੋਂ ਆਈ ਕਿ ਆਈ ਜ਼ਰੂਰ ਹੈ? ਦੇਖੋ, ਗੱਲ ਇਹ ਹੈ ਕਿ ਜਦੋਂ ਪਾਰਟੀ ਆਪਣੇ ਟੀਚੇ ਤੋਂ ਪਿੱਛੇ ਰਹਿੰਦੀ ਹੈ ਕੁਦਰਤੀ ਗੱਲ ਹੈ, ਕੋਈ ਨਾ ਕੋਈ ਕਾਰਨ ਤਾਂ ਜ਼ਰੂਰ ਹੁੰਦੇ ਆ ਕਿ ਜਿਹਦੇ ਕਰਕੇ ਲੋਕੀ ਤੁਹਾਨੂੰ ਛੱਡ ਕੇ ਤੇ ਦੂਜੀ ਪਾਰਟੀ ਨੂੰ ਜਿਹੜਾ ਉਹਦੇ ਵੱਲ ਜਾਂਦੇ। ਇਸ ਲਈ ਜਦੋਂ ਰਿਜ਼ਲਟ ਆਉਂਦਾ ਤਾਂ ਪਾਰਟੀ ਉਹਦੇ ਤੇ ਆਪਣਾ ਮੰਥਨ ਵੀ ਕਰਦੀ ਹੈ, ਸਾਰੀ ਇੰਟਰੋਸਪੈਕਸ਼ਨ ਵੀ ਕਰਦੀ ਹੈ ਕਿ ਕੀ ਕਾਰਨ ਰਹੇ ਕਿ ਅਸੀਂ ਜਿਹੜੀ ਹੈ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਉਹਦੇ ਉੱਤੇ ਪੂਰਾ ਨਹੀਂ ਉਤਰ ਸਕੇ। ਔਰ ਜਿੱਥੇ ਆਰਗੇਨਾਈਜੇਸ਼ਨ ਘਾਟਾਂ ਹੁੰਦੀਆਂ
ਉਹ ਵੀ ਠੀਕ ਕਰਦੇ ਆ, ਜਿੱਥੇ ਕੋਈ ਪਾਲਿਸੀ ਦੇ ਵਿੱਚ ਤਬਦੀਲੀ ਕਰਨ ਦੀ ਲੋੜ ਹੁੰਦੀ ਹੈ ਉਹ ਵੀ ਠੀਕ ਕਰਦੇ ਆ, ਜਾਂ ਹੋਰ ਜਿਹੜੀਆਂ ਕੋਈ ਸਮੇਂ ਦੇ ਮੁਤਾਬਕ ਨਵੀਆਂ ਚੁਣੌਤੀਆਂ ਪਾਰਟੀਆਂ ਦੇ ਸਾਹਮਣੇ ਆਉਂਦੀਆਂ ਉਹਦੇ ਮੁਤਾਬਕ ਫਿਰ ਤੋਂ ਪਾਰਟੀ ਨੂੰ ਤਿਆਰ ਵੀ ਕਰਦੇ। ਇਸ ਕਰਕੇ ਇੱਕ ਕੰਟੀਨਿਊਸ ਪ੍ਰੋਸੈਸ ਹੁੰਦੀ ਹੈ, ਕਿਉਂਕਿ ਬੜੀ ਪੁਰਾਣੀ ਪਾਰਟੀ ਹੈ, 100 ਸਾਲ ਤੋਂ ਵੱਧ ਸਮਾਂ ਜਿਹੜਾ ਇਸ ਪਾਰਟੀ ਨੇ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਲਗਾਇਆ। ਔਰ ਜਿਹੜੀ ਤੁਸੀਂ ਪੁਰਾਣੀ ਗੱਲ ਕਰ ਰਹੇ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੁਰਾਣਾ ਜਿਹੜਾ ਕੇਡਰ ਹੈ ਬਹੁਤ ਕਮਿਟਡ ਕੇਡਰ ਸੀ। ਉਹਦਾ ਕਾਰਨ ਸੀ ਕਿ ਬਹੁਤ ਵੱਡੇ ਜਿਹੜੇ ਸੰਘਰਸ਼ ਦੇ ਵਿੱਚੋਂ ਉਹ ਸਾਰਾ ਕੇਡਰ ਨਿਕਲਿਆ ਸੀ। ਉਹਨਾਂ ਨੇ ਪਹਿਲਾਂ ਗੁਰਦੁਆਰਾ ਸੁਧਾਰ ਲਹਿਰ ਵਾਸਤੇ, ਫਿਰ ਦੇਸ਼ ਦੀ ਆਜ਼ਾਦੀ ਦਾ ਵੀ ਦੌਰ ਦੇਖਿਆ, ਪੰਜਾਬੀ ਸੂਬੇ ਦਾ ਵੀ ਮੋਰਚਾ ਦੇਖਿਆ, ਦਰਿਆਈ ਪਾਣੀਆਂ ਦੀ ਕਹਾਣੀ ਵੰਡ ਦੇ ਖਿਲਾਫ ਵੀ ਉਹਨਾਂ ਨੇ ਸੰਘਰਸ਼ ਕੀਤਾ। ਇਸ ਕਰਕੇ ਉਹ ਜਿਹੜੀ ਪੀੜ੍ਹੀ ਸੀ ਉਹ ਲਗਾਤਾਰ ਹੀ ਇੱਕ ਤੋਂ ਬਾਅਦ ਇੱਕ ਸੰਘਰਸ਼ ਖਤਮ ਹੁੰਦਾ ਸੀ, ਦੂਜਾ ਸ਼ੁਰੂ ਹੋ ਜਾਂਦਾ ਸੀ। ਤੇ ਕੁਦਰਤੀ ਗੱਲ ਹੈ ਕਿ ਜਦੋਂ ਸੰਘਰਸ਼ ਦੇ ਵਿੱਚ ਹੁੰਦੇ ਹੋ ਤੁਸੀਂ, ਜੇਲ੍ਹਾਂ ਦੇ ਵਿੱਚ ਜਾਣਾ ਪੈਂਦਾ ਕੇਡਰ ਨੂੰ, ਉਦੋਂ ਜਿਹੜਾ ਥਾਟ ਪ੍ਰੋਸੈਸ ਹੈ ਉਦੋਂ ਬਹੁਤ ਡਿਵੈਲਪ ਹੁੰਦਾ। ਤੇ ਜਦੋਂ ਰਾਜ ਭਾਗ ਦੀ ਗੱਲ ਆ ਜਾਂਦੀ ਹੈ, ਥੋੜਾ ਜਿਹਾ ਸੌਖਾਪਣ ਆ ਜਾਂਦਾ, ਤਾਂ ਉਦੋਂ ਕਿਤੇ ਨਾ ਕਿਤੇ ਜਿਹੜੇ ਉਸ ਵੇਲੇ ਦਾ ਕੇਡਰ ਹੁੰਦਾ ਉਹ ਇੰਨਾ ਵੈਲ ਟ੍ਰੇਨਡ ਤੇ ਇੰਨਾ ਕਮਿਟਡ ਜਾਂ ਆਪਣੀ ਆਈਡੀਓਲੋਜੀ ਦਾ ਇੰਨਾ ਜਾਣਕਾਰ ਨਹੀਂ ਹੁੰਦਾ ਜਿੰਨਾ ਉਹ ਜਿਹੜਾ ਤਪ ਕੇ ਨਿਕਲਦਾ ਕੇਡਰ ਹੈ ਉਹ ਹੁੰਦਾ ਜੀ। ਇਸ ਕਰਕੇ ਪੁਰਾਣੀ ਪਾਰਟੀ ਹੈ, ਪੁਰਾਣਾ ਕੇਡਰ ਉਮਰ ਦੇ ਹਿਸਾਬ ਦੇ ਨਾਲ ਜਿਹੜੇ ਆ ਬਹੁਤ ਸਾਰੀਆਂ ਸ਼ਖਸੀਅਤਾਂ ਵਿਛੋੜਾ ਦੇ ਗਈਆਂ, ਬਹੁਤ ਸਾਰੀਆਂ ਉਮਰ ਦੇ ਹਿਸਾਬ ਦੇ ਨਾਲ ਉਨੀਆਂ ਐਕਟਿਵ ਨਹੀਂ ਰਹੀਆਂ। ਅੱਗੋਂ ਨਵੇਂ ਚੁਣੌਤੀਆਂ ਜਿਹੜੀਆਂ ਯੂਥ ਦੇ ਸਾਹਮਣੇ ਖੜੀਆਂ ਹੋ ਗਈਆਂ, ਕਈ ਤਰ੍ਹਾਂ ਦੇ ਜਿਹੜੇ ਆ ਸਾਧਨ ਕਮਿਊਨੀਕੇਸ਼ਨ ਦੇ ਆ ਗਏ, ਸੋਸ਼ਲ ਮੀਡੀਆ ਆ ਗਿਆ, ਕਈ ਤਰ੍ਹਾਂ ਦੀ ਰਾਜਨੀਤੀ ਦੇਸ਼ ਦੇ ਵਿੱਚ ਬਦਲੀ, ਕੂੜ ਪ੍ਰਚਾਰ ਹਾਵੀ ਹੋਣ ਲੱਗ ਗਿਆ, ਜਿਹੜੇ ਇਲੈਕਸ਼ਨਾਂ ਦੇ ਵਿੱਚ ਲਾਲਚ ਹਾਵੀ ਹੋਣ ਲੱਗ ਗਏ। ਇਸ ਕਰਕੇ ਸਮੇਂ ਦੇ ਨਾਲ ਜਿਹੜੀਆਂ ਤਬਦੀਲੀਆਂ ਨੇ ਉਹ ਆਉਂਦੀਆਂ ਨੇ ਤੇ ਕਈ ਵਾਰੀ ਪਾਰਟੀਆਂ ਨੂੰ ਸਮਾਂ ਲੱਗਦਾ ਉਹਦੇ ਮੁਤਾਬਕ ਆਪਣੇ ਆਪ ਨੂੰ ਢਾਲਦਿਆਂ, ਕਿਉਂਕਿ ਜਿਨ੍ਹਾਂ ਪਾਰਟੀਆਂ ਨੇ ਜ਼ਿਆਦਾ ਅਸੂਲਾਂ ਦੇ ਉੱਤੇ ਕੰਮ ਕੀਤਾ ਹੁੰਦਾ, ਸੰਘਰਸ਼ਾਂ ਦੇ ਵਿੱਚ ਰਹਿ ਕੇ ਲੋਕਾਂ ਦੇ ਨਾਲ ਖੜ ਕੇ ਸੰਘਰਸ਼ ਕੀਤਾ ਹੁੰਦਾ, ਉਹ ਥੋੜੀ ਜਿਹੀ ਕਦਰਾਂ ਕੀਮਤਾਂ ਤੇ ਜ਼ਿਆਦਾ ਖੜਦੀਆਂ ਦੂਜਿਆਂ ਦੇ ਮੁਕਾਬਲੇ। ਇਹ ਨਹੀਂ ਕਿ ਕਮੀਆਂ ਤਾਂ ਉਹਨਾਂ 'ਚ ਵੀ ਆ ਜਾਂਦੀਆਂ, ਪਰ ਜਿਹੜੀਆਂ ਕੁਝ ਪਾਰਟੀਆਂ ਨਵੇਂ ਯੁੱਗ ਦੇ ਹਿਸਾਬ ਦੇ ਨਾਲ ਰਾਜ ਸੱਤਾ ਦੀ ਪ੍ਰਾਪਤੀ ਵਾਸਤੇ ਆਈਆਂ, ਉਹਨਾਂ ਨੇ ਢੰਗ ਤਰੀਕਾ ਵੱਖਰਾ ਅਪਣਾਇਆ। ਇਸ ਕਰਕੇ ਉਹਨਾਂ ਦੇ ਦਾਅ ਪੇਚ ਸਮਝਣ ਨੂੰ, ਲੋਕਾਂ ਨੂੰ ਸਹੀ ਸਥਿਤੀ ਸਮਝਾਉਣ ਦੇ ਵਿੱਚ ਥੋੜਾ ਜਿਹਾ ਸਮਾਂ ਜ਼ਰੂਰ ਲੱਗਿਆ। ਪਰ ਹੁਣ ਫਿਰ ਸਮਾਂ ਆ ਗਿਆ ਕਿ ਪੰਜਾਬ ਦੇ ਲੋਕੀ ਸੋਚਣ ਲੱਗ ਗਏ ਕਿ ਹੁਣ ਵਾਲਾ ਦੌਰ ਠੀਕ ਹੈ ਕਿ ਪੁਰਾਣਾ ਦੌਰ ਠੀਕ ਸੀ। ਇੱਕ ਨਵੀਂ ਡਿਬੇਟ ਹੁਣ ਲੋਕਾਂ ਦੇ ਵਿੱਚ ਸ਼ੁਰੂ ਹੋ ਗਈ ਕਿ ਹੁਣ ਪਹਿਲਾਂ ਚੰਗਾ ਸੀ, ਪਹਿਲਾਂ ਤਾਂ ਦੂਜਾ ਵੇਖਿਆ ਹੀ ਨਹੀਂ ਸੀ, ਉਦੋਂ ਜਾਂ ਕਾਂਗਰਸ ਵੇਖੀ ਸੀ ਲੋਕਾਂ ਨੇ ਜਾਂ ਅਕਾਲੀ ਦਲ ਦੇਖਿਆ ਸੀ, ਹੁਣ ਤੀਸਰੀ ਧਿਰ ਵੀ ਦੇਖ ਲਈ। ਤੇ ਹੁਣ ਇੱਕ ਨਵਾਂ ਫਿਰ ਡਿਸਕਸ਼ਨ ਸ਼ੁਰੂ ਹੋ ਗਈ ਕਿ ਭਾਈ ਇਹ ਬੈਟਰ ਹੈ ਹੁਣ ਕਿ ਪਹਿਲੇ ਬੈਟਰ ਸੀ ਕਿ ਉਸ ਤੋਂ ਪਹਿਲੇ ਬੈਟਰ ਸੀ। ਇਹ ਚਰਚਾ ਚੰਗੀ ਗੱਲ ਹੈ, ਇਹ ਛੜੇਗੀ, ਇਹ ਗੱਲ ਜਿਹੜੀ ਹੈ ਵਾਰ-ਵਾਰ ਰੜਕੀ ਜਾਏਗੀ, ਇਹਦੇ ਵਿੱਚੋਂ ਕੋਈ ਚੰਗੀਆਂ ਗੱਲਾਂ ਪੰਜਾਬ ਵਾਸਤੇ ਫਿਰ ਨਿਕਲਣਗੀਆਂ। ਜੀ ਚੀਮਾ ਸਾਹਿਬ, ਮੈਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਉੜਮੁੜ ਦੇ ਸਰਕਾਰੀ ਕਾਲਜ ਦੇ ਵਿੱਚ ਪੜ੍ਹਿਆ ਤੇ 3 ਸਾਲ ਜਦੋਂ ਮੈਂ ਉਸ ਕਾਲਜ ਦੇ ਗੇਟ ਦੇ ਅੰਦਰ ਵੜਦਾ ਸੀ ਤੇ ਉੱਪਰ ਮੋਟਾ ਕਰਕੇ ਲਿਖਿਆ ਹੁੰਦਾ ਸੀ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਸਰਕਾਰੀ ਕਾਲਜ ਟਾਂਡਾ ਉੜਮੁੜ ਤੇ ਬ੍ਰੈਕਟ ਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ। ਉਹ ਕਦੇ-ਕਦੇ ਐਂ ਲੱਗਦਾ ਹੁੰਦਾ ਕਿ ਅਕਾਲੀ ਦਲ ਦੇ ਨਾਲ ਤੁਸੀਂ ਕਮਿਟਡ ਕੇਡਰ ਸ਼ਬਦ ਵਰਤਿਆ ਕਿ ਉਦੋਂ ਸ਼ਾਇਦ ਲੀਡਰ ਵੀ ਵੱਧ ਕਮਿਟਡ ਸੀ, ਕਿਉਂਕਿ ਗਿਆਨੀ ਕਰਤਾਰ ਸਿੰਘ ਵਰਗੇ ਲੀਡਰ ਜਿਨ੍ਹਾਂ ਦੇ ਬਾਬਤ ਇਹ ਮੰਨਿਆ ਜਾਂਦਾ ਸੀ ਕਿ ਭਾਈ ਉਹ ਤਾਂ ਜਦੋਂ ਮੰਤਰੀ ਬਣ ਕੇ ਵੀ ਸਰਕਾਰੀ ਘਰ ਛੱਡ ਕੇ ਗਏ ਤੇ ਇੱਕ ਟਰੰਕ ਦੇ ਵਿੱਚ ਹੀ ਕੱਪੜੇ ਆ ਗਿਆ ਸੀ, ਤਾਂ ਬਸ ਇੱਕ ਕਸ਼ਹਿਰਾ ਸੀ ਜਿਹੜਾ ਕਿ ਗਿੱਲਾ ਸੀ ਤੇ ਇਸ ਕਰਕੇ ਉਹਨਾਂ ਨੇ ਉਹ ਮੋਢੇ ਤੇ ਰੱਖ ਲਿਆ ਕਿ ਭਾਈ ਜਾਂਦੇ ਹਵਾ 'ਚ ਸੁੱਕ ਜੂ। ਕਿਤੇ ਇਹ ਨਹੀਂ ਹੋਇਆ ਕਿ ਪਿਛਲੇ 20-25 ਸਾਲਾਂ ਦੇ ਵਿੱਚ ਕੁਝ ਐਸੇ ਲੋਕ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਗਏ ਜਿਨ੍ਹਾਂ ਦੇ ਕੋਲੇ ਸਰਮਾਇਆ ਤਾਂ ਸੀ ਪਰ ਉਹਨਾਂ ਦੇ ਕੋਲੇ ਲੋਕਾਂ ਦਾ ਯਕੀਨ ਤੇ ਵਿਸ਼ਵਾਸ ਨਹੀਂ ਸੀ। ਉਹ ਲੋਕ ਜਿੰਨੀ ਛੇਤੀ ਆਏ ਉਨੀ ਛੇਤੀ ਗਏ ਵੀ। ਕਿਤੇ ਬਹੁਤੇ ਬਾਕੀਆਂ ਪਾਰਟੀਆਂ 'ਚੋਂ ਬੰਦੇ ਜਾਂ ਸਰਮਾਏਦਾਰੀ ਵਾਲੇ ਬੰਦੇ, ਉਦਯੋਗਪਤੀ ਬੰਦੇ ਪਾਰਟੀ ਦੇ ਵਿੱਚ ਸ਼ਾਮਲ ਕਰਨ ਲੱਗਿਆਂ ਕਿਤੇ ਜਿੱਦਾਂ ਦਾ ਕੋਈ ਛਾਨਣਾ ਜਾਂ ਲਾਉਣਾ ਚਾਹੀਦਾ ਸੀ ਕਿਤੇ ਲਾਉਣ 'ਚ ਘਾਟ ਤਾਂ ਨਹੀਂ ਮਹਿਸੂਸ ਕਰਦੇ ਹੋ ਕਿਤੇ? ਦੇਖੋ, ਜਿਹੜੀ ਉਸ ਵੇਲੇ ਦੀ ਜਿਹੜੀ ਰਾਜਨੀਤੀ ਹੈ ਨਾ, ਜਿਹੜੀ ਆਜ਼ਾਦੀ ਤੋਂ ਪਹਿਲਾਂ ਦੀ ਜਾਂ ਆਜ਼ਾਦੀ ਦੇ ਦੌਰ ਦੀ, ਉਹ ਭਾਵੇਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਲਿਖ ਲਓ ਜਾਂ ਦੇਸ਼ ਦੇ ਵਿੱਚ ਉਸ ਵੇਲੇ ਕਾਂਗਰਸ ਪਾਰਟੀ ਵੱਡੀ ਪਾਰਟੀ ਹੁੰਦੀ ਸੀ ਉਹਨਾਂ ਦੀ ਲੀਡਰਸ਼ਿਪ ਦੇਖ ਲਓ, ਜਾਂ ਹੋਰ ਜਿਹੜੀਆਂ ਮੂਵਮੈਂਟਸ ਉਸ ਵੇਲੇ ਜਿਹੜੀਆਂ ਵੱਡੀਆਂ ਚੱਲੀਆਂ ਆਜ਼ਾਦੀ ਵਾਸਤੇ ਉਹਨਾਂ ਦੀ ਜਿਹੜੀ ਹੈਗੀ ਹੈ ਸਾਰੀ ਲੀਡਰਸ਼ਿਪ ਦੇਖ ਲਓ। ਉਦੋਂ ਕੋਈ ਰਾਜਨੀਤੀ ਦੇ ਵਿੱਚ ਸੱਤਾ ਪ੍ਰਾਪਤੀ ਦਾ ਮਿਸ਼ਨ ਲੈ ਕੇ ਨਹੀਂ ਆਉਂਦਾ ਸੀ, ਇੱਕ ਸੇਵਾ ਦੇ ਤੌਰ ਦੇ ਉੱਤੇ ਔਰ ਸੰਘਰਸ਼ ਦੇ ਤੌਰ ਦੇ ਉੱਤੇ ਉਹ ਬੰਦੇ ਅੱਗੇ ਆਏ ਸੀ ਤੇ ਹੌਲੀ ਹੌਲੀ ਲੋਕਾਂ ਨੇ ਉਹ ਬੰਦੇ ਲੀਡਰ ਬਣਾਤੇ ਸੀ।
ਕਿਉਂਕਿ ਉਹਨਾਂ ਦੀ ਆਪਣੀ ਘਾਲਣਾ ਦੇ ਨਾਲ ਉਹ ਲੋਕਾਂ ਨੂੰ ਲੀਡ ਕਰਦੇ ਕਰਦੇ ਪਤਾ ਉਹਨਾਂ ਨੂੰ ਵੀ ਨਹੀਂ ਲੱਗਿਆ ਕਿ ਕਦੋਂ ਉਹ ਐਡੇ ਵੱਡੇ ਕੱਦ ਦੇ ਲੀਡਰ ਬਣ ਗਏ। ਉਹ ਉਹਨਾਂ ਦੀ ਘਾਲਣਾ ਸੀ, ਕਾਜ ਪ੍ਰਤੀ ਕਮਿਟਮੈਂਟ ਸੀ, ਮਿਸ਼ਨ ਸੀ, ਉਹਦੇ ਵਿੱਚ ਕਾਮਯਾਬ ਹੋਏ। ਇਸ ਕਰਕੇ ਉਸ ਵੇਲੇ ਇਮਾਨਦਾਰੀ ਸਾਡੇ ਆਪਣੇ ਪਰਿਵਾਰਾਂ ਦੇ ਵਿੱਚ ਵੀ, ਸਮਾਜ ਦੇ ਵਿੱਚ ਵੀ, ਦੇਸ਼ ਦੇ ਵਿੱਚ ਵੀ ਬਹੁਤ ਵੱਡਾ ਫਰਕ ਸੀ। ਕਿਉਂਕਿ ਆਜ਼ਾਦੀ ਤੋਂ ਬਾਅਦ ਵੀ ਕਾਫੀ ਦੇਰ ਜਿਹੜੀਆਂ ਸਰਕਾਰਾਂ ਰਹੀਆਂ ਨੇ ਤੇ ਕਿਸੇ ਪਾਰਟੀ ਦੀਆਂ ਵੀ ਰਹੀਆਂ ਹੋਣ, ਇਸ ਲੈਵਲ ਦੀ ਜੋ ਕਰਪਸ਼ਨ ਚਾਹੇ ਨੈਸ਼ਨਲ ਲੈਵਲ ਤੇ ਹੈ ਜਾਂ ਇੰਟਰਨੈਸ਼ਨਲ ਲੈਵਲ ਤੇ ਹੈ ਜਾਂ ਸਟੇਟ ਦੇ ਲੈਵਲ ਤੇ ਅੱਜ ਹੈ, ਇਹ ਕਰਪਸ਼ਨ ਦਾ ਇਹ ਪੱਧਰ ਜਾਂ ਇਸ ਲੈਵਲ ਦੀ ਕਰਪਸ਼ਨ ਉਦੋਂ ਕੋਈ ਇੱਕ ਦੋ ਬੇਈਮਾਨ ਬੰਦੇ ਹੁੰਦੇ ਸੀ, ਉਹ ਚੰਗਿਆਂ ਦੇ ਵਿੱਚ ਲੁਕੇ ਰਹਿੰਦੇ ਸੀ। ਤੇ ਹੁਣ ਵੀ ਵਿੱਚ ਚੰਗੇ ਚੰਗੇ ਹੈਗੇ ਆ, ਪਰ ਬੇਈਮਾਨ ਇੰਨੇ ਹੋ ਗਿਆ ਕਿ ਉਹ ਵਿੱਚ ਲੁਕੇ ਰਹਿੰਦੇ ਆ। ਇਸ ਕਰਕੇ ਇਹ ਓਵਰਆਲ ਜਿਹੜਾ ਸਮਾਜ ਦੇ ਵਿੱਚ ਬਦਲਾਅ ਆਇਆ, ਇਹ ਉਹਦਾ ਹੀ ਹਿੱਸਾ ਹੈ। ਉਹੀ ਰਿਫਲੈਕਸ਼ਨ ਰਾਜਨੀਤੀ ਦੇ ਵਿੱਚ ਨਜ਼ਰ ਆਉਂਦੀ ਹੈ, ਉਹੀ ਸਮਾਜਿਕ ਕਦਰਾਂ ਕੀਮਤਾਂ ਦੇ ਵਿੱਚ ਨਜ਼ਰ ਆਉਂਦੀ ਹੈ, ਉਹੀ ਧਰਮ ਦੇ ਖੇਤਰ ਦੇ ਵਿੱਚ ਨਜ਼ਰ ਆਉਂਦੀ ਹੈ। ਇਸ ਕਰਕੇ ਇਹ ਇੱਕ ਜੋ ਸੁਸਾਇਟੀ ਇਵਾਲਵ ਕਰ ਰਹੀ ਹੈ, ਕੁਝ ਚੀਜ਼ਾਂ ਚੰਗੀਆਂ ਹੋ ਰਹੀਆਂ ਨੇ, ਕੁਝ ਉਹਦੇ ਨਾਲ ਨਾਲ ਸਾਈਡ ਇਫੈਕਟ ਵੀ ਜਿਹੜੇ ਆ ਉਹ ਨਜ਼ਰ ਆਉਂਦੇ ਆ। ਇਸ ਕਰਕੇ ਮਿਲ ਮਿਲਾ ਕੇ ਇਹ ਹੌਲੀ ਹੌਲੀ, ਮੈਂ ਤਾਂ ਹੀ ਕਿਹਾ ਸੀ ਕਿ ਜੋ ਚੀਜ਼ਾਂ ਰੜਕੀਆਂ ਜਾਣਗੀਆਂ, ਫਿਰ ਲੋਕੀ ਸ਼ਾਂਤੀ ਜਦੋਂ ਲੱਭਦੇ ਆ, ਦੂਜੇ ਲੱਭਦੇ ਆ, ਤੇ ਫਿਰ ਸੋਚਦੇ ਆ ਵੀ ਆ ਪੈਸਾ ਕਮਾਇਆ ਕਿਸੇ ਕੰਮ ਨਹੀਂ ਆਉਣਾ। ਸ਼ਾਇਦ ਇਹ ਆਪਣੇ ਆਪ ਲੈਸਨਸ ਨੇ ਜਿਹੜੇ ਹੌਲੀ ਹੌਲੀ ਸੁਸਾਇਟੀ ਲਰਨ ਕਰੇਗੀ। ਫਿਰ ਉਹਦੇ ਹਿਸਾਬ ਦੇ ਨਾਲ ਲੋਕੀ ਥੋੜ੍ਹੀਆਂ ਆਪਾਂ ਇਛਾਵਾਂ ਸੀਮਤ ਕਰਕੇ ਤੇ ਚੰਗੀ ਗੱਲਾਂ ਨੂੰ ਪ੍ਰੈਫਰ ਕਰਨਗੇ, ਚੰਗੇ ਲੋਕਾਂ ਨੂੰ ਪ੍ਰੈਫਰ ਕਰਨਗੇ। ਸਮਾਂ ਲੱਗੇਗਾ, ਪਰ ਮੇਰਾ ਖਿਆਲ ਤਬਦੀਲੀ ਫਿਰ ਆਏਗੀ। ਚੀਮਾ ਸਾਹਿਬ, ਵੱਡੇ ਬਾਦਲ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ 5 ਵਾਰ ਮੁੱਖ ਮੰਤਰੀ ਬਣੇ। ਬਹੁਤ ਉਹਨਾਂ ਦੇ ਕੋਲੇ ਤਜਰਬਾ ਸੀ, ਡਰਾਮਾ ਬਹੁਤ ਸੀ, ਕਿਉਂਕਿ ਅਸੀਂ ਤਾਂ ਦੂਰੋਂ ਬੈਠ ਕੇ ਦੇਖਦੇ ਸੀ ਨਾ, ਕਿਸੇ ਰੈਲੀ ਦੇ ਵਿੱਚੋਂ ਆਏ, ਕਿਤੇ ਪ੍ਰੈਸ ਕਾਨਫਰੰਸ ਦੇ ਵਿੱਚ ਆਏ। ਬਹੁਤ ਸਾਰੇ ਵਿਰੋਧੀ ਪਾਰਟੀਆਂ ਦੇ ਲੀਡਰ ਜਦੋਂ ਬਾਦਲ ਸਾਹਿਬ ਇਸ ਦੁਨੀਆ ਤੇ ਸੀ ਪਰ ਬਜ਼ੁਰਗ ਹੋ ਗਏ ਸੀ, ਉਦੋਂ ਹੀ ਕਹਿੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਉਨੀ ਦੇਰ ਹੀ ਇਕੱਠਾ ਹੈ ਜਿੰਨੀ ਦੇਰ ਵੱਡੇ ਬਾਦਲ ਸਾਹਿਬ ਨੇ। ਵਿਰੋਧੀ ਪਾਰਟੀਆਂ ਦੇ ਲੀਡਰ ਇਦਾਂ ਦੇ ਬਿਆਨ ਅਕਸਰ ਦੇ ਦਿੰਦੇ ਸੀ। ਵੱਡੇ ਬਾਦਲ ਸਾਹਿਬ ਦੁਨੀਆ ਤੋਂ ਚਲੇ ਗਏ, ਦੇਸ਼ ਭਰ ਤੋਂ ਸਿਆਸਤਦਾਨ ਉਹਨਾਂ ਦੇ ਅੰਤਮ ਅਰਦਾਸ ਦੇ ਮੌਕੇ ਤੇ, ਉਹਨਾਂ ਦੇ ਸੰਸਕਾਰ ਦੇ ਮੌਕੇ ਤੇ ਆਏ। ਅੱਜ ਜਦੋਂ ਵੱਡੇ ਬਾਦਲ ਸਾਹਿਬ ਨੂੰ ਦੁਨੀਆ ਤੋਂ ਗਿਆ ਕਈ ਮਹੀਨੇ ਹੋ ਗਏ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪਾਰਟੀ ਦੇ ਹੁਣ ਵੀ ਪ੍ਰਧਾਨ ਨੇ, ਉਦੋਂ ਵੀ ਪ੍ਰਧਾਨ ਸੀ। ਕੀ ਪਾਰਟੀ ਦੇ ਅੰਦਰਲੀ ਸਥਿਤੀ ਕੀ ਹੈ? ਪਾਰਟੀ ਦੇ ਵਿੱਚ ਸਭ ਕੁਝ ਠੀਕ ਤਰੀਕੇ ਚੱਲ ਰਿਹਾ ਹੈ? ਕਿਉਂਕਿ ਸਾਨੂੰ ਕੁਝ ਵੀ ਇਦਾਂ ਦਾ ਨਜ਼ਰ ਨਹੀਂ ਆਇਆ। ਇੱਕ ਵੀ ਲੀਡਰ ਜਿਹੜਾ ਜਦੋਂ ਦੇ ਵੱਡੇ ਬਾਦਲ ਸਾਹਿਬ ਦੁਨੀਆ ਤੋਂ ਗਏ ਆ, ਕੋਈ ਪਾਰਟੀ ਛੱਡ ਕੇ ਨਹੀਂ ਗਿਆ ਲੀਡਰ, ਕੋਈ ਐਸੀ ਗੱਲ ਨਹੀਂ ਹੋਈ। ਪਰ ਫਿਰ ਵੀ ਪਾਰਟੀ ਦੇ ਅੰਦਰ, ਪਾਰਟੀ ਦੇ ਸਫਾਂ ਦੇ ਵਿੱਚ ਵੱਡੇ ਬਾਦਲ ਸਾਹਿਬ ਦੀ ਗੈਰ ਹਾਜ਼ਰੀ ਤੋਂ ਬਾਅਦ ਸਥਿਤੀ ਕੀ ਹੈ ਜੀ? ਦੇਖੋ, ਗੱਲ ਇਹ ਹੈ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਵੱਡੇ ਬਾਦਲ ਸਾਹਿਬ ਦਾ ਜਾਣਾ ਦੇਸ਼ ਦੀ ਰਾਜਨੀਤੀ ਵਾਸਤੇ ਵੀ, ਪੰਥਕ ਪੋਲਿਟਿਕਸ ਵਾਸਤੇ ਵੀ, ਪੰਜਾਬ ਦੀ ਰਾਜਨੀਤੀ ਵਾਸਤੇ ਵੀ, ਔਰ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਇੱਕ ਬਹੁਤ ਵੱਡਾ ਕੱਟ। ਕਿਉਂਕਿ 7 ਦਹਾਕਿਆਂ ਦਾ ਰਾਜਨੀਤਿਕ ਸਫ਼ਰ, ਔਰ ਇਸ ਸਫ਼ਰ ਦੇ ਵਿੱਚ ਬੇਹਿਸਾਬ ਜਿਹੜਾ ਉਹਨਾਂ ਨੇ ਲੰਬਾ ਸੰਘਰਸ਼ ਕੀਤਾ, ਸਾਰੀ ਜ਼ਿੰਦਗੀ ਲੋਕਾਂ ਦੇ ਨਾਲ ਜੁੜੇ ਰਹੇ, ਉਤਰਾਅ ਚੜ੍ਹਾਅ ਵੀ ਆਏ, ਬੜੇ ਸਹਿਜ ਦੇ ਨਾਲ ਸਾਰੀਆਂ ਸਥਿਤੀਆਂ ਦੇ ਵਿੱਚੋਂ ਨਿਕਲੇ। ਇਸ ਕਰਕੇ ਇਹੋ ਜਿਹੀ ਸ਼ਖਸੀਅਤ ਜਦੋਂ ਪਾਰਟੀ ਦੇ ਵਿੱਚੋਂ ਜਾਂਦੀ ਹੈ, ਪਰਿਵਾਰ ਦੇ ਵਿੱਚੋਂ ਜਾਂਦੀ ਹੈ, ਤਾਂ ਕੁਦਰਤੀ ਗੱਲ ਹੈ ਇੱਕ ਵਾਰੀ ਤਾਂ ਪਰਿਵਾਰ ਹਿੱਲਦਾ। ਪਰ ਇਹ ਵੀ ਹਮੇਸ਼ਾ ਹੁੰਦਾ ਕਿ ਜਦੋਂ ਫਿਰ ਵੱਡੀ ਸ਼ਖਸੀਅਤ ਪਰਿਵਾਰ ਦੇ ਵਿੱਚੋਂ ਜਾਂਦੀ ਹੈ ਤੇ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਹੁੰਦਾ ਹੈ ਕਿ ਹੁਣ ਪਹਿਲਾਂ ਵਾਲੀ ਗੱਲ ਨਹੀਂ, ਉਹ ਇਕੱਲੇ ਬੈਠੇ ਬਹੁਤ ਘਾਟਾਂ ਪੂਰੀਆਂ ਕਰ ਦਿੰਦੇ ਸੀ, ਹੁਣ ਸਾਰਿਆਂ ਨੂੰ ਥੋੜ੍ਹਾ ਜਿਹਾ ਵੱਧ ਜ਼ਿੰਮੇਵਾਰ ਹੋਣਾ ਪੈਣਾ। ਇਸ ਕਰਕੇ ਉਹਦਾ ਅਸਰ ਪਾਰਟੀ ਪ੍ਰਧਾਨ ਤੋਂ ਲੈ ਕੇ ਹੇਠਾਂ ਸਾਰੀ ਲੀਡਰਸ਼ਿਪ ਦੇ ਉੱਤੇ ਵੀ, ਹੇਠਾਂ ਵਰਕਰ ਦੇ ਉੱਤੇ, ਸਾਰਿਆਂ ਦੇ ਉੱਤੇ ਇੱਕ ਪੋਜ਼ਿਟਿਵ ਅਸਰ ਹੈ ਉਸ ਗੱਲ ਦਾ। ਇਹ ਅੱਛੀ ਗੱਲ ਹੈ ਕਿ ਸਾਰੇ ਮਹਿਸੂਸ ਕਰਦੇ ਆ ਕਿ ਸਾਨੂੰ ਹੁਣ ਮਿਹਨਤ ਵੀ ਵੱਧ ਕਰਨੀ ਪੈਣੀ ਹੈ, ਉਹਨਾਂ ਦੇ ਆਦਰਸ਼ਾਂ ਨੂੰ ਸਾਹਮਣੇ ਰੱਖ ਕੇ ਤੇ ਅੱਗੇ ਵਧਣਾ ਪੈਣਾ। ਉਹਦੇ ਵਾਸਤੇ ਆਪਸੀ ਡਿਫਰੈਂਸਸ ਵੀ ਦੂਰ ਕਰਨੇ ਪੈਣੇ ਆ, ਤਾਂ ਹੀ ਜਾ ਕੇ ਫਿਰ ਜਿਹੜਾ ਅਸੀਂ ਪਾਰਟੀ ਨੂੰ ਉੱਪਰਲੇ ਪਾਸੇ ਲੈ ਕੇ ਜਾ ਸਕਾਂਗੇ। ਇਸ ਕਰਕੇ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਮੈਨੂੰ ਲੱਗਦਾ ਹੈ ਕਿ ਸਾਰਿਆਂ ਦੇ ਵਿੱਚ ਉਹਨਾਂ ਦੇ ਜਾਣ ਤੋਂ ਬਾਅਦ ਜ਼ਰੂਰ ਹੈ। ਜੀ ਚੀਮਾ ਸਾਹਿਬ, ਜਦੋਂ ਕੋਈ ਪਾਰਟੀ ਸਿਆਸੀ ਤੌਰ ਤੇ ਘਾਟੇ 'ਚ ਜਾਂਦੀ ਹੈ ਤੇ ਅਸੀਂ ਆਸ ਕਰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੀਹੋਂ ਲਿਥਿਆ, ਸੀਟਾਂ 3 ਹੀ ਆਈਆਂ, ਬਹੁਜਨ ਸਮਾਜ ਪਾਰਟੀ ਦੇ ਨਾਲ ਕੀਤਾ ਗੱਠਜੋੜ ਵੀ ਬਹੁਤਾ ਕਾਰਗਰ ਸਾਬਤ ਨਹੀਂ ਹੋਇਆ। ਉਹਨਾਂ ਦਾ ਜ਼ਰੂਰ 2 ਦਹਾਕਿਆਂ ਬਾਅਦ ਖਾਤਾ ਖੁੱਲਿਆ। ਅਸੀਂ ਉਮੀਦ ਕਰਦੇ ਸੀ ਕਿ ਜਨਤਕ ਤੌਰ ਦੇ ਉੱਤੇ, ਜ਼ਮੀਨੀ ਪੱਧਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਮਸਲੇ ਚੱਕੂਗਾ। ਜਿਵੇਂ ਪਹਿਲਾਂ ਦਰੀਆਂ ਦੇ ਉੱਤੇ ਬੈਠ ਕੇ ਅਕਾਲੀ ਦਲ ਦੇ ਲੀਡਰ ਜਿਹੜੇ ਨੇ ਉਹ ਆਮ ਲੋਕਾਂ ਦੇ ਵਿੱਚ ਵਿਚਰਦੇ ਸੀ, ਅਕਾਲੀ ਦਲ ਜੜ੍ਹਾਂ ਵੱਲੋਂ ਤੁਰੇਗਾ ਦੁਬਾਰਾ।
ਪਰ ਗੱਲ ਗੱਠ ਜੁੜਦੀ ਤੁਰ ਪਈ। ਹਾਲਾਂਕਿ ਠੀਕ ਹੈ, ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ, ਤੁਸੀਂ ਵੀ ਆਖਿਆ ਕਿ ਇਹ ਮੀਡੀਆ ਦੀ ਉਪਜ ਹੈ, ਪਰ ਗੱਠ ਜੁੜ ਕਈ ਵਾਰੀ ਲੱਗਦਾ ਹੁੰਦਾ ਕਿ ਉਹ ਬਾਈਪਾਸ ਜਿਹਾ ਹੈ ਕਿ ਭਾਈ ਠੀਕ ਹੈ, ਕੋਈ ਘਾਟਾ ਪਿਆ ਤੇ ਕਿਸੇ ਪਾਸਿਓਂ ਆਪਾਂ ਲਾਹਾ ਲੈ ਲਈਏ। ਕੀ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਵਿੱਚ ਜਾ ਕੇ ਆਪਦੀਆਂ ਚਾਹੇ ਕਮਜ਼ੋਰੀ ਪਤਾ ਕਰਨ ਦੀ ਗੱਲ ਹੋਵੇ, ਚਾਹੇ ਲੋਕਾਂ ਦੀ ਸਮੱਸਿਆ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦੀ ਗੱਲ ਹੋਵੇ, ਉਧਰਲੇ ਪਾਸੇ ਨੂੰ ਤੁਰ ਰਿਹਾ ਹੈ, ਜਾਂ ਜਿਵੇਂ ਅੱਜ ਕੱਲ੍ਹ ਪਾਰਟੀਆਂ ਬਹੁਤੀਆਂ ਕਰਦੀਆਂ ਕਿ ਪ੍ਰੈਸ ਕਾਨਫਰੰਸ ਜਾਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਾ ਦਿਓ ਜਾਂ ਪ੍ਰੈਸ ਨੋਟ ਭੇਜ ਦਿਓ, ਜਾਂ ਫਿਰ ਅਜੇ ਤੱਕ ਸਰਗਰਮੀ ਉੱਥੇ ਤੱਕ ਹੀ ਸੀਮਤ ਹੈ ਜੀ? ਜੇਕਰ ਸਾਡੇ ਤਾਂ ਇਸ ਗੱਲੋਂ ਪਰਮਾਤਮਾ ਦੀ ਮਿਹਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਪੁਰਾਣੀ ਪਾਰਟੀ ਹੈ, ਹੇਠਾਂ ਹਰ ਪਿੰਡ ਤੱਕ ਬੂਥ ਤੱਕ ਬੜੀ ਸਟਰੋਂਗ ਲੀਡਰਸ਼ਿਪ ਸਾਡੇ ਵਰਕਰ ਅੱਜ ਵੀ ਉਸੇ ਤਰ੍ਹਾਂ ਥੱਲੇ ਤੱਕ ਬੈਠੇ। ਔਰ ਇਹ ਨਹੀਂ ਹੈ ਕਿ ਸਾਡਾ ਵਰਕਰ ਕੋਈ ਉਸ ਵੇਲੇ ਪਿੱਛੇ ਹਟਿਆ ਸੀ। ਜਦੋਂ ਪਾਰਟੀ ਥੱਲੇ ਆਈ, ਵਰਕਰ ਨੇ ਉਦੋਂ ਵੀ ਚੜ੍ਹਦੀ ਕਲਾ ਦੇ ਵਿੱਚ ਕੰਮ ਕੀਤਾ ਸੀ, ਲੀਡਰਸ਼ਿਪ ਨੇ ਵੀ ਚੜ੍ਹਦੀ ਕਲਾ ਦੇ ਵਿੱਚ ਕੰਮ ਕੀਤਾ ਸੀ। ਪਰ ਇਹ ਜ਼ਰੂਰ ਹੈ ਕਿ ਜਿੰਨਾ ਵੱਡਾ ਔਨਸਲਾਟ ਸਾਡੇ ਖਿਲਾਫ ਕੂੜ ਪ੍ਰਚਾਰ ਜਿਸ ਪੱਧਰ ਦੇ ਉੱਤੇ ਬਣਿਆ, ਚਾਹੇ ਉਹ ਧਾਰਮਿਕ ਪੱਧਰ ਦੇ ਉੱਤੇ ਮੁੱਦੇ ਬਣੇ, ਚਾਹੇ ਉਹ ਨਸ਼ਿਆਂ ਨੂੰ ਬੜਾ ਵਧਾ ਚੜਾ ਕੇ ਔਰ ਵੱਖਰੀ ਇੱਕ ਸਾਜ਼ਿਸ਼ ਤਹਿਤ ਪੇਸ਼ ਕੀਤਾ ਗਿਆ, ਇਸ ਤਰ੍ਹਾਂ ਦੇ ਜਿਹੜੇ ਸੋਸ਼ਲ ਮੀਡੀਆ ਦੇ ਵਿੱਚ ਨਵੇਂ ਸਿਰਿਓਂ ਆ ਕੇ ਕੇਜਰੀਵਾਲ ਨੇ, ਭਗਵੰਤ ਮਾਨ ਨੇ, ਬਾਕੀ ਇਹਨਾਂ ਦੀ ਸਾਰੀ ਜਿਹੜੀ ਨਵੀਂ ਟੀਮ ਇਸ ਗੱਲ ਦੇ ਵਿੱਚ ਉਸ ਵੇਲੇ ਮਾਹਿਰ ਸੀ, ਜੋ ਕੁਝ ਇਹਨਾਂ ਨੇ ਯੂਥ ਦੇ ਮਨ ਦੇ ਵਿੱਚ ਪਾ ਦਿੱਤਾ ਜੀ, ਉਹ ਨਾ ਤਾਂ ਉਹ ਅਸਲੀਅਤ ਸੀ, ਔਰ ਜੋ ਕੁਝ ਇਹਨਾਂ ਨੇ ਆਪ ਲੋਕਾਂ ਨੂੰ ਕਮਿਟ ਕੀਤਾ ਨਾ ਉਹ ਹੀ ਸਾਨੂੰ ਪਤਾ ਸੀ ਕਿ ਕਿਸੇ ਤਰੀਕੇ ਪੂਰੀ ਹੋ ਸਕਦੀ ਹੈ। ਇਸ ਕਰਕੇ ਹੁਣ ਥੋੜੇ ਦੇਰ ਬਾਅਦ ਪਾਰਟੀ ਤਾਂ ਹੇਠਾਂ ਉਸੇ ਤਰ੍ਹਾਂ ਹੀ ਲੋਕਾਂ ਦੇ, ਕਿਉਂਕਿ ਪਾਰਟੀ ਹਰ ਪੱਧਰ ਤੇ ਵਿਚਰਦੀ ਹੈ, ਸਮਾਜਿਕ ਪੱਧਰ ਤੇ ਵੀ ਵਿਚਰਦੀ ਹੈ, ਧਾਰਮਿਕ ਪੱਧਰ ਤੇ ਵੀ ਵਿਚਰਦੀ ਹੈ। ਰੋਜ਼ ਜਿਹੜੇ ਲੋਕਾਂ ਦੇ ਪਿੰਡ ਪੱਧਰ ਦੇ ਕੰਮ ਹੁੰਦੇ ਆ, ਪਰਿਵਾਰਾਂ ਦੇ ਨਾਲ ਖੜਨਾ, ਨਿੱਕੇ ਨਿੱਕੇ ਗੱਲਾਂ ਸਮਝੌਤਿਆਂ ਦੇ ਵਿੱਚ ਖੜਨਾ, ਹਰ ਪੱਧਰ ਦੇ ਉੱਤੇ ਪਾਰਟੀ ਉਸੇ ਤਰ੍ਹਾਂ ਕਾਇਮ ਹੈ। ਪਰ ਹੁਣ ਨਾਲ ਇਹ ਹੈ ਕਿ ਦੋਨੇ ਪੱਖ ਜਿਹੜੇ ਝੂਠਦੇ ਆ ਉਹ ਹੌਲੀ ਹੌਲੀ, ਕੁਦਰਤੀ ਗੱਲ ਹੈ, ਉਹ ਚੀਜ਼ਾਂ ਨੰਗੀਆਂ ਹੋਣੀਆਂ ਸ਼ੁਰੂ ਹੋ ਗਈਆਂ। ਭਈ ਜੋ ਕੁਝ ਕਿਹਾ ਗਿਆ ਸੀ, ਨਸ਼ਿਆਂ ਦਾ ਹੀ ਸਭ ਤੋਂ ਵੱਧ ਗੰਦਾ ਪ੍ਰਚਾਰ ਕੀਤਾ ਗਿਆ ਸੀ, ਉਹ ਹੁਣ ਇਸ ਵੇਲੇ ਜੋ ਹਾਲਤ ਹੈ, ਮੈਂ ਤਾਂ ਕਹਿੰਦਾ ਨਹੀਂ ਚੰਗਾ ਲੱਗਦਾ, ਕਿਉਂਕਿ ਇੱਥੇ ਰਾਜਨੀਤੀ ਕਰਨੀ ਵੀ ਨਹੀਂ ਚਾਹੀਦੀ। ਤੇ ਜੋ ਹਾਲਤ ਇਸ ਵੇਲੇ ਆ ਵੀ ਗਵਰਨਰ ਸਾਹਿਬ ਕਹਿੰਦੇ ਆ ਵੀ ਕਰਿਆਨੇ ਦੀਆਂ ਦੁਕਾਨਾਂ ਤੱਕ ਪਹੁੰਚ ਗਿਆ ਤੇ ਸਕੂਲਾਂ ਤੱਕ ਪਹੁੰਚ ਗਿਆ, ਤੇ ਮੇਰੇ ਤਾਂ ਕਹਿਣ ਦੀ ਗੱਲ ਛੱਡੋ, ਕੋਈ ਆਪੋਜੀਸ਼ਨ ਵਾਲਾ ਕਵੇ ਤੇ ਫਿਰ ਵੀ ਗੱਲ ਹੈ। ਦੂਜੀ ਜਿਹੜੀ ਗੱਲ ਇਹਨਾਂ ਨੇ ਧਾਰਮਿਕ ਖੇਤਰ ਦੇ ਵਿੱਚ ਬਣਾਈ ਸੀ, ਉਹਦੇ ਵੀ ਹੁਣ ਨਤੀਜੇ ਆਪਣੇ ਆਪ ਅਦਾਲਤਾਂ 'ਚ ਸਾਹਮਣੇ ਆਈ ਜਾਂਦੇ ਕਿ ਜਦੋਂ ਅਸੀਂ ਕਹਿੰਦੇ ਸੀ ਕਿ ਕੋਈ ਅਫਸਰ ਸਾਜ਼ਿਸ਼ ਰਚ ਰਿਹਾ ਜਿਹੜੀ ਹੈ ਉਸ ਵੇਲੇ ਕਾਂਗਰਸ ਪਾਰਟੀ ਦੇ ਨਾਲ ਰਲ ਕੇ, ਤੇ ਅੱਜ ਜਿਹੜੇ ਕਚਹਿਰੀਆਂ 'ਚ ਭੁਗਤ ਰਹੇ ਆ, ਸਾਡੇ ਤਾਂ ਹੈ ਨਹੀਂ, ਉਹੀ ਗਵਾਹ ਜਿਹੜੇ ਖੜੇ ਆ ਹੁਣ ਉਹਦੇ ਖਿਲਾਫ ਅਦਾਲਤਾਂ ਦੇ ਵਿੱਚ ਬਿਆਨ ਦੇ ਰਿਹਾ ਵੀ ਇਸ ਅਫਸਰ ਨੇ ਸਾਡਾ ਸਾਰਾ ਕੰਮ ਖਰਾਬ ਕੀਤਾ, ਇਹਨੇ ਸਾਨੂੰ ਜਾਣਬੁੱਝ ਕੇ ਭੜਕਾਇਆ ਵੀ ਤੁਸੀਂ ਇਦਾਂ ਦੇ ਬਿਆਨ ਦਿਓ। ਇਸ ਕਰਕੇ ਕੁਦਰਤ ਬੜੀ ਬਿਆਨਤਾ, ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ, ਇੱਕ ਦਿਨ ਸੱਚ ਫਿਰ ਸਿਰ ਚੜ ਕੇ ਬੋਲਦਾ। ਪਹਿਲਾਂ ਅਦਾਲਤ ਦਾ ਫੈਸਲਾ ਆਇਆ, 92 ਸਫ਼ਿਆਂ ਦੀ ਜੱਜਮੈਂਟ ਆਈ ਤੇ ਕੁੰਵਰ ਵਿਜੇ ਪ੍ਰਤਾਪ ਦੇ ਬਾਰੇ 'ਚ ਜੋ ਕੁਝ ਅਦਾਲਤ ਨੇ ਲਿਖਿਆ ਉਹਨੂੰ ਨੌਕਰੀ ਛੱਡ ਕੇ ਜਾਣਾ ਪਿਆ। ਤੇ ਅੱਜ ਹੁਣ ਉਹਨਾਂ ਹੀ ਅਦਾਲਤਾਂ ਦੇ ਵਿੱਚ ਜਿੱਥੇ ਉਹ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਸਾਰੇ ਅਕਾਲੀ ਦਲ ਨੂੰ, ਅੱਜ ਉਹਦੇ ਖਿਲਾਫ ਜਿਨ੍ਹਾਂ ਲੋਕਾਂ ਦੇ ਉਹਨੇ ਬਿਆਨ ਦਰਜ ਕੀਤੇ ਸੀ, ਉਹ ਆਪ ਜਿਹੜੇ ਆ ਹੁਣ ਤਾਂ ਸਾਡਾ ਉੱਥੇ ਕੋਈ ਪ੍ਰਭਾਵ ਨਹੀਂ, ਕੋਈ ਦਬਾਅ ਨਹੀਂ, ਕੋਈ ਸਾਡੇ ਕੋਲ ਸਰਕਾਰ ਨਹੀਂ, ਉਹ ਖੁੱਲ ਕੇ ਕਹਿ ਰਹੇ ਆ ਵੀ ਬੇੜਾ ਹੀ ਕੇਸ ਦਾ ਕਰਤਾ, ਇਸ ਕੰਮ ਕੀਤਾ ਕਿ ਅਸਲੀ ਪਾਸੇ ਤਾਂ ਹੈ ਹੀ ਨਹੀਂ ਸੀ, ਇਹ ਤਾਂ ਅਕਾਲੀ ਦਲ ਦੇ ਖਿਲਾਫ ਉਸ ਵੇਲੇ ਜਿਹੜਾ ਉਹ ਸਾਰਿਆਂ ਨੂੰ ਲੱਗਿਆ ਸੀ ਸਾਜ਼ਿਸ਼ ਰਚਣ ਵਾਸਤੇ ਬਤੌਰ ਅਫਸਰ ਵੀ ਤੁਸੀਂ ਬਿਆਨ ਦੇ ਦਿਓ, ਤੁਸੀਂ ਬਿਆਨ ਦੇ ਦਿਓ, ਤੁਸੀਂ ਬਿਆਨ ਦੇ ਦਿਓ, ਕਿਉਂਕਿ ਪਿੱਛੇ ਕਾਂਗਰਸ ਪਾਰਟੀ ਦੀ ਉਹਨੂੰ ਸੀ ਵੀ ਕਿਸੇ ਤਰੀਕੇ ਉਹਨਾਂ ਦਾ ਨਾਂ ਪਾਉਣਾ ਵਿੱਚ। ਇਸ ਕਰਕੇ ਕੁਝ ਚੀਜ਼ਾਂ ਕੁਦਰਤੀ ਹੁੰਦੀਆਂ, ਸਮਾਂ ਜ਼ਰੂਰ ਲੱਗਦਾ, ਪਰ ਕੁਝ ਚੀਜ਼ਾਂ ਕੁਦਰਤੀ ਹੁੰਦੀਆਂ ਨੇ ਕਿ ਨਾ ਤਾਂ ਜਿਹੜਾ ਉਹਨਾਂ ਨੇ ਲੋਕਾਂ ਨੂੰ ਵਾਅਦਾ ਕੀਤਾ ਸੀ, ਨੌਜਵਾਨਾਂ ਨੂੰ ਵਾਅਦਾ ਕੀਤਾ ਸੀ, ਉਹ ਕੋਈ ਵਾਅਦਾ ਪੂਰਾ ਹੋਣ ਵਾਲਾ ਸੀ, ਕਿਉਂਕਿ ਸਟੇਟ ਦਾ ਬਜਟ ਉਹੀ ਹੈ, ਤੇ ਨਾ ਜਿਹੜਾ ਉਹਨਾਂ ਨੇ ਇੰਨਾ ਝੂਠ ਬੋਲਿਆ ਸੀ ਉਹਦੇ ਵਿੱਚੋਂ ਹੀ ਕੋਈ ਅੱਜ ਤੱਕ ਚੀਜ਼ ਸਾਬਤ ਕਰ ਸਕੇ। ਇਸ ਕਰਕੇ ਹੁਣ ਧਾਰਮਿਕ ਖੇਤਰ ਤੇ ਵੀ ਲੋਕਾਂ ਨੇ ਪੁੱਛਣਾ ਵੀ ਦੱਸੋ ਫਿਰ ਹੁਣ ਕਾਂਗਰਸ ਦੀ ਰਾਜ ਰਹਿ ਗਈ, ਕਾਂਗਰਸ ਕੋਲ ਇਸ ਗੱਲ ਦਾ ਹੁਣ ਜਵਾਬ ਨਹੀਂ ਹੈ, ਉਹ ਆਪਸ ਵਿੱਚ ਲੜਦੇ ਫਿਰਦੇ ਆ, ਤੇ ਇਹੀ ਹੁਣ ਹਾਲ ਇਹਨਾਂ ਦਾ ਹੋ ਜਾਣਾ ਵੀ ਲੋਕਾਂ ਨੇ ਪੁੱਛਣਾ ਵੀ ਦੱਸੋ ਐਡਾ ਵੱਡਾ ਮੁੱਦਾ ਤੁਸੀਂ ਬਣਾਇਆ ਸੀ, ਵਿੱਚੋਂ ਨਿਕਲਿਆ ਕੀ। ਤੇ ਇਹ ਗੱਲ ਜਦੋਂ ਸਾਬਤ ਹੋ ਗਈ ਵੀ ਇਹ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਦੇ ਉੱਤੇ ਰਾਜਨੀਤੀ ਹੋਈ ਹੈ, ਤੇ ਇਹਦੇ ਕਾਊਂਟਰ ਪ੍ਰੋਡਕਟਿਵ ਜਿਹੜੇ ਐਕਸ਼ਨ ਨੇ ਉਹ ਵੀ ਜ਼ਰੂਰ ਹੋਣਗੇ। ਇਸ ਕਰਕੇ ਜੋ ਜਿਹੜੀ ਹੈ ਜਿਸ ਤਰ੍ਹਾਂ ਦੀ ਕਬਰ ਕਿਸੇ ਵਾਸਤੇ ਖੋਦਦਾ ਕੋਈ ਗਲਤ ਤਰੀਕੇ ਨਾਲ, ਇੱਕ ਦਿਨ ਕਿਤੇ ਨਾ ਕਿਤੇ ਆਪ ਉਹਦੇ ਵਿੱਚ ਫਿਰ ਉਹ ਡਿੱਗਦਾ। ਇਸ ਕਰਕੇ ਜੋ ਸਾਜ਼ਿਸ਼ਾਂ ਰਚੀਆਂ ਗਈਆਂ ਸੀ, ਸਾਜ਼ਿਸ਼ਾਂ ਵਾਲੀ ਰਾਜਨੀਤੀ ਇੰਨੀ ਕੁ ਦੇਰ ਤੱਕ ਹੀ ਚੱਲਦੀ ਹੁੰਦੀ ਜੀ, ਜਿਹੜੀ ਅਸਲੀਅਤ ਹੈ ਉਹਨੂੰ ਥੋੜਾ ਜਿਹਾ ਟਾਈਮ ਲੱਗ ਸਕਦਾ ਸਾਹਮਣੇ ਆਉਣ 'ਚ। ਇਸ ਕਰਕੇ ਸਾਜ਼ਿਸ਼ ਸੀ ਇੱਕ ਪੰਜਾਬ ਦੇ ਵਿੱਚ, ਔਰ ਉਹਦਾ ਬੜਾ ਵੱਡਾ ਖਮਿਆਜਾ ਇਸ ਵੇਲੇ ਪੰਜਾਬ ਭੁਗਤ ਰਿਹਾ ਕਿ ਟੋਟਲ ਲਾਲੈਸਨੈਸ ਹੈ। ਹੁਣ ਇੱਥੇ ਕੌਣ ਹੈ ਪੰਜਾਬ ਦਾ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰ ਰਿਹਾ?
ਕੋਈ ਹੈ ਮਾਹੌਲ ਇੱਥੇ ਵੀ ਕੋਈ ਇੰਡਸਟਰੀ ਲਾ ਲਵੇ, ਕੋਈ ਵਪਾਰ ਕਰ ਲਵੇ? ਬੱਚੇ ਸਾਰੇ ਵਿਦੇਸ਼ਾਂ ਦੇ ਪਾਸੇ ਨੂੰ ਦਿਨ ਰਾਤ ਭੱਜੇ ਹੋਏ ਆ, ਕਾਲਜ ਬੰਦ ਹੋ ਰਹੇ ਆ, ਇੰਜੀਨੀਅਰਿੰਗ ਕਾਲਜ ਬੰਦ ਹੋ ਰਹੇ ਆ, ਸਕੂਲਾਂ ਦਾ ਮੰਦਾ ਹਾਲ ਹੋ ਗਿਆ। ਤੇ ਕਿੱਡੇ ਕਿੱਡੇ ਵੱਡੇ ਸਬਜ਼ ਬਾਗ ਦਿਖਾਏ ਉਦੋਂ, ਕੋਈ ਦਿੱਲੀ ਮਾਡਲ ਦੇ, ਦੂਜੇ ਮਾਡਲ ਦੇ, ਤੇ ਹੁਣ ਅੰਕੜੇ ਜਿਹੜੇ ਐਜੂਕੇਸ਼ਨ ਦੇ ਉਹ ਕੀ ਦੱਸਦੇ ਪਏ ਆ ਕਿ 17% ਬੱਚੇ ਜਿਹੜੇ ਸਕੂਲ ਤੋਂ ਬਾਹਰ ਹੋ ਰਹੇ ਆ। ਇਹ ਚੀਜ਼ਾਂ ਜਿਹੜੀਆਂ ਹੈ ਨੇ, ਇਹ ਮੈਂ ਇਹੀ ਕਹਿੰਦਾ ਕਿ ਅਸਲੀਅਤ ਹੀ ਰਹਿੰਦੀ ਆ। ਹੁਣ ਲੋਕੀ ਕੰਪੇਅਰ ਕਰਨ ਲੱਗੇ, ਪਹਿਲੇ ਯਾਰ ਉਦੋਂ ਬਾਦਲ ਸਾਹਿਬ ਦੇ ਟਾਈਮ ਤੇ ਤਾਂ ਫਿਰ 1000 ਗੁਣਾ ਚੀਜ਼ਾਂ ਚੰਗੀਆਂ ਸੀ, ਆਹ ਚੰਗੀ ਸੀ, ਆਹ ਚੰਗੀ ਸੀ। ਉਹਨਾਂ ਚੀਜ਼ਾਂ ਦਾ ਹੁਣ ਆਪਣੇ ਆਪ ਹੀ ਮੁੱਲ ਪੈਣ ਲੱਗ ਗਿਆ। ਚੀਮਾ ਸਾਹਿਬ, ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਥੋੜਾ ਜਿਹਾ ਟੱਚ ਕੀਤਾ। ਉਹ ਦਾਅਵਾ ਕਰਦੇ ਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਾਹਿਬ ਤੇ ਉਹਨਾਂ ਦੇ ਸਾਥੀ ਕੈਬਨਿਟ ਦੇ ਜਿਹੜੇ ਮੰਤਰੀ ਨੇ ਕਿ ਅਸੀਂ ਪਹਿਲੀ ਵਾਰ, ਉਹ ਕਹਿੰਦੇ ਜੀ, ਪੰਜਾਬ ਦੀ ਹਿਸਟਰੀ ਦੇ ਵਿੱਚ ਟੋਲ ਪਲਾਜ਼ੇ ਬੰਦ ਕਰਕੇ ਲੋਕਾਂ ਨੂੰ ਰਾਹਤ ਦਿੱਤੀ। ਉਹ ਕਹਿੰਦੇ ਜੀ ਅਸੀਂ 600 ਯੂਨਿਟ ਬਿਜਲੀ ਮਾਫ ਕਰ ਦਿੱਤੀ। ਉਹਨਾਂ ਦਾ ਇਹ ਵੀ ਕਹਿਣਾ ਕਿ ਅਸੀਂ ਮੂੰਗੀ ਦੇ ਉੱਤੇ MSP ਦਿੱਤੀ। ਹੋਰ ਵੀ ਕਈ ਚੀਜ਼ਾਂ ਜਿਹੜੀਆਂ ਉਹ ਆਪਣੇ ਨਾਂ ਦੇ ਨਾਲ, ਨੌਕਰੀਆਂ ਤੇ ਕੱਚਿਆਂ ਨੂੰ ਪੱਕੇ ਕਰਨ ਦਾ ਉਹ ਦਾਅਵਾ ਕਰਦੇ ਆ। ਕੀ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਨਤੀਜਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਇਹਨਾਂ ਦਾਅਵਿਆਂ ਦੀ ਗਵਾਹੀ ਭਰਦਾ ਹੈ, ਜਾਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਲੋਕ ਜਲੰਧਰ ਦੇ ਵਿੱਚ ਵੀ, ਜੇ ਆਪਾਂ ਤੁਹਾਡੇ ਦਾਅਵੇ ਨੂੰ ਮੰਨ ਲਈਏ, ਕਿ ਉਸੇ ਪੱਚੇ ਚ ਆ ਗਏ? ਦੇਖੋ, ਗੱਲ ਇਹ ਹੈ ਕਿ ਪਹਿਲੀ ਤੇ ਗੱਲ ਹੈ ਜਿਹੜੀ ਸਰਕਾਰ ਦੀ, ਤੁਸੀਂ ਪ੍ਰਾਪਤੀਆਂ ਦੀ ਗੱਲ ਸ਼ੁਰੂ ਕੀਤੀ ਹੈ ਜੀ। ਹੁਣ ਟੋਲ ਪਲਾਜ਼ਾ ਬੰਦ ਹੁੰਦਾ ਹੈ ਕਿ ਜਿਹੜਾ ਅੱਜ ਤੋਂ 5 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਕੰਟਰੈਕਟ ਸੀ ਕਿਸੇ ਟੋਲ ਪਲਾਜ਼ੇ ਦਾ, ਉਹਦੀ ਤਰੀਕ ਆ ਜਾਂਦੀ ਹੈ ਤੇ ਉਹ ਬੰਦ ਹੋ ਜਾਂਦਾ ਜੀ। ਹੁਣ ਭਾਵੇਂ ਉੱਥੇ ਮੁੱਖ ਮੰਤਰੀ ਸਾਹਿਬ ਜਾਣ, ਭਾਵੇਂ ਨਾ ਜਾਣ, ਕਿਸੇ ਦੇ ਜਾਣ ਦੀ ਲੋੜ ਨਹੀਂ ਹੁੰਦੀ। ਡਿਪਾਰਟਮੈਂਟ ਨੇ ਜਿਹੜਾ ਆਪਣਾ ਆਰਡਰ ਕੱਢ ਦੇਣਾ ਹੁੰਦਾ ਕਿ ਇਸ ਡੇਟ ਤੱਕ, ਐਗਰੀਮੈਂਟ ਤੱਕ ਤੁਹਾਡਾ ਇੰਨੀ ਤਰੀਕ ਤੱਕ ਸੀਗੀ, ਇਸ ਡੇਟ ਨੂੰ ਇੰਨੇ ਵਜੇ ਤੁਹਾਡੀ ਰਿਕਵਰੀ ਜਿਹੜੀ ਹੈ ਉਹ ਸਮਾਪਤ ਹੋ ਗਈ। ਆਪਣੇ ਆਪ ਆਪਣਾ ਸਮਾਨ ਚੁੱਕ ਕੇ ਚਲੇ ਜਾਂਦੇ ਸੀ। ਇਹਦੇ ਚ ਮੈਨੂੰ ਦੱਸੋ, ਦੁਨੀਆ ਦੇ ਵਿੱਚ ਕੋਈ ਇਹੋ ਜਿਹੀ ਹੈ ਕਿ ਕੰਟਰੈਕਟ ਖਤਮ ਹੋ ਜਾਏ ਤੇ ਉਸ ਤੋਂ 1 ਘੰਟਾ ਵੀ ਅੱਗੇ ਜਿਹੜੀ ਹੈ ਕੋਈ ਚੀਜ਼ ਚੱਲ ਸਕੇ? ਤੇ ਫਿਰ ਇੰਨੇ ਕਰੋੜਾਂ ਰੁਪਏ ਇਸ਼ਤਿਹਾਰ ਦੇ ਕੇ ਤੇ ਇੰਨਾ ਉੱਥੇ ਮੁੱਖ ਮੰਤਰੀ ਸਾਹਿਬ ਦੇ ਆਉਣ ਜਾਣ ਦਾ ਖਰਚਾ ਕਰਕੇ ਤੇ ਅਸੀਂ ਕਿਹੜੀ ਜਿਹੜੀ ਹੈ ਪੰਜਾਬ ਦੀ ਸੇਵਾ ਕਰ ਰਹੇ ਹਾਂ, ਕਿਹੜੀ ਦੇਸ਼ ਦੀ ਸੇਵਾ ਕਰ ਰਹੇ ਹਾਂ? ਇੱਕ ਡਰਾਮਾ ਕਰ ਰਹੇ ਹਾਂ। ਹਾਂ, ਮੈਂ ਇਸ ਗੱਲ ਤੇ ਸਹਿਮਤ ਹਾਂ ਕਿ ਜੇ ਮੁੱਖ ਮੰਤਰੀ ਸਾਹਿਬ ਨੂੰ ਇਹ ਲੱਗਦਾ ਕਿ ਟੋਲ ਪਲਾਜ਼ਾ ਨਹੀਂ ਹੋਣਾ ਚਾਹੀਦਾ, ਇੱਕ ਪਾਲਿਸੀ ਹੁੰਦੀ ਹੈ ਗਵਰਨਮੈਂਟ ਦੀ, ਉਹਨਾਂ ਦੀ ਪਾਲਿਸੀ ਇਹ ਜੇ ਹੈ ਕਿ ਟੋਲ ਪਲਾਜ਼ਾ ਨਹੀਂ ਹੋਣੇ ਚਾਹੀਦੇ, ਤੇ ਜਿੰਨੇ ਪੰਜਾਬ ਦੇ ਟੋਲ ਪਲਾਜ਼ਾ ਨੇ ਅੱਜ ਇੱਕ ਨੋਟੀਫਿਕੇਸ਼ਨ ਕਰਕੇ ਗਵਰਨਮੈਂਟ ਸਾਰੇ ਬੰਦ ਕਰ ਸਕਦੀ ਹੈ। ਜਿਹੜੀ ਉਹਨਾਂ ਦੀ ਪੈਂਡਿੰਗ ਡਿਊਜ਼ ਹੈ ਉਹਨਾਂ ਨੂੰ ਪੇ ਕਰ ਦਿਓ। ਇਹ ਕੋਈ ਔਖਾ ਕੰਮ ਨਹੀਂ ਸਰਕਾਰ ਵਾਸਤੇ। ਸਰਕਾਰ ਕਰਨਾ ਚਾਹਵੇ, ਸਰਕਾਰ ਦੀ ਆਪਣੀ ਵਿਲ ਹੈ ਕਿ ਜੇ ਸਰਕਾਰ ਕੋਲੇ ਬਜਟ ਇੰਨਾ, ਫੰਡਸ ਇੰਨੇ ਸਰਪਲਸ ਹੈ ਨੇ, ਸੜਕਾਂ ਆਪ ਮੇਨਟੇਨ ਕਰ ਸਕਦੀ ਹੈ। ਤੇ ਇਹ ਕੋਈ ਬਹੁਤ ਵੱਡਾ ਕੰਮ ਨਹੀਂ ਹੈ। ਤੁਸੀਂ ਭਾਵੇਂ ਕਿਸੇ ਦਾ 5 ਸਾਲ ਰਹਿੰਦਾ, ਭਾਵੇਂ 4 ਸਾਲ ਰਹਿੰਦਾ, ਭਾਵੇਂ 3 ਸਾਲ ਰਹਿੰਦਾ, ਭਾਵੇਂ 2 ਸਾਲ ਰਹਿੰਦੇ, ਤੁਹਾਡੇ ਕੋਲੇ ਡੇਲੀ ਦੀ ਫਿਗਰ ਹੁੰਦੀ ਹੈ। ਤੁਸੀਂ ਇੱਕ ਆਰਡਰ ਕਰਕੇ ਇੱਥੇ ਬੈਠਿਆਂ ਸਾਰੇ ਪੰਜਾਬ ਦੇ ਟੋਲ ਪਲਾਜ਼ੇ ਬੰਦ ਕਰ ਦਿਓ, ਜੋ ਉਹਨਾਂ ਦਾ ਡਿਊ ਹੈ ਐਜ਼ ਪਰ, ਉਹ ਤੁਸੀਂ ਉਹਨਾਂ ਨੂੰ ਪੇ ਕਰ ਦਿਓ, ਝਗੜਾ ਖਤਮ ਹੋ ਜਾਏਗਾ। ਫਿਰ ਤਾਂ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਾਂਗਾ ਕਿ ਤੁਸੀਂ ਪਾਲਿਸੀ ਜਿਹੜੀ ਹੈ ਕਿ ਲੋਕ ਪੱਖੀ ਜਾਂਦੀ, ਕਿ ਤੁਸੀਂ ਲੋਕਾਂ ਤੇ ਬੋਝ ਨਹੀਂ ਪਾ ਰਹੇ, ਤੁਸੀਂ ਹੋਰ ਸੋਰਸਿਸ ਤੋਂ ਪੈਸਾ ਲਿਆ ਕੇ ਸੜਕਾਂ ਬਣਾ ਰਹੇ ਹੋ, ਤੇ ਫਿਰ ਤਾਂ ਮੈਂ ਉਹਨਾਂ ਦੀ ਆਪ ਜਾ ਕੇ ਤਾਰੀਫ ਕਰਾਂਗਾ ਜੀ। ਪਰ ਜਿਹੜੀ ਚੀਜ਼ ਬੰਦ ਹੋਣੀ ਹੈ ਉਹਦੇ ਤੇ ਮੈਂ ਇੰਨੇ ਕਰੋੜ ਰੁਪਈਆ ਇਸ਼ਤਿਹਾਰਾਂ ਤੇ ਲਾ ਰਿਹਾ। ਇਹ ਸੜਕ ਬਾਅਦ ਚ 5 ਸਾਲ ਬਣਨੀ ਨਹੀਂ ਹੈ ਮੈਨੂੰ ਪਤਾ, ਤੇ ਫਿਰ ਮੈਂ ਕਾਹਦੀ ਇਹ ਸੇਵਾ ਹੋਏਗੀ ਪੰਜਾਬ ਦੀ? ਦੱਸੋ ਵੀ ਇਹ ਇੱਕ ਗੁੰਮਰਾਹਕੁਨ ਜਿਹੜਾ ਨੀਤੀ ਤੋਂ ਸਿਵਾਏ ਇਹਨੂੰ ਕਿਵੇਂ ਤੁਸੀਂ ਐਕਸਪਲੇਨ ਕਰ ਸਕਦੇ ਹੋ? ਤੁਸੀਂ ਚੰਗੇ ਦੇਸ਼ਾਂ 'ਚ ਬੈਠੇ ਹੋ, ਤੁਸੀਂ ਦੱਸੋ ਵੀ ਟੋਲ ਪਲਾਜ਼ਾ ਏਦਾਂ ਬੰਦ ਕਰਨ ਦੀ ਜ਼ਰੂਰਤ ਹੈ? ਜਿਹਦੀ ਡੇਟ ਖਤਮ ਹੋ ਗਈ ਉੱਥੇ ਕੋਈ ਰਿਕਵਰੀ ਕੰਪਨੀ ਕਰ ਸਕਦੀ ਹੈ? ਤੇ ਉੱਥੇ ਜਾ ਕੇ ਅਸੀਂ ਡਰਾਮਾ ਕਰਦੇ ਹਾਂ, ਉੱਥੇ ਜਾ ਕੇ ਲਾਈਵ ਕਰਦੇ ਹਾਂ, ਉੱਥੇ ਜਾ ਕੇ ਫੰਕਸ਼ਨ ਕਰਦੇ ਹਾਂ, ਉਹਦੇ ਖਰਚੇ ਪੈ ਰਹੇ ਆ, ਉਹਨੇ ਜਿਹਦੇ ਪਿੰਡ ਦੀ ਲਿੰਕ ਰੋਡ ਬਣ ਜਾਂਦੀ। ਜੇ ਇੰਨਾ ਹੀ ਅਸੀਂ ਐਥੀਕਲੀ ਚੱਲਣਾ ਤੇ ਫਿਰ ਇਹ ਕੰਮ ਸਾਨੂੰ ਕਰਨ ਦੀ ਜ਼ਰੂਰਤ ਕੀ ਹੈ? ਦੂਜੀ ਗੱਲ ਹੈ, ਤੁਸੀਂ ਕਿੰਨੇ ਵਾਰੀ ਜਿਹੜੇ ਆ ਕੱਚੇ ਪੱਕੇ ਕਰਨ ਦੀ ਗੱਲ ਕਰ ਦਿੱਤੀ, 36000 ਪੱਕੇ ਕਰ ਦਿੱਤੇ, ਦੂਜੇ ਕਰ ਦਿੱਤੇ। ਆ ਥੋੜੇ ਦਿਨ ਪਹਿਲਾਂ ਅਧਿਆਪਕਾਂ ਦਾ ਕਿਹਾ ਸੀ ਪੱਕੇ ਕਰ ਦਿੱਤੇ। ਜੇ ਪੱਕੇ ਕਰ ਦਿੱਤੇ ਤੇ ਉਦੋਂ ਬਾਅਦ 5 ਦਿਨਾਂ ਬਾਅਦ ਪਿੰਡ ਬੁਲਾ ਕੇ ਤੇ ਉਹਨਾਂ ਵਿਚਾਰਿਆਂ ਦੀ ਕੋਈ ਹੱਡ ਪੈਰ ਛੱਡਿਆ ਤੁਸੀਂ ਵੀ ਜਿੱਥੇ ਡਾਂਗਾ ਨਹੀਂ ਮਾਰੀਆਂ? ਜੇ ਤੁਸੀਂ ਪੱਕੇ ਕਰ ਦਿੱਤੇ, ਮੈਨੂੰ ਦੀ ਗੱਲ ਮੰਨ ਲਓ, ਪੱਕੇ ਹੋ ਗਏ, ਤੇ ਫਿਰ ਵਿਚਾਰਿਆਂ ਨੂੰ ਕੁੱਟ ਖਾਣ ਜਾਣ ਦੀ ਕੀ ਲੋੜ ਸੀ? ਜੀ, ਐਲਾਨ ਗਲਤ ਹੁੰਦੇ ਆ ਕਿਉਂਕਿ ਗੁੰਮਰਾਹਕੁਨ ਪ੍ਰਚਾਰ ਕੀਤਾ ਜਾਂਦਾ। 750 ਕਰੋੜ ਰੁਪਈਆ ਤੁਸੀਂ ਇਸ਼ਤਿਹਾਰਾਂ ਦੇ ਉੱਤੇ ਜਿਹੜਾ ਲੋਕਾਂ ਦਾ ਪੈਸਾ ਖਰਚ ਰਹੇ ਹੋ, ਉਹਨਾਂ ਨਾਲ ਇਸ਼ਤਿਹਾਰਾਂ ਦਾ ਪੰਜਾਬ ਨਾਲ ਕੋਈ ਮਤਲਬ ਨਹੀਂ। ਦੂਜੇ ਸੂਬਿਆਂ ਦੇ ਵਿੱਚ ਉੱਥੇ ਦੇ ਚੈਨਲਾਂ ਨੂੰ, ਉੱਥੇ ਦੀਆਂ ਅਖਬਾਰਾਂ ਨੂੰ ਤੁਸੀਂ ਕੇਜਰੀਵਾਲ ਦੀ ਪਬਲਿਸਿਟੀ ਵਾਸਤੇ ਇਸ਼ਤਿਹਾਰ ਦੇ ਰਹੇ ਹੋ, ਤੇ ਕਿੰਨੀ ਕੁ ਅੱਛੀ ਪਾਲਿਸੀ ਹੈ। ਕੇਜਰੀਵਾਲ ਸਾਹਿਬ ਨੇ ਦੇਸ਼ ਨੂੰ ਸਾਫ਼ ਸੁਥਰੀ ਰਾਜਨੀਤੀ ਦਾ ਇੱਕ ਵਾਅਦਾ ਕੀਤਾ ਸੀ, ਤੁਸੀਂ ਯਾਦ ਕਰੋ। ਇਹ ਕਹਿੰਦੇ ਸੀ ਮੈਨੂੰ ਗੱਡੀ ਵੀ ਨਹੀਂ ਚਾਹੀਦੀ। ਇਹਨਾਂ ਨੇ ਪੁਰਾਣੀ ਨੀਲੇ ਜਿਹੇ ਰੰਗ ਦੀ ਗੱਡੀ ਰੱਖੀ ਹੁੰਦੀ ਸੀ, ਕਹਿੰਦੇ ਗੱਡੀ ਨਹੀਂ ਚਾਹੀਦੀ ਮੈਨੂੰ ਸਿਕਿਉਰਿਟੀ ਨਹੀਂ ਚਾਹੀਦੀ।
ਅੱਜ ਦੁਨੀਆ ਦੇ ਵਿੱਚ ਸਭ ਤੋਂ ਮਹਿੰਗਾ ਘਰ ਕਿਹੜੇ ਮੁੱਖ ਮੰਤਰੀ ਦਾ ਬਣਿਆ? 170 ਕਰੋੜ ਰੁਪਇਆ ਲੱਗ ਕੇ ਅਰਵਿੰਦ ਕੇਜਰੀਵਾਲ ਦਾ। ਹੁਣ ਦੇਖੋ ਨਾ ਵੀ ਤੁਸੀਂ ਤੇ ਜਿਉਂਦੇ ਜੀ ਆਪਣੇ ਤਾਜ ਮਹਿਲ ਬਣਾਈ ਜਾਂਦੇ ਹੋ ਤੇ ਤੁਸੀਂ ਦੂਜਿਆਂ ਨੂੰ ਗੱਲਾਂ ਕਰਦੇ ਸੀ ਵੀ ਆਹ ਨਹੀਂ ਹੋਣਾ ਚਾਹੀਦਾ, ਆਹ ਨਹੀਂ ਹੋਣਾ ਚਾਹੀਦਾ। ਇੱਕ ਮੁੱਖ ਮੰਤਰੀ ਦਾ ਘਰ, ਉਹ ਪਹਿਲਾਂ ਵੀ ਮੁੱਖ ਮੰਤਰੀ ਦਾ ਘਰ ਸੀ, ਚਲੋ ਤੁਸੀਂ ਉਹਦੀ ਰੈਨੋਵੇਸ਼ਨ ਰੂਟੀਨ ਦਾ ਕੰਮ ਹੁੰਦਾ, ਜ਼ਿਆਦਾ ਯੂਜ਼ ਹੁੰਦਾ, ਪਬਲਿਕ ਦਾ ਆਉਣ ਜਾਣ ਹੁੰਦਾ, ਕੋਈ ਤੁਸੀਂ 10 ਲੱਖ 20 ਲੱਖ 50 ਲੱਖ ਰੈਨੋਵੇਸ਼ਨ ਤੇ ਲਾ ਲਿਆ ਤਾਂ ਮੰਨਦੇ ਆ ਕਿ ਉਹ ਸਟੇਟ ਦਾ ਘਰ ਹੁੰਦਾ, ਉੱਥੇ ਤੁਸੀਂ ਲਾ ਲਓ, ਕਰੋੜ ਲਾ ਲਓ, 2 ਲਾ ਲਓ। 170 ਕਰੋੜ ਰੁਪਈਆ ਆਮ ਆਦਮੀ ਦੀ ਸਰਕਾਰ ਤੇ ਉਹਦੇ ਤੇ ਰੈਨੋਵੇਸ਼ਨ ਤੇ ਲੱਗ ਰਿਹਾ। ਮੈਨੂੰ ਦੱਸੋ ਵੀ ਇਹ ਕੀ ਕਹਿਣੀ ਤੇ ਕਥਨੀ ਦੇ ਵਿੱਚ ਕੋਈ ਫਰਕ ਨਹੀਂ ਹੈ? ਹੁਣ ਇਹ ਕੱਲੇ ਬੰਦੇ ਦੀ ਸਿਕਿਉਰਿਟੀ ਗਿਣ ਕੇ ਦੱਸੇ ਹੁੰਦੇ ਸੀ ਵੀ ਇਹਦੇ ਮੈਂ 1 ਹਟਾ ਲਿਆ, ਇਹਦੇ 2 ਹਟਾ ਲਿਆ, ਸਿੱਧੂ ਮੂਸੇਵਾਲੇ ਦਾ ਵਿਚਾਰ ਦਾ ਮਰਡਰ ਹੋ ਗਿਆ ਇਸੇ ਗੱਲ ਕਰਕੇ ਵੀ ਸਿਕਿਉਰਿਟੀ ਉਹਦੀ ਘਟਾ ਕੇ ਲੀਕ ਕਰ ਦਿੱਤੀ। ਤੇ ਅੱਜ ਤੁਸੀਂ ਦੇਖੋ ਕਿ ਮੁੱਖ ਮੰਤਰੀ ਸਾਹਿਬ ਦੀ ਤੇ ਉਹਨਾਂ ਦੇ ਪਰਿਵਾਰ ਦੀ ਸਿਕਿਉਰਿਟੀ ਕਿੰਨੀ ਹੈ ਤੇ ਕੀ ਫਿਰ ਕਹਿਣੀ ਤੇ ਕਥਨੀ ਦੇ ਵਿੱਚ ਫਰਕ ਨਹੀਂ ਹੈ? ਕਿਉਂਕਿ ਅਸੀਂ ਗੱਲਾਂ ਕੀ ਕੀਤੀਆਂ ਸੀ ਵੀ ਜੇ ਤੁਹਾਨੂੰ ਜਿਹੜੀ ਹੈ ਸਿਕਿਉਰਿਟੀ ਤੋਂ ਬਿਨਾਂ ਤੁਸੀਂ ਲੋਕਾਂ 'ਚ ਨਹੀਂ ਜਾ ਸਕਦੇ, ਮੁਰਗੀ ਖਾਨਾ ਖੋਲੋ। ਤੇ ਅੱਜ ਸਾਰੇ ਮੁੱਖ ਮੰਤਰੀਆਂ ਦੇ ਰਿਕਾਰਡ ਜਿਹੜੇ ਆ ਉਹ ਤੁਸੀਂ ਤੋੜੇ ਹੋਏ ਆ ਸਿਕਿਉਰਿਟੀ ਦੇ। ਤੇ ਹੁਣ ਜਿਹੜੀ ਹੈ ਕੀ ਇਹਦੇ ਤੇ ਖਰਚਾ ਨਹੀਂ ਹੁੰਦਾ? ਕੀ ਇਹ ਲੋਕਾਂ ਦਾ ਪੈਸਾ ਨਹੀਂ ਹੈ? ਫਿਰ ਤੁਸੀਂ ਕਿੱਡੇ ਵੱਡੇ ਵਾਅਦੇ ਕੀਤੇ ਸੀ ਵੀ ਅਸੀਂ ਜਿਹੜਾ ਹੈਗਾ 20,000 ਕਰੋੜ ਰੁਪਇਆ ਦਿੱਤਾ ਤੋਂ ਲਿਆਵਾਂਗੇ, 35,000 ਕਰੋੜ ਰੁਪਇਆ ਕਰਪਸ਼ਨ ਦੇ ਵਿੱਚੋਂ ਕੱਢਾਂਗੇ, ਤੇ ਪਹਿਲੇ ਸਾਲ ਦੇ ਵਿੱਚ 42,000 ਕਰੋੜ ਰੁਪਇਆ ਪੰਜਾਬ ਦਾ ਖਜ਼ਾਨੇ ਦੇ ਉੱਤੇ ਕਰਜ਼ਾ ਹੋਰ ਚੜ ਗਿਆ। ਤੇ ਬਣਾਈ ਤੁਸੀਂ ਚੀਜ਼ ਇੱਕ ਨਹੀਂ ਤੇ ਕਰਜ਼ਾ 42,000 ਕਰੋੜ ਕਿਉਂ ਚੜ ਗਿਆ? ਜਿਹੜਾ ਬਿਜਲੀ ਬੋਰਡ ਤੇ ਚੜ ਗਿਆ ਉਹ ਵੱਖਰਾ, ਜਿਹੜੀ ਤੁਸੀਂ ਕਹਿੰਦੇ ਨਾ ਮਾਫੀ 600 ਯੂਨਿਟ 400 ਯੂਨਿਟ ਤਾਂ ਮਾਫੀ ਦੇ ਪਹਿਲਾਂ ਵੀ ਸੀ ਜੀ। 200 ਯੂਨਿਟ ਤੁਸੀਂ ਚੇਂਜ ਕੀਤੀ ਨਾ, 200 ਯੂਨਿਟ ਤੇ ਕਿੰਨਾ ਬਿਜਲੀ ਬੋਰਡ ਦੇ ਉੱਤੇ ਨਵਾਂ ਕਰਜ਼ਾ ਜਿਹੜਾ ਤੁਸੀਂ ਚੜਾਤਾ। ਕੇਂਦਰ ਸਰਕਾਰ ਨੂੰ ਆਰਡਰ ਕਰਨਾ ਪਿਆ 18,000 ਕਰੋੜ ਰੁਪਇਆ ਪੰਜਾਬ ਦੀ ਕਰਜ਼ਾ ਲਿਮਿਟ ਵਧਾਉਣ ਵਾਸਤੇ, ਕਿਉਂਕਿ ਇੰਨਾ ਜ਼ਿਆਦਾ ਕਰਜ਼ਾ ਲੈ ਗਏ ਪਹਿਲੇ ਸਾਲ 'ਚ ਹੀ ਵੀ ਜੇ ਇਹ ਹਾਲ ਰਿਹਾ ਤਾਂ ਸਟੇਟ ਕੋਲੈਪਸ ਕਰ ਦੇਗੀ। ਉਹ ਦੱਸਦੇ ਕਿਉਂ ਨਹੀਂ? ਉਹ ਫੈਕਟ ਆ ਤੇ ਉਹਨੂੰ ਦੱਸਦੇ ਕਿਉਂ ਨਹੀਂ ਲੋਕਾਂ ਨੂੰ? ਇਸ ਕਰਕੇ ਜਲੰਧਰ ਦੇ ਵਿੱਚ ਜੋ ਕੁਝ ਹੋਇਆ ਸੱਤਾ ਦਾ ਦੁਰਉਪਯੋਗ, ਉਹ ਅਸੀਂ ਪਹਿਲਾਂ ਉਹਦੇ ਤੇ ਗੱਲ ਬੜੀ ਵਾਰੀ ਕੀਤੀ ਹੈ ਕਿ ਜਦੋਂ ਕੱਲੇ ਸਰਪੰਚ ਤੋਂ ਲੈ ਕੇ ਕੱਲੇ ਮੁਲਾਜ਼ਮ ਤੱਕ ਤੁਸੀਂ ਦਬਕਾ ਮਾਰੋਗੇ ਵੀ ਜੇ ਤੇਰੇ ਪਿੰਡੋਂ ਘਟ ਗਏ ਤੇ ਇਸ ਤੋਂ ਬਾਅਦ ਤੇਰਾ ਆਹ ਹਾਸਿਲ ਕਰ ਦਿਆਂਗੇ। ਜੋ ਕੁਝ ਹੋ ਰਿਹਾ, ਜਿਸ ਤਰੀਕੇ ਸਟੇਟ ਦੇ ਵਿੱਚ ਵਿਜੀਲੈਂਸ ਦਾ ਕੰਮ ਚਲਾਇਆ ਜਾ ਰਿਹਾ ਮੁੱਖ ਮੰਤਰੀ ਸਾਹਿਬ ਵੱਲੋਂ, ਉਹ ਸਾਰਿਆਂ ਨੂੰ ਪਤਾ ਹੀ ਹੈ। ਔਰ ਇਹ ਪਹਿਲੀ ਵਾਰੀ ਨਹੀਂ ਹੈ ਕਿ ਕੋਈ ਸਰਕਾਰ ਬਾਈ ਇਲੈਕਸ਼ਨ ਜਿੱਤੀ ਹੈ। ਇਹਨਾਂ ਨੂੰ ਪੁੱਛੋ ਵੀ ਜਦੋਂ ਪਾਰਲੀਮੈਂਟ ਸੁਨੀਲ ਜਾਖੜ ਜੀ ਨੇ ਜਿੱਤੀ ਸੀਗੀ ਜਿਹੜੀ ਗੁਰਦਾਸਪੁਰ ਵਾਲੀ, ਉਦੋਂ ਆਮ ਆਦਮੀ ਪਾਰਟੀ ਨੂੰ ਕਿੰਨੀਆਂ ਵੋਟਾਂ ਮਿਲੀਆਂ ਸੀ ਜੀ? ਨਹੀਂ ਠੀਕ ਹੈ ਜੀ, ਜਮਾਨਤਾ ਮਤਲਬ ਆਪਣਾ ਵੀ ਤਾਂ ਯਾਦ ਕਰਨ ਨਾ ਵੀ ਜਦੋਂ ਇਹ ਆਪੋਜੀਸ਼ਨ ਦੇ ਵਿੱਚ ਸੀਗੇ ਤੇ ਉਦੋਂ ਜਿਹੜੀਆਂ ਬਾਈ ਇਲੈਕਸ਼ਨਾਂ 'ਚ ਕਿੰਨੀਆਂ ਵੋਟਾਂ ਇਹਨਾਂ ਨੂੰ ਮਿਲਦੀਆਂ ਸੀਗੀਆਂ। ਇਸ ਕਰਕੇ ਬਾਈ ਇਲੈਕਸ਼ਨ ਨੂੰ ਤੁਸੀਂ ਜਿਹੜੀ ਹੈ ਸਟੇਟ ਦੀ ਪਰਫਾਰਮੈਂਸ ਦੇ ਨਾਲ ਨਹੀਂ ਜੋੜ ਸਕਦੇ। ਸਟੇਟ ਇਸ ਵੇਲੇ ਮਿਜ਼ਰੇਬਲੀ ਫੇਲ ਹੋ ਰਹੀ ਹੈ। ਜਿਹੜੀ ਮੈਂ ਗੱਲ ਕਹਿ ਰਿਹਾ ਕਿ ਐਜੂਕੇਸ਼ਨ ਦਾ ਮਾਡਲ ਦੀਆਂ ਗੱਲਾਂ ਕਰਦੇ ਸੀ, ਇਸ ਵੇਲੇ ਵਰਸਟ ਹਾਲਾਤ ਦੇ ਵਿੱਚ ਐਜੂਕੇਸ਼ਨ ਇਸ ਵੇਲੇ ਜਿਹੜੀ ਪੰਜਾਬ ਦੀ ਹੈ, ਕਿਉਂਕਿ ਇਕੱਲੇ ਬੋਰਡ ਬਦਲਣ ਨਾਲ ਕਿ ਕਦੀ ਉਹਦਾ ਨਾਂ ਸਕੂਲ ਆਫ ਐਕਸੀਲੈਂਸ ਰੱਖ ਦਿਓ, ਕਦੀ ਉਹਦਾ ਨਾਂ ਸਮਾਰਟ ਸਕੂਲ ਰੱਖ ਦਿਓ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਦੋਂ ਤੁਸੀਂ ਰਿਕਰੂਟਮੈਂਟ ਹੀ ਬੰਦ ਕੀਤੀ ਹੋਈ ਹੈ। ਤੇ ਜੇ ਕੋਈ ਕਿਸੇ ਦੀ ਡੈਥ ਹੋ ਜਾਂਦੀ ਹੈ, ਉਹਦੀ ਥਾਂ ਦੇ ਉੱਤੇ ਮੁਲਾਜ਼ਮ ਭਰਤੀ ਹੁੰਦਾ, ਉਹ 25-50 ਇਕੱਠੇ ਕਰਕੇ ਤੇ ਤੁਸੀਂ ਕਹਿੰਦੇ ਜਿਵੇਂ ਬੜੀ ਵੱਡੀ ਐਮਪਲੋਇਮੈਂਟ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਹ ਜਿਹੜੀ ਜਾਲਸਾਜ਼ੀ ਹੈ ਨਾ, ਇਹ ਜ਼ਿਆਦਾ ਦੇਰ ਨਹੀਂ ਚੱਲ ਸਕਦੀ। ਹਕੀਕਤ ਦੇ ਉੱਤੇ ਖੜ ਕੇ ਸਰਕਾਰਾਂ ਨੂੰ ਜਿਹੜਾ ਕੰਮ ਹੈ ਉਹ ਕਰਨਾ ਪੈਂਦਾ। ਚੀਮਾ ਸਾਹਿਬ, ਜਿਹੜਾ ਇੱਕ ਬਹੁਤ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ, ਹਾਲਾਂਕਿ ਪੁਸ਼ਟੀ ਕਿਸੇ ਨੇ ਨਹੀਂ ਸੀ ਕੀਤੀ, ਸੰਕੇਤ ਕਿਸੇ ਪਾਸਿਓਂ ਨਹੀਂ ਸੀ ਆਇਆ, ਉਹ ਚਰਚਾ ਦਾ ਵਿਸ਼ਾ ਸੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦੇ ਦੁਬਾਰਾ ਹੋਣ ਦਾ। 23-24 ਸਾਲ ਦੋਵੇਂ ਧਿਰਾਂ ਇਕੱਠੀਆਂ ਨਿਭੀਆਂ, ਕਈ ਤਰ੍ਹਾਂ ਦੇ ਸੰਕਟ ਆਏ ਉਹਨਾਂ 22-23 ਸਾਲਾਂ ਦੇ ਵਿੱਚ, ਆਪਾਂ ਸਾਰਿਆਂ ਨੂੰ ਪਤਾ, ਪਰ ਉਹਨਾਂ ਸੰਕਟਾਂ ਦੇ ਵਿੱਚੋਂ ਉਹ ਗੱਠਜੋੜ ਬਾਹਰ ਨਿਕਲਦਾ ਰਿਹਾ। 3 ਸਰਕਾਰਾਂ ਬਣੀਆਂ, 3 ਸਰਕਾਰਾਂ ਨੇ ਆਪਣੀ ਟਰਮ ਜਿਹੜੀ ਉਹ ਪੂਰੀ ਕੀਤੀ। ਇਹ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਵੀ ਪਹਿਲੀ ਵਾਰ ਸੀ। ਅਕਾਲੀ ਦਲ ਨੇ ਜੇ ਲਗਾਤਾਰ 2 ਵਾਰ ਪੰਜਾਬ ਦੇ ਵਿੱਚ ਸੱਤਾ ਹਾਸਲ ਕੀਤੀ ਤਾਂ ਉਸ ਵੇਲੇ ਭਾਰਤੀ ਜਨਤਾ ਪਾਰਟੀ ਦਾ ਸਾਥ ਨਾਲ ਸੀ, ਤੇ ਜੇ ਉਹ 3 ਖੇਤੀ ਕਾਨੂੰਨ ਨਾ ਹੁੰਦੇ ਤਾਂ ਸ਼ਾਇਦ ਗੱਠਜੋੜ ਅੱਜ ਵੀ ਉਹਨਾਂ ਦੇ ਨਾਲ ਹੋਣਾ ਸੀ। ਹੁਣ ਭਾਵੇਂ ਚੀਮਾ ਸਾਹਿਬ ਤੁਸੀਂ, ਤੁਹਾਡੀ ਪਾਰਟੀ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਕਹਿ ਚੁੱਕਿਆ ਕਿ ਸਾਡਾ ਗੱਠਜੋੜ ਬਹੁਜਨ ਸਮਾਜ ਪਾਰਟੀ ਦੇ ਨਾਲ ਹੈ, ਪਰ ਲੱਗਿਆ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕਦੇ ਹੋ ਨਹੀਂ ਸਕਦਾ। ਇਹ ਗੱਲ ਨਹੀਂ ਆਖੀ ਗਈ। ਕੀ ਭਵਿੱਖ ਦੇ ਵਿੱਚ ਕਦੇ ਸੰਭਾਵਨਾ ਪੈਦਾ ਹੋ ਸਕਦੀ ਹੈ ਚੀਮਾ ਸਾਹਿਬ? ਜੇ ਥੋੜਾ ਜਿਹਾ ਮੈਂ ਪੁੱਛਣਾ ਚਾਹਾਂ, ਨਿਖਾਰ ਕੇ ਉੱਤਰ ਦਿਓ ਜੀ। ਦੇਖੋ, ਗੱਲ ਇਹ ਹੈ ਕਿ ਇਹ ਤਾਂ
ਹਕੀਕਤ ਹੈ ਕਿ ਅੱਜ ਸਾਡਾ ਅਲਾਇੰਸ ਬਹੁਜਨ ਸਮਾਜ ਪਾਰਟੀ ਦੇ ਨਾਲ ਹੈ ਔਰ ਬੜਾ ਜੀ ਅੱਛਾ ਅਸੀਂ ਤਾਲਮੇਲ ਦੇ ਨਾਲ ਕੰਮ ਕਰ ਰਹੇ। ਔਰ ਇਹ ਵੀ ਜਿਸ ਤਰ੍ਹਾਂ ਤੁਸੀਂ ਐਕਸਪਲੇਨ ਕੀਤਾ ਹੈ ਕਿ ਬਹੁਤ ਅੱਛੇ ਤਰੀਕੇ ਦੇ ਨਾਲ ਅਸੀਂ ਜਿਹੜਾ 1996 ਤੋਂ ਲੈ ਕੇ ਤੇ 2020 ਤੱਕ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਬਹੁਤ ਵਧੀਆ ਅਲਾਇੰਸ ਚਲਾਇਆ। 3 ਸਰਕਾਰਾਂ ਵੀ ਉਹਦੇ ਵਿੱਚੋਂ ਬਣੀਆਂ, ਪਾਰਲੀਮੈਂਟ ਦੇ ਵਿੱਚ ਵੀ ਬੜੀ ਚੰਗੀ ਕਾਰਗੁਜ਼ਾਰੀ ਉਹਦੇ ਵਿੱਚ ਸਾਡੀ ਚੱਲਦੀ ਰਹੀ ਔਰ ਬਹੁਤ ਕੁਝ ਉਸ ਸਮੇਂ ਦੇ ਦੌਰਾਨ ਪੰਜਾਬ ਨੂੰ ਵੀ ਪ੍ਰਾਪਤ ਹੋਇਆ। ਪਰ ਠੀਕ ਹੈ, ਇੱਕ ਸਾਡੀ ਸਿਧਾਂਤਕ ਕਿਸਾਨ ਅੰਦੋਲਨ ਦੇ ਟਾਈਮ ਦੇ ਉੱਤੇ ਇੱਕ ਸਟੈਂਡ ਸੀ ਜਿੱਥੇ ਉਹਨਾਂ ਨੇ ਸਾਨੂੰ ਨਹੀਂ ਸੁਣਿਆ ਤੇ ਜੋ ਸਾਡੇ ਕੋਲ ਸੰਭਵ ਸੀ ਅਸੀਂ ਐਨਡੀਏ ਚੋਂ ਵੀ ਬਾਹਰ ਆਏ, ਅਸੀਂ ਸਰਕਾਰ ਦੇ ਵਿੱਚੋਂ ਵੀ ਬਾਹਰ ਆਏ। ਪਰ ਇਹ ਹਕੀਕਤ ਹੈ ਕਿ ਅੱਜ ਦੀ ਡੇਟ 'ਚ ਸਾਡਾ ਅਲਾਇੰਸ ਜਿਹੜਾ ਹੈ ਉਹ ਬਹੁਜਨ ਸਮਾਜ ਪਾਰਟੀ ਨਾਲ ਹੀ ਹੈ। ਹਾਲੇ ਤੱਕ ਕਿਸੇ ਪੱਧਰ ਦੇ ਉੱਤੇ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਦੁਬਾਰਾ ਗੱਠਜੋੜ ਦੀ ਗੱਲਬਾਤ ਕਿਸੇ ਵੀ ਪੱਧਰ ਦੇ ਉੱਤੇ ਅਫੀਸ਼ੀਅਲੀ ਨਹੀਂ ਹੋਈ, ਇਹ ਇੱਕ ਸੱਚਾਈ ਹੈ। ਪਰ ਇੱਥੇ ਇਹ ਜ਼ਰੂਰ ਹੈ ਕਿ ਇੱਥੇ ਤਾਂ ਇੰਨਾ ਟੈਲੀਵਿਜ਼ਨ ਚੈਨਲਾਂ ਦੇ ਉੱਤੇ 3 ਦਿਨ ਤੋਂ ਲਗਾਤਾਰ ਪ੍ਰਚਾਰ ਚੱਲ ਰਿਹਾ ਸੀ ਕਿ ਅਸੀਂ ਤਾਂ ਘਰ ਬੈਠੇ ਦੇਖਦੇ ਸੀ ਕਿ ਟੈਲੀਵਿਜ਼ਨ ਚੈਨਲ ਚਲਾਉਣ ਲੱਗੇ ਸੀ ਵੀ ਅਕਾਲੀ ਦਲ ਦੀਆਂ ਇੰਨੀਆਂ ਸੀਟਾਂ ਹੋ ਗਈਆਂ, ਬੀਜੇਪੀ ਦੀਆਂ ਇੰਨੀਆਂ ਸੀਟਾਂ ਹੋ ਗਈਆਂ, ਦੂਜਾ ਇੰਨੀਆਂ ਸੀਟਾਂ। ਅਸੀਂ ਤਾਂ ਜਿਵੇਂ ਘਰ ਬੈਠ ਕੇ ਕ੍ਰਿਕਟ ਦਾ ਮੈਚ ਦੇਖੀਦਾ ਉਵੇਂ ਦੇਖਦੇ ਸੀ ਵੀ ਸਾਡਾ ਸਕੋਰ ਕਿੰਨਾ। ਇੰਨਾ ਜ਼ਿਆਦਾ ਰੌਲਾ ਪੈ ਗਿਆ ਔਰ ਉਹਦਾ ਮੈਂ ਸਮਝਦਾ ਕਿ ਕਾਰਨ ਹੈ ਕਿ ਇੱਕ ਤਾਂ ਬਾਦਲ ਸਾਹਿਬ ਦੇ ਵਿਛੋੜੇ ਤੋਂ ਬਾਅਦ ਜਿਸ ਤਰੀਕੇ ਇੱਕ ਰਿਸਪੈਕਟ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਉਹਨਾਂ ਨੂੰ ਦਿੱਤੀ ਕਿ ਪ੍ਰਧਾਨ ਮੰਤਰੀ ਜੀ ਪਹਿਲਾਂ ਆਪ ਆਏ ਔਰ ਦੂਜਾ ਜਿਹੜਾ ਕੰਮ ਅੱਜ ਤੱਕ ਕਦੀ ਕਿਸੇ ਲੀਡਰ ਬਾਰੇ, ਕਿਸੇ ਸਿੱਖ ਲੀਡਰ ਬਾਰੇ ਖਾਸ ਤੌਰ ਤੇ ਨਹੀਂ ਹੋਇਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਸਾਰੇ ਦੇਸ਼ ਦੀਆਂ ਅਖਬਾਰਾਂ ਦੇ ਵਿੱਚ ਆਰਟੀਕਲ ਲਿਖ ਕੇ ਆਪ ਆਪਣੀਆਂ ਯਾਦਾਂ ਤਾਜ਼ਾ ਕਰਕੇ ਤੇ ਉਹਨਾਂ ਨੂੰ ਸ਼ਰਧਾਂਜਲੀ ਦੇਵੇ। ਉਹ ਵੀ ਕੰਮ ਉਹਨਾਂ ਨੇ ਕਰਤਾ। 3 ਦਿਨ ਦਾ ਕੌਮੀ ਲੈਵਲ ਦੇ ਉੱਤੇ ਸ਼ੋਕ ਜਿਹੜਾ ਉਹ ਸਾਰੇ ਦੇਸ਼ ਦੇ ਵਿੱਚ ਕਰ ਦਿੱਤਾ। ਅਮਿਤ ਸ਼ਾਹ ਜੀ ਭੋਗ ਤੇ ਆਏ ਤੇ ਸਾਰੀ ਤਕਰੀਬਨ ਕੈਬਨਿਟ ਕਿਸੇ ਨਾ ਕਿਸੇ ਦਿਨ ਉੱਥੇ ਪਿੰਡ ਆ ਕੇ ਸ਼ਾਮਲ ਹੋਏ। ਰਾਜਨਾਥ ਸਿੰਘ ਜੀ ਰਹਿ ਗਏ ਸੀ ਤੇ ਉਹ ਥੋੜੇ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਰੈਲੀ 'ਚ ਆਏ ਤੇ ਬੜਾ ਖੁੱਲ੍ਹ ਕੇ ਆਪਣੇ ਦਿਲ ਦੇ ਜੋ ਅਰਮਾਨ ਸੀਗੇ ਉਹਨਾਂ ਨੇ ਬਾਦਲ ਸਾਹਿਬ ਨੂੰ ਆਪਣੀ ਪਾਰਟੀ ਦੀ ਰੈਲੀ ਦੇ ਵਿੱਚ ਹੀ ਬੜੇ ਅੱਛੇ ਸ਼ਬਦਾਂ ਦੇ ਵਿੱਚ ਸ਼ਰਧਾਂਜਲੀ ਦਿੱਤੀ। ਚਲੋ ਇਹ ਖੈਰ ਮੈਂ ਸਮਝਦਾ ਕਿ ਉਹਨਾਂ ਦੇ ਇਨਸਾਨੀਅਤ ਵਾਸਤੇ ਇੱਕ ਚੰਗੇ ਫਰਜ਼ ਅਦਾ ਕੀਤੇ ਆ, ਭਾਵੇਂ ਕਈ ਵਾਰੀ ਰਾਜਨੀਤਿਕ ਰਿਸ਼ਤੇ ਨਹੀਂ ਵੀ ਹੁੰਦੇ, ਲੇਕਿਨ ਇੱਕ ਚੰਗੀ ਅਸੂਲ ਦੀ ਗੱਲ ਹੁੰਦੀ ਹੈ ਕਿ ਤੁਸੀਂ ਆਪਣੇ ਪੁਰਾਣੇ ਸਾਥੀ ਨੂੰ ਯਾਦ ਕੀਤਾ। ਉਹਦੇ ਵਾਸਤੇ ਤੇ ਮੈਂ ਉਹਨਾਂ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਾ। ਪਰ ਇਹਨੇ ਇੱਕ ਮਾਹੌਲ ਇਹਦੇ ਨਾਲ ਇੱਕ ਜ਼ਰੂਰ ਬਣਿਆ ਕਿ ਆਮ ਬੰਦੇ ਨੂੰ ਲੱਗਣ ਲੱਗ ਗਿਆ ਵੀ ਜਿਹੜਾ ਇਹਨਾਂ ਦਾ ਗੁੱਸਾ ਗਿਲਾ ਜਿਹਾ ਸੀਗਾ ਜੀ ਉਹ ਜਿਹੜਾ ਸ਼ਾਇਦ ਹੁਣ ਘਟ ਗਿਆ ਵੀ ਜਿਹੜਾ ਇਸ ਪੱਧਰ ਦੇ ਉੱਤੇ ਪ੍ਰਧਾਨ ਮੰਤਰੀ ਤੋਂ ਲੈ ਕੇ ਥੱਲੇ ਤੱਕ ਬਾਦਲ ਸਾਹਿਬ ਦੇ ਭੋਗ ਤੇ ਜਿਹੜੇ ਉਹ ਆਏ। ਦੂਜੀ ਉਸ ਤੋਂ ਬਾਅਦ ਜਦੋਂ ਜਲੰਧਰ ਦੀ ਇਲੈਕਸ਼ਨ ਹੋਈ ਤੇ ਜਿੰਨੀਆਂ ਵੋਟਾਂ ਸਾਨੂੰ ਪਈਆਂ ਤੇ ਜਿੰਨੀਆਂ ਬੀਜੇਪੀ ਨੂੰ ਪਈਆਂ, ਜਦੋਂ ਉਦੋਂ ਲੋਕਾਂ ਨੇ ਟੋਟਲ ਕੀਤਾ ਤਾਂ ਕਹਿੰਦੇ ਵੀ ਜੇ ਤੁਸੀਂ ਇਕੱਠੇ ਹੁੰਦੇ ਤੁਸੀਂ ਜਿੱਤਦੇ ਸੀ। ਬਿਲਕੁਲ। ਇਸ ਕਰਕੇ ਉਸ ਚਰਚਾ ਨੇ ਵੀ ਇੱਕ ਫਿਜ਼ੀਬਿਲਿਟੀ ਬਣਾਤੀ ਵੀ ਐਵੇਂ ਤੁਸੀਂ ਵੱਖਰੇ ਵੱਖਰੇ ਤੁਰੇ ਫਿਰਦੇ ਹੋ ਪਿਆ। ਤੁਸੀਂ ਆ ਦੇਖੋ ਇੱਥੇ ਵੀ ਤੁਸੀਂ ਬਾਈ ਇਲੈਕਸ਼ਨ ਹੀ ਜਿੱਤ ਜਾਣੀ ਸੀ, ਬਾਕੀ ਗੱਲਾਂ ਤਾਂ ਛੱਡੋ ਵੀ ਤੁਸੀਂ ਆਪਣਾ ਮੈਥਮੈਟਿਕਸ ਦੇਖੋ। ਇਹ ਵੀ ਇੱਕ ਚਰਚਾ ਉਹਦੇ ਨਾਲ ਹੀ ਪੋਜ਼ਿਟਿਵ ਚੱਲ ਗਈ। ਪਰ ਇਹ ਹੈ ਕਿ ਸੱਚਾਈ ਇਹ ਹੈ ਕਿ ਜਿਹੜੇ ਅਲਾਇੰਸਸ ਹੁੰਦੇ ਆ ਨਾ, ਇਹਦੇ 'ਚ ਇਕੱਲਾ ਇਹ ਨਹੀਂ ਹੁੰਦਾ ਕਿ ਜਿਹੜੀ ਹੈ ਸਿੰਪਲ ਇੱਕ ਮੈਥਮੈਟਿਕਸ ਦੇ ਨਾਲ 2 ਪਾਰਟੀਆਂ ਇਕੱਠੀਆਂ ਹੋ ਜਾਣ ਤੇ ਵੋਟਾਂ ਦਾ ਇਕੱਠਾ ਹੋ ਜਾਏ। ਇੱਕ ਦਿਲਾਂ ਦੀ ਸਾਂਝ ਵੀ ਹੁੰਦੀ ਹੈ, ਇੱਕ ਦੂਜੇ ਨੂੰ ਅੰਡਰਸਟੈਂਡ ਵੀ ਕਰਨਾ ਹੁੰਦਾ ਹੈ। ਕੁਝ ਇਸ਼ੂ ਵੀ ਹੁੰਦੇ ਆ ਕਿਉਂਕਿ ਸਾਡੇ ਵਾਸਤੇ ਕਦੀ ਪਾਰਲੀਮੈਂਟ ਨਹੀਂ ਹੈ, ਸਾਡੇ ਵਾਸਤੇ ਬੰਦੀ ਸਿੰਘ ਵੀ ਹੈ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਆ, ਜਿਨ੍ਹਾਂ ਬਾਰੇ ਪ੍ਰੋਮਿਸ ਹੋਇਆ ਸੀ ਕਿ ਇਹ ਛੱਡੇ ਜਾਣੇ ਚਾਹੀਦੇ ਆ ਔਰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਉੱਤੇ ਆ ਕੇ ਉਹ ਅਨਾਉਂਸਮੈਂਟ ਵੀ ਹੋਈ ਸੀ, ਪਰ ਉਹ ਪੂਰੀ ਨਹੀਂ ਹੋਈ। ਸਾਨੂੰ ਉਸ ਗੱਲ ਦੀ ਵੀ ਚਿੰਤਾ ਸੀ, ਉਹ ਗੱਲ ਸਾਡੇ ਵਾਸਤੇ ਜ਼ਿਆਦਾ ਇੰਪੋਰਟੈਂਟ ਹੈ। ਇਸੇ ਤਰ੍ਹਾਂ ਪਿੱਛੇ UCC ਦਾ ਮਸਲਾ ਉੱਠ ਗਿਆ ਤੇ ਇਹਦੇ ਵਾਸਤੇ ਵੀ ਸਾਨੂੰ ਆਪਣਾ ਸਹੀ ਰੋਲ ਜਿਹੜਾ ਹੈਗਾ ਸਿਧਾਂਤਕ ਤੌਰ ਦੇ ਉੱਤੇ ਜੋ ਇਹ ਗੁਲਦਸਤਾ ਸਾਰੇ ਧਰਮਾਂ ਦਾ, ਸਾਰੇ ਕਲਚਰ ਦਾ, ਸਾਰੀਆਂ ਭਾਸ਼ਾਵਾਂ ਦਾ ਇੱਕ ਸਾਂਝਾ ਦੇਸ਼ ਹੈ, ਇਹ ਕਿਸੇ ਤਰੀਕੇ ਇਹਦੇ ਵਿੱਚ ਕੋਈ ਫਰਕ ਨਾ ਪਵੇ, ਉੱਥੇ ਵੀ ਅਸੀਂ ਆਪਣਾ ਸਹੀ ਰੋਲ ਨਿਭਾਈਏ। ਇਹ ਵੀ ਚੀਜ਼ਾਂ ਜਿਹੜੀਆਂ ਨੇ ਇਹ ਵੀ ਨਾਲ ਇੰਪੋਰਟੈਂਟ ਹੁੰਦੀਆਂ ਨੇ। ਇਸ ਕਰਕੇ ਗੱਲ ਕੱਲੀ ਇਹ ਨਹੀਂ ਹੁੰਦੀ ਵੀ ਤੁਸੀਂ ਦੇਖਿਆ ਵੀ ਭਾਈ ਇਸ ਵੇਲੇ ਜੇ ਉਹਨੂੰ ਹਰਾਉਣਾ ਤੇ ਇਕੱਠੇ ਹੋ ਜਾਓ ਤੇ ਜਦੋਂ ਮਰਜ਼ੀ ਵੱਖਰੇ ਹੋ ਜਾਓ। ਕੁਛ ਜਦੋਂ ਦਿਲਾਂ ਦੀ ਸਾਂਝ ਬਣੇਗੀ, ਜਦੋਂ ਕੋਈ ਸਿਧਾਂਤਕ ਤੌਰ ਤੇ ਮੁੱਦਿਆਂ ਤੇ ਗੱਲ ਹੋਏਗੀ, ਫਿਰ ਕੋਈ ਅੱਗੋਂ ਜਿਹੜੀ ਹੈ ਰਾਜਨੀਤੀ 'ਚ ਇਹ ਨਹੀਂ ਹੁੰਦਾ ਕਿ ਸਮਝੌਤੇ ਹੁੰਦੇ ਨਹੀਂ, ਸਮਝੌਤੇ ਹੁੰਦੇ ਵੀ ਆ, ਸਮਝੌਤੇ ਟੁੱਟਦੇ ਵੀ ਆ। ਪਰ ਅੱਜ ਦੀ ਡੇਟ 'ਚ ਹਾਲੇ ਕਿਸੇ ਪੱਧਰ ਦੇ ਉੱਤੇ ਅਫੀਸ਼ੀਅਲੀ ਕੋਈ ਸਾਡੀ ਗੱਲਬਾਤ ਜਿਹੜੀ ਆ ਉਹ ਨਹੀਂ ਚੱਲ ਰਹੀ।
ਚੀਮਾ ਸਾਹਿਬ, ਜਦੋਂ ਇਹ ਚਰਚਾ ਚੱਲੀ, ਚਾਹੇ ਮੀਡੀਆ ਜਾਂ ਸੋਸ਼ਲ ਮੀਡੀਆ ਰਾਹੀਂ ਚੱਲੀ, ਤੇ ਉਦੋਂ ਮੇਰੇ ਵਰਗੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਸੀ ਕਿ ਚਲੋ ਜੇ ਗੱਠਜੋੜ ਹੁੰਦਾ ਹੈ, ਪੰਜਾਬ ਨੂੰ ਹੋ ਸਕਦਾ ਕਿ ਇੱਕ ਅੱਧੀ ਕੇਂਦਰ ਸਰਕਾਰ ਦੇ ਵਿੱਚ ਝੰਡੇ ਵਾਲੀ ਕਾਰ ਮਿਲ ਜੇ। ਸਾਨੂੰ ਇਹ ਵੀ ਲੱਗਦਾ ਸੀ ਕਿ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਦੇ ਕੋਲੇ 20 ਤਰ੍ਹਾਂ ਦੀਆਂ ਤਾਕਤਾਂ ਹੁੰਦੀਆਂ, ਪੰਜਾਬ ਨੂੰ ਕੁਝ ਹੋਰ ਮਿਲ ਜਾਏ। ਪਰ ਅਸੀਂ ਸੋਚਦੇ ਸੀ ਕਿ ਕਿਤੇ ਇਹ ਨਾ ਹੋਵੇ ਕਿ ਸੀਟਾਂ ਦੀ ਲੈ ਦੇ ਹੋ ਜਾਏ, ਝੰਡੀ ਵਾਲੀ ਕਾਰ ਮਿਲ ਜੇ। ਤੁਸੀਂ ਬੰਦੀ ਸਿੰਘਾਂ ਦਾ ਜ਼ਿਕਰ ਆਪ ਕਰ ਲਿਆ। ਮੈਨੂੰ 2-3 ਗੱਲਾਂ ਹੋਰ ਚੇਤੇ ਆਉਂਦੀਆਂ ਸੀ ਕਿ ਚਲੋ ਜੇ ਗੱਠਜੋੜ ਕਰਨਾ ਵੀ ਪਿਆ ਕਰ ਲਓ, ਪਰ ਨਾਲ ਜੇ ਪੰਜਾਬ ਦਾ ਸਪੈਸ਼ਲ ਸਟੇਟਸ ਜਿੱਦਾਂ ਬਾਕੀ ਪਹਾੜੀ ਖੇਤਰਾਂ ਨੂੰ ਮਿਲਿਆ, ਕਿਤੇ ਇੱਕ ਅੱਧਾ ਪੰਜਾਬ ਨੂੰ ਇਦਾਂ ਦਾ ਰੂੰਗੇ 'ਚ ਮਿਲ ਜਾਏ, ਜਾਂ ਬਹੁਤ ਸਾਰੇ ਹੋਰ ਮੁੱਦੇ ਨੇ ਪੰਜਾਬ ਦੇ ਜਿਹੜੇ ਕਿ ਕੇਂਦਰ ਸਰਕਾਰ ਦੇ ਹੱਥ ਵੱਸ ਨੇ, ਜੇ ਉਧਰੋਂ ਕੁਛ ਨਾ ਕੁਛ ਆਪਣੇ ਵਾਲੇ ਪਾਸੇ ਹਿੱਸੇ ਆ ਜਾਏ ਤਾਂ ਹੋ ਸਕਦਾ ਕਿ ਲੋਕਾਂ ਨੂੰ ਵੀ ਗੱਠਜੋੜ ਠੰਡੀ ਹਵਾ ਦੇ ਬੁੱਲੇ ਵਰਗਾ ਲੱਗੇ। ਚੀਮਾ ਸਾਹਿਬ ਕੀ ਕਹਿੰਦੇ ਹੋ? ਦੇਖੋ, ਹਾਲੇ ਤਾਂ ਸੁਪਨੇ ਹੀ ਆ ਸਾਰੇ, ਇਸ ਕਰਕੇ ਇਹੀ ਮੈਂ ਕਹਿਣਾ ਵੀ ਹਾਲੇ ਤਾਂ ਸੁਪਨੇ ਹੀ ਆ, ਜਿੰਨੇ ਮਰਜ਼ੀ ਲੈ ਸਕਦੇ ਆ ਵੀ ਠੀਕ ਹੈ, ਆ ਵੀ ਹੋ ਜਾਏਗਾ, ਆ ਵੀ ਹੋ ਜਾਏਗਾ, ਆ ਵੀ ਹੋ ਜਾਏਗਾ। ਪਰ ਇਹ ਹੈ ਕਿ ਜਦੋਂ ਹਕੀਕਤ ਦੇ ਵਿੱਚ ਜਿਹੜੀ ਹੈ ਕੋਈ ਗੱਲ ਹਾਲੇ ਹੈ ਨਹੀਂ, ਜਦੋਂ ਕਿਤੇ ਗੱਲ ਚੱਲੇਗੀ, ਮੈਂ ਪਹਿਲੇ ਕਿਹਾ ਨਾ ਕਿ ਜਦੋਂ ਪਾਰਟੀਆਂ ਫਿਰ ਬੈਠਦੀਆਂ ਤੇ ਫਿਰ ਕੁਝ ਗੱਲਾਂ ਤੁਹਾਨੂੰ ਸੋਚਣੀਆਂ ਵੀ ਪੈਂਦੀਆਂ ਨੇ ਕਿ ਗੱਲ ਇਕੱਲੀ ਸਾਡੇ ਇਲੈਕਸ਼ਨ ਜਿੱਤਣ ਦੀ ਨਹੀਂ ਹੈ, ਗੱਲ ਪੰਜਾਬ ਦੀ ਜੀ, ਗੱਲ ਚੀਮਾ ਸਾਹਿਬ ਜੀ ਮੁੱਦਿਆਂ ਦੀ ਹੈ, ਬਿਲਕੁਲ ਮੁੱਦਿਆਂ ਦੀ ਹੈ। ਚੀਮਾ ਸਾਹਿਬ, ਮੈਂ ਬੇਨਤੀ ਕਰਨੀ ਸੀ, ਸਾਨੂੰ ਕਈ ਵਾਰ ਲੱਗਦਾ ਹੁੰਦਾ, ਹਾਲਾਂਕਿ ਸਾਡੇ ਵਾਲੇ ਖੇਤਰ ਦੇ ਵਿੱਚ ਕਿਹੜਾ ਘੱਟ ਨਿਘਾਰ ਆਇਆ, ਪੱਤਰਕਾਰੀ ਦੇ ਖੇਤਰ ਦੇ ਵਿੱਚ ਹਰ ਪਾਸੇ ਤੁਸੀਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਸਮਾਜਿਕ ਤੌਰ ਦੇ ਉੱਤੇ ਅਸੀਂ ਨਿਘਾਰ ਵੱਲ ਜਾ ਰਹੇ ਹਾਂ। ਕਦੇ ਕਦੇ ਐਂ ਲੱਗਣ ਲੱਗ ਪੈਂਦਾ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਿਆਸੀ ਧਿਰਾਂ ਸਰਗਰਮ ਨੇ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਆਮ ਆਦਮੀ ਪਾਰਟੀ ਹੈ, ਕਾਂਗਰਸ ਹੈ, ਕੋਈ ਵੀ ਧਿਰ ਹੋਵੇ, ਭਾਜਪਾ ਹੈ, ਪਿਛਲੀਆਂ ਵਿਧਾਨ ਸਭਾ ਚੋਣਾਂ ਨੇ ਪੰਜਾਬ ਦੇ ਲੋਕਾਂ ਨੂੰ ਬੜਾ ਹੈਰਾਨ ਕੀਤਾ ਕਿ 2 ਘੰਟੇ ਦੇ ਲੰਬੇ ਤਜਰਬੇ ਵਾਲੇ ਬੰਦਿਆਂ ਨੂੰ ਵੀ ਪਾਰਟੀਆਂ ਨੇ ਟਿਕਟਾਂ ਦਿੱਤੀਆਂ ਕਿ ਭਾਈ ਠੀਕ ਹੈ, ਅੱਧਾ ਘੰਟਾ ਪਹਿਲਾਂ ਬੰਦਾ ਪਾਰਟੀ ਦੇ ਵਿੱਚ ਸ਼ਾਮਲ ਹੋਇਆ, ਉਹਨਾਂ ਨੂੰ ਪਾਰਟੀ ਦੇ ਵਿੱਚ ਅਹੁਦੇ ਵੀ ਮਿਲ ਗਏ, ਉਹਨਾਂ ਨੂੰ ਮੁੜ ਕੇ ਉਮੀਦਵਾਰ ਵੀ ਬਣਾ ਦਿੱਤਾ ਗਿਆ। ਸ਼ਾਇਦ ਉਹਨਾਂ ਹਲਕਿਆਂ ਦੇ ਵਿੱਚ ਅਸੀਂ ਉਦੋਂ ਵੀ ਸੋਚਦੇ ਸੀ ਕਿ 30-30, 40-40 ਸਾਲ ਵੀ ਹੋ ਗਏ ਹੁਣੇ ਵਰਕਰਾਂ ਨੂੰ ਦਰੀਆਂ ਝਾੜਦਿਆਂ ਨੂੰ, ਬੂਥ ਲਾਉਂਦਿਆਂ ਨੂੰ, ਰੋਡ ਸ਼ੋਅ ਕਰਦਿਆਂ ਨੂੰ, ਡੋਰ ਟੂ ਡੋਰ ਪ੍ਰਚਾਰ ਕਰਦਿਆਂ ਨੂੰ। ਡਾਕਟਰ ਦਲਜੀਤ ਸਿੰਘ ਚੀਮਾ ਨਿੱਜੀ ਤੌਰ ਤੇ ਕੀ ਸੋਚਦੇ ਆ ਕਿ ਇਹ ਵਰਤਾਰਾ ਰਾਜਨੀਤਿਕ ਨਿਘਾਰ ਦਾ ਸੂਚਕ ਨਹੀਂ ਹੋ ਸਕਦਾ? ਚਲੋ ਇਹਦੇ ਨਾਲ ਤਾਕਤ ਤੁਕਤ ਤਾਂ ਵੋਟਾਂ ਦੀ ਮਿਲਦੀ ਹੋਵੇ। ਦੇਖੋ, ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦੇ ਫਤਵੇ ਨੂੰ ਹਮੇਸ਼ਾ ਸਵੀਕਾਰ ਤਾਂ ਕੀਤਾ ਜਾਂਦਾ, ਪਰ ਇਸ ਜਿਹੜਾ ਫੈਸਲਾ ਸੀ ਪੰਜਾਬੀਆਂ ਦਾ, ਉਹਨੇ ਸਾਡੇ ਤੇ ਪ੍ਰਸ਼ਨ ਚਿੰਨ੍ਹ ਬਹੁਤ ਲਾਏ ਜੀ, ਵੀ ਕਿੰਨੀ ਕੁ ਗੰਭੀਰਤਾ ਦੇ ਨਾਲ ਅਸੀਂ ਜਿਹੜਾ ਹੈਗਾ ਉਹ ਸੋਚਦੇ ਹਾਂ ਜਦੋਂ ਆਪਣੇ ਭਵਿੱਖ ਦਾ ਅਸੀਂ ਫੈਸਲਾ ਕਰਨਾ ਹੁੰਦਾ ਜੀ। ਕਿਉਂਕਿ ਇੱਕ ਤਾਂ ਜਿਹੜੀ ਤੁਸੀਂ ਗੱਲ ਕਹੀ ਵੀ ਲੱਗਦਾ ਹੀ ਸੀ ਵੀ ਬੰਦਿਆਂ ਦਾ ਕੋਈ ਤਜਰਬਾ ਨਹੀਂ ਹੈ, ਜਿਨ੍ਹਾਂ ਨੂੰ ਉਹ ਪਾਰਟੀਆਂ ਫੀਡ ਕਰ ਰਹੀਆਂ। ਉਸ ਵੇਲੇ ਪੈਸਿਆਂ ਦੇ ਰੌਲੇ ਵੀ ਪੈਂਦੇ ਸੀ ਵੀ ਸੀਟਾਂ ਵਿਕ ਰਹੀਆਂ, ਉਸ ਤੋਂ ਬਾਅਦ ਰਾਜ ਸਭਾ ਦੀਆਂ ਸੀਟਾਂ ਦਾ ਵੀ ਖੁੱਲ੍ਹ ਕੇ ਵਿਕਰੀ ਦਾ ਜਿਹੜਾ ਰੌਲਾ ਪਿਆ। ਬੜੀਆਂ ਗੱਲਾਂ ਸੀ ਜਿਹੜੀਆਂ ਮੈਂ ਸਮਝਦਾ ਕਿ ਜੇ ਸਾਨੂੰ ਵੋਟ ਨਹੀਂ ਵੀ ਪਾਉਣੀ ਸੀ ਤਾਂ ਵੀ ਹਰ ਖੇਤਰ ਦੇ ਵਿੱਚ, ਹਰ ਹਲਕੇ ਦੇ ਵਿੱਚ 5-5, 4-4 ਉਮੀਦਵਾਰ ਖੜੇ ਹੁੰਦੇ ਆ। ਲੋਕਾਂ ਨੂੰ ਬੜੀ ਬਰੀਕੀ ਨਾਲ ਫਿਰ ਵੀ ਸੋਚਣਾ ਹੁੰਦਾ ਕਿ ਜੇ ਇਹਨੂੰ ਨਹੀਂ ਪਾਉਣੀ ਤਾਂ ਦੂਜਾ ਬੈਸਟ ਕੈਂਡੀਡੇਟ ਕਿਹੜਾ। ਪਰ ਇਹ ਚੀਜ਼ ਉੱਥੇ ਇੰਨਾ ਇਹਨਾਂ ਨੇ ਕੂੜ ਪ੍ਰਚਾਰ ਨੂੰ ਇਸ ਹੱਦ ਤੱਕ ਕਰਕੇ ਤੇ ਲੋਕਾਂ ਨੂੰ ਇੰਨਾ ਯੂਥ ਨੂੰ ਗੁੰਮਰਾਹ ਕਰ ਲਿਆ ਸੀ ਕਿ ਲੋਕਾਂ ਨੇ ਸਹੀ ਮਾਇਨਿਆਂ ਦੇ ਵਿੱਚ ਬਹੁਤਿਆਂ ਨੂੰ ਤਾਂ ਇਹ ਨਹੀਂ ਪਤਾ ਸੀ ਵੀ ਸਾਡਾ ਇੱਥੇ ਕੈਂਡੀਡੇਟ ਖੜਾ ਕੌਣ ਹੈ, ਕੋਈ ਅਸਲੀਅਤ ਹੈ। ਔਰ ਅੱਜ ਵੀ ਜਿਹੜੇ ਬਣ ਗਏ ਆ ਉੱਥੇ ਬਹੁਤੇ ਲੋਕਾਂ ਨੂੰ ਨਹੀਂ ਪਤਾ ਵੀ ਸਾਡਾ ਜਿਹੜਾ ਬਣ ਗਿਆ ਇਹ ਹੈ ਕੌਣ ਹੈ, ਤੇ ਨਾ ਜਿਹੜਾ ਬਣ ਗਿਆ ਉਹਨੂੰ ਹੀ ਲੱਗ ਰਿਹਾ ਵੀ ਮੈਂ ਕਿਸ ਤਰੀਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ, ਕਿਉਂਕਿ ਉਸ ਪੱਧਰ ਤੇ ਹਾਲੇ ਉਹ ਜਿਹੜਾ ਨਾ ਮਾਨਸਿਕ ਤੌਰ ਤੇ ਨਾ ਐਕਸਪੀਰੀਅੰਸ ਦੇ ਤੌਰ ਦੇ ਉੱਤੇ ਉਹ ਇਸ ਪੱਧਰ ਦੇ ਉੱਤੇ ਤਿਆਰ ਵੀ ਨਹੀਂ ਸੀ। ਔਰ ਜਿਸ ਤਰ੍ਹਾਂ ਦੇ ਕੰਮ ਬਣ ਕੇ ਇਹਨਾਂ ਨੇ ਕੀਤੇ, ਕਿਉਂਕਿ ਕਿੰਨੇ ਤਾਂ ਮੰਤਰੀਆਂ ਦੇ ਉੱਤੇ ਹੀ ਐਡੇ ਵੱਡੇ ਸੀਰੀਅਸ ਕੁਐਸਚਨ ਖੜੇ ਹੋ ਗਏ ਕਿ ਕੁਛ ਤਾਂ ਇਹਨਾਂ ਨੂੰ ਆਪ ਹੀ ਹਟਾਉਣੇ ਪਏ, ਔਰ ਕੁਛ ਜਿਹੜੀਆਂ ਇਹੋ ਜਿਹੀਆਂ ਕਟਾਰੂ ਚੱਕ ਕਰਕੇ ਵਿੱਚ ਬੈਠੇ ਆ ਜਿਹੜੇ ਹੁਣ ਕੇਜਰੀਵਾਲ ਦੀ ਸੋਚ ਦੇ ਉੱਤੇ ਵੀ ਤੇ ਭਗਵੰਤ ਮਾਨ ਦੀ ਸੋਚ ਦੇ ਉੱਤੇ ਵੀ ਸਾਰੀ ਦੁਨੀਆ ਦਾ ਧਿਆਨ ਕੇਂਦਰਿਤ ਕਰ ਰਿਹਾ ਵੀ ਜੇ ਐਸ ਜੁਰਮ ਵਾਲੇ ਬੰਦੇ ਨੂੰ ਵੀ ਕੈਬਨਿਟ ਦੇ ਵਿੱਚ ਰੱਖਣਾ ਤੇ ਇਹ ਬਦਲਾਅ ਤਾਂ ਕਦੀ ਲੋਕਾਂ ਨੇ ਕੇਜਰੀਵਾਲ ਤੋਂ ਐਕਸਪੈਕਟ ਨਹੀਂ ਕੀਤਾ ਸੀ। ਵੀ ਗਵਰਨਰ ਸਾਹਿਬ ਵੀ ਕਹਿ ਰਹੇ ਆ ਵੀ ਇਹਦੀ ਵੀਡੀਓ ਜਿਹੜੀ ਹੈਗੀ ਆ ਬਹੁਤ ਮਾੜੀ ਹੈ ਤੇ ਇਹਨੂੰ ਹਟਾ ਦਿਓ ਕੈਬਨਿਟ ਦੇ ਵਿੱਚੋਂ, ਵੀ ਇਹ ਕਾਹਦੇ ਵਾਸਤੇ ਰੱਖਿਆ। ਇਨਕੁਆਇਰੀ ਗਵਰਨਰ ਸਾਹਿਬ ਨੇ ਕਰਵਾ ਕੇ CD ਵੈਰੀਫਾਈ ਕਰਕੇ ਤੇ ਫਿਰ ਦੇਖੋ ਵੀ ਕੇਜਰੀਵਾਲ ਜਿਹੜਾ ਹੈਗਾ ਉਹ ਪਿੱਛੇ ਉਹਦਾ ਹੁਕਮ ਹੈ ਤੇ ਭਗਵੰਤ ਮਾਨ ਜੀ ਮਜਬੂਰ ਬੈਠੇ ਆ, ਉਹ ਬੰਦਾ ਕੈਬਨਿਟ ਦਾ ਸ਼ਿੰਗਾਰ ਬਣਿਆ ਬੈਠਾ। ਦੇਖੋ ਅੱਜ ਵੀ ਜਿਹੜੀ ਹੈ ਇਹ ਪਤਾ ਤਾਂ ਲੱਗਦਾ ਹੀ ਹੈ ਵੀ ਲੋਕਾਂ ਦੇ ਫਤਵੇ ਦੀ ਕਦਰ ਕਿੰਨੀ ਕੁ ਹੈ, ਲੋਕਾਂ ਦੀ ਕਦਰ ਕਿੰਨੀ ਕੁ ਹੈ, ਪਬਲਿਕ ਓਪੀਨੀਅਨ ਦੀ ਕਦਰ ਕਿੰਨੀ ਕੁ ਹੈ।
ਕਿਉਂਕਿ ਇਸ ਵੇਲੇ ਤਾਂ ਇਹ ਜਿਵੇਂ ਕਹਿੰਦੇ ਨਾ ਵੀ ਸੱਤਾ ਦੇ ਵਿੱਚ ਆ ਕੇ ਕਈਆਂ ਨੂੰ ਫਿਰ ਕੁਤਬ ਮੀਨਾਰ ਵੀ ਨਹੀਂ ਦਿਸਦਾ। ਇਸ ਵੇਲੇ ਤਾਂ ਸਥਿਤੀ ਇਹਨਾਂ ਦੀ ਉਹ ਹੈ। ਉਹ ਗੱਲ ਵੱਖਰੀ ਆ ਕਿ ਕੱਲ ਨੂੰ ਹਸ਼ਰ ਕੀ ਹੋਏਗਾ ਸਾਨੂੰ ਪਤਾ, ਪਰ ਅੱਜ ਦੀ ਤਰੀਕ 'ਚ ਇਹ ਹੈ ਕਿ ਪੂਰੇ ਹੰਕਾਰ ਦੇ ਨਾਲ ਇਹਨਾਂ ਨੂੰ ਇਹ ਲੱਗਦਾ, ਕਿਉਂਕਿ ਮੀਡੀਆ ਹੱਥ ਦੇ ਵਿੱਚ ਹੈ, ਕੁਝ ਚੈਨਲ ਤਾਂ ਪੱਕੇ ਹੀ ਇਹਨਾਂ ਦੇ ਕੰਟਰੋਲ 'ਚ ਨੇ, ਤੇ ਉਹਦੇ ਨਾਲ ਇਹਨਾਂ ਨੂੰ ਲੱਗਦਾ ਕਿ ਇਹ ਕੰਮ ਇੱਦਾਂ ਚੱਲੀ ਜਾਏਗਾ, ਪਰ ਨਹੀਂ ਚੱਲੇਗਾ। ਹੁਣ ਥੱਲੇ ਲੋਕਾਂ ਦੇ ਵਿੱਚ ਜਿਹੜੀ ਕੁਸਰਮਸਰ ਸ਼ੁਰੂ ਹੋ ਜਾਂਦੀ ਹੈ, ਉਹ ਹੌਲੀ ਹੌਲੀ ਬੜੀ ਵੱਡੀ ਆਵਾਜ਼ ਬਣ ਜਾਂਦੀ ਹੈ। ਔਰ ਜਿਸ ਤਰ੍ਹਾਂ ਫਿਰ ਆਏ ਸੀ ਜਾਣਗੇ ਵੀ ਉਸੇ ਤਰੀਕੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਅਫਸੋਸ ਹੈ ਕਿ ਪੰਜਾਬ ਦੇ 5 ਸਾਲ ਪਹਿਲਾਂ ਕੈਪਟਨ ਸਾਹਿਬ ਨੇ 5 ਸਾਲ ਵੇਸਟ ਕਰ ਦਿੱਤੇ ਕਿ ਸਾਰੀ ਸਟੇਟ ਆਊਟਸੋਰਸ ਕਰ ਦਿੱਤੀ, ਤੇ ਆਪ ਮੁੱਖ ਮੰਤਰੀ ਦੇ ਆਪਣੇ ਜਿਹੜੇ ਆ ਉਹ ਆਨੰਦ ਲੈਂਦੇ ਰਹੇ। ਤੇ ਜਦੋਂ ਜਵਾਬਦੇਹੀ ਦਾ ਟਾਈਮ ਆ ਗਿਆ ਤੇ ਬਿਸਤਰਾ ਚੁੱਕਿਆ ਭਾਰਤੀ ਜਨਤਾ ਪਾਰਟੀ 'ਚ। ਸਾਰੀ ਕਾਂਗਰਸ ਦੇ ਬਹੁਤੇ ਵਜ਼ੀਰ ਜਿਹੜੇ ਆ ਉਹ ਇਸ ਵੇਲੇ ਬੀਜੇਪੀ ਦੇ ਵਿੱਚ ਜਾ ਕੇ ਬੈਠੇ। ਕਾਂਗਰਸ ਦੇ ਪ੍ਰਧਾਨ ਜਿਹੜੇ ਆ ਉਹ ਹੁਣ ਬੀਜੇਪੀ ਦੇ ਸਟੇਟ ਦੇ ਪ੍ਰਧਾਨ ਬਣ ਗਏ। ਇਸ ਕਰਕੇ ਪਹਿਲਾਂ 5 ਸਾਲ ਉਹਨਾਂ ਨੇ ਖਰਾਬ ਕਰ ਦਿੱਤੇ, ਤੇ ਹੁਣ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਇਹ ਖਰਾਬ ਕਰ ਦੇਣਗੇ। ਗੱਲ ਸਿਰਫ ਇਹ ਹੈ ਕਿ ਪੰਜਾਬ ਕਿੱਥੇ ਪਹੁੰਚ ਜਾਊਗਾ, ਚਿੰਤਾ ਸਾਨੂੰ ਇਸ ਗੱਲ ਦੀ ਕਰਨੀ ਚਾਹੀਦੀ। ਚੰਗੇ ਮਾੜੇ ਲੋਕ ਆਉਂਦੇ ਰਹਿੰਦੇ ਆ ਸਿਸਟਮ 'ਚ, ਪਰ ਜਿਹੜਾ ਇੱਥੋਂ ਵਪਾਰ ਸ਼ਿਫਟ ਹੋ ਰਿਹਾ, ਜਿਹੜਾ ਬ੍ਰੇਨ ਡਰੇਨ ਸਾਡੀ ਸਟੇਟ ਦੇ ਵਿੱਚੋਂ ਹੋ ਰਿਹਾ, ਜਿਹੜਾ ਫਜ਼ੂਲ ਖਰਚੀਆਂ ਕਰਕੇ ਐਡਾ ਵੱਡਾ ਇੱਕ ਸਾਲ 'ਚ 42 ਹਜ਼ਾਰ ਦਾ ਕਰਜ਼ਾ ਚੜਨ ਲੱਗ ਗਿਆ, ਜਿਹੜੀ ਨਸ਼ਿਆਂ ਦੀ ਸਥਿਤੀ ਇੱਥੇ ਪਹੁੰਚ ਗਈ। ਇੱਕ ਯੂਨਿਟ ਅਸੀਂ ਪਾਵਰ ਦੀ ਜਨਰੇਟ ਨਹੀਂ ਕਰ ਪਾ ਰਹੇ। ਆਉਣ ਵਾਲੇ ਸਮੇਂ 'ਚ ਚੁਣੌਤੀਆਂ ਨੂੰ ਕਿੱਦਾਂ ਮਿਲਾਂਗੇ? ਕੋਈ ਖੇਡਾਂ ਦਾ ਸਾਡੇ ਸਿਸਟਮ ਨਹੀਂ ਰਹਿ ਗਿਆ। ਅੱਜ ਤੱਕ ਕੋਈ ਕ੍ਰਿਕਟ ਦਾ ਮੈਚ ਕਰਾਉਣ ਨੂੰ ਵੀ ਪੰਜਾਬ 'ਚ ਤਿਆਰ ਨਹੀਂ ਹੈ। ਕਬੱਡੀ ਕੱਪ ਤੇ ਇਹਨਾਂ ਨੇ ਇਸ ਕਰਕੇ ਬੰਦ ਕਰ ਦਿੱਤਾ ਕਿ ਜਿਹੜਾ ਪਹਿਲਾ ਕਬੱਡੀ ਕੱਪ ਸੀ ਉਹ ਅਕਾਲੀਆਂ ਦੇ ਨਾਲ ਜੁੜ ਗਿਆ। ਦੱਸੋ, ਖੇਡ ਤਾਂ ਸਦੀਆਂ ਤੋਂ ਸੀ, ਤੇ ਇਹਨਾਂ ਨੇ ਉਹਨੂੰ ਸਾਡੇ ਨਾਲ ਜੋੜ ਕੇ ਤੇ ਕਬੱਡੀ ਕੱਪ ਬੰਦ ਕਰ ਦਿੱਤਾ। ਤੇ ਹੁਣ ਕ੍ਰਿਕਟ ਦੇ 5 ਮੈਚ ਧਰਮਸ਼ਾਲਾ ਤਾਂ ਹੋਣਗੇ ਜੀ, ਜਿੱਥੇ ਜਾਣਾ ਵੀ ਲੋਕਾਂ ਵਾਸਤੇ ਔਖਾ, ਪਹੁੰਚਣਾ ਵੀ ਔਖਾ, ਤੇ ਉਹਦੇ ਪ੍ਰਬੰਧ ਵੀ ਨਹੀਂ ਹੈ। ਤੇ ਸਾਡੇ ਮੋਹਾਲੀ ਦੇ ਵਿੱਚ ਏਡੇ ਵੱਡੇ ਸਟੇਡੀਅਮ ਹੈ, ਇੱਥੇ ਕੋਈ ਸੰਸਥਾ ਇਹ ਵੀ ਰਿਸਕ ਲੈਣ ਨੂੰ ਤਿਆਰ ਨਹੀਂ ਹੈ ਕਿ ਪੰਜਾਬ ਦੇ ਵਿੱਚ ਕ੍ਰਿਕਟ ਦਾ ਮੈਚ ਹੋ ਜਾਏ। ਤੇ ਇਹ ਜਿਹੜਾ ਸਾਡਾ ਨੁਕਸਾਨ ਹੋਈ ਜਾਂਦਾ ਹੈ, ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਪੂਰਤੀ ਕਿੱਥੋਂ ਹੋਏਗੀ? ਚਿੰਤਾ ਤਾਂ ਉਸ ਕਰਦੀ ਹੈ। ਚੀਮਾ ਸਾਹਿਬ, ਮੈਂ ਬੜਾ ਸੰਖੇਪ ਜਿਹਾ ਇੱਕ ਜਵਾਬ ਤੁਹਾਡੇ ਤੋਂ ਜ਼ਰੂਰ ਮੰਗਦਾ, ਜੇ ਤੁਸੀਂ ਦੇ ਸਕੋ। ਪਠਾਨਕੋਟ ਦੀ ਗੁੱਠੇ ਅੰਮ੍ਰਿਤਸਰ ਸ਼ਹਿਰ ਦੇ ਕੋਲੋਂ ਲੁਧਿਆਣੇ ਸ਼ਹਿਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਟਿਕਟਾਂ ਚੰਦ ਮਿੰਟ ਪਹਿਲਾਂ ਆਏ ਲੋਕਾਂ ਨੂੰ ਦਿੱਤੀਆਂ। ਮੈਂ ਨਹੀਂ ਕਹਿੰਦਾ ਉਹ ਬੰਦੇ ਚੰਗੇ ਨੇ ਜਾਂ ਨਹੀਂ ਚੰਗੇ, ਉਹ ਮਸਲਾ ਉਹ ਨਹੀਂ। ਉੱਥੇ ਤੁਹਾਡੀ ਪਾਰਟੀ ਦੇ ਵਰਕਰ ਵੀ ਬਹੁਤ ਪੁਰਾਣੇ ਸਮੇਂ ਦੇ ਹੋਣੇ ਆ। ਉਸ ਲੀਹ ਦੇ ਵਿੱਚ ਕਿਤੇ ਨਾ ਕਿਤੇ ਤੁਹਾਡੇ ਵਾਲੀ ਪਾਰਟੀ ਵੀ ਜਿਹੜੀ ਉਹ ਸ਼ਾਮਲ ਰਹੀ। ਮੈਂ ਉਹਦੇ ਬਾਬਤ ਵੀ ਜ਼ਰੂਰ ਚਾਹੁੰਦਾ ਕਿ ਕੀ ਇਦਾਂ ਦੇ ਫੈਸਲੇ ਭਵਿੱਖ ਦੇ ਵਿੱਚ ਵੀ ਜਾਰੀ ਰਹਿਣਗੇ, ਜਾਂ ਪਾਰਟੀ ਦੇ ਵਿੱਚ ਇਸ ਮੁੱਦੇ ਦੇ ਉੱਤੇ ਵੀ ਕੁਝ ਹੱਦ ਤੱਕ ਗੱਲਬਾਤ ਚੱਲੀ? ਜਿਹੜੇ ਤਿੰਨੇ ਹਲਕੇ ਸੀ ਉਹ ਕੁਦਰਤੀ ਹਮੇਸ਼ਾ ਲਗਾਤਾਰ ਪਿਛਲੇ 25 ਸਾਲ ਤੋਂ ਬੀਜੇਪੀ ਲੜਦੀ ਸੀ, ਔਰ ਸਾਡੇ ਕਿਉਂਕਿ ਦੋਨਾਂ ਦੇ ਲੜਨ ਨਾਲ ਕੁਝ ਸ਼ਹਿਰਾਂ ਦੇ ਵਿੱਚ ਸਾਨੂੰ ਇਸ ਕਰਕੇ ਨੁਕਸਾਨ ਹੋਇਆ, ਕੁਝ ਹਲਕਿਆਂ ਦੇ ਵਿੱਚ ਕਿ ਲਗਾਤਾਰ 25 ਸਾਲ ਅਲਾਇੰਸ ਰਹਿਣ ਕਰਕੇ ਉਹ ਤੁਹਾਡਾ ਕੇਡਰ ਜਿਹੜਾ ਉਹਨਾਂ ਹਲਕਿਆਂ ਦੇ ਵਿੱਚ ਉਹ ਬਹੁਤ ਘੱਟ ਐਕਟਿਵ ਰਹਿ ਜਾਂਦਾ। ਕਿਉਂਕਿ ਹਰ ਵਾਰੀ ਜਦੋਂ ਐਮਐਲਏ ਦੂਜੀ ਪਾਰਟੀ ਦਾ ਬਣਨਾ, ਮੰਤਰੀ ਦੂਜੀ ਪਾਰਟੀ ਦਾ ਬਣਨਾ, ਬਾਕੀ ਚੀਜ਼ਾਂ ਦੂਜੀ ਪਾਰਟੀ ਦੀਆਂ ਬਣਨਾ, ਤੇ ਕਿਤੇ ਨਾ ਕਿਤੇ ਸਾਡਾ ਜਿਹੜਾ ਕੇਡਰ ਹੈ ਉੱਥੇ ਜਿਹੜਾ ਉਹ ਉਧਰ ਡਿਪੈਂਡੈਂਟ ਵੱਧ ਹੋ ਜਾਂਦਾ। ਇਸ ਕਰਕੇ ਇਹੋ ਜਿਹੇ ਕੁਝ ਥਾਵਾਂ ਦੇ ਉੱਤੇ ਲਾਸਟ ਮਿੰਟ ਤੇ ਜਦੋਂ ਅਲਾਇੰਸ ਟੁੱਟਦਾ ਤਾਂ ਫਿਰ ਤੁਹਾਨੂੰ ਕੁਝ ਜਿਹੜੀ ਹੈ ਕੁਦਰਤੀ ਗੱਲ ਹੈ ਕਿ ਬੰਦੇ ਲੈਣੇ ਪੈਂਦੇ ਆ ਸਿਸਟਮ ਦੇ ਅਕੋਰਡਿੰਗਲੀ। ਪਰ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਹਮੇਸ਼ਾ, ਜਿਹੜੀ ਐਜ ਏ ਪਾਲਿਸੀ ਸਾਡੀ ਇਹੀ ਹੁੰਦੀ ਹੈ ਕਿ ਜੇ ਪੁਰਾਣੇ ਸਾਡਾ ਜਿੱਥੇ ਬੰਦਾ ਅਵੇਲੇਬਲ ਹੈ, ਔਰ ਸਾਡੇ ਕੋਲ ਹੈ ਵੀ ਬਹੁਤ ਨੇ ਬਾਕੀ ਹਲਕਿਆਂ ਦੇ ਵਿੱਚ, ਸਿਰਫ ਸ਼ਹਿਰਾਂ ਦੇ ਵਿੱਚ ਮੈਂ ਕਿਹਾ ਕਿ ਜਿੱਥੇ ਪੱਕੇ ਹੀ ਹਲਕੇ ਬੀਜੇਪੀ ਲੜਦੀ ਸੀ, ਤੇ ਬੀਜੇਪੀ ਨੂੰ ਵੀ ਇਹ ਦਿੱਕਤ ਆ ਰਹੀ ਹੈ ਕਿਉਂਕਿ ਜਿਹੜੇ 94 ਤੇ ਅਸੀਂ ਲੜਦੇ ਸੀ ਉੱਥੇ ਉਹਨਾਂ ਦੇ ਵੀ ਉਹੀ ਹੈ, ਤਾਂ ਹੀ ਉਹ ਸਾਰੀ ਕਾਂਗਰਸ ਸ਼ਾਮਲ ਕਰਾਈ ਜਾਂਦੇ ਆ, ਕਿਤੇ ਹੋਰ ਸ਼ਾਮਲ ਕਰਾਈ ਜਾ ਰਹੇ ਆ। ਇਹ ਕਿਉਂਕਿ ਉਹਨਾਂ ਦਾ ਵੀ ਹਾਲ ਇਸੇ ਕਰਕੇ ਹੀ ਹੈ, ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਹੁਣ ਅਸੀਂ ਲੜਨੀ ਹੈ ਤੇ ਕੈਂਡੀਡੇਟ ਕਿੱਥੋਂ ਲਿਆਵਾਂਗੇ? ਹੁਣ ਸਾਰੀ ਕਾਂਗਰਸ ਉੱਥੇ ਆ ਕੇ ਉਹਨਾਂ ਦੇ ਬੈਠ ਗਈ ਵੀ ਉਹਨਾਂ ਵੀ ਸੋਚਿਆ ਵੀ ਸਾਨੂੰ ਟਿਕਟ ਇੱਥੋਂ ਮਿਲ ਸਕਦੀ, ਕਿਉਂਕਿ ਇਹਨਾਂ ਕੋਲ ਹੈ ਹੀ ਨਹੀਂ, ਕੈਂਡੀਡੇਟ ਹੀ ਕੋਈ ਨਹੀਂ। ਇਸ ਕਰਕੇ ਇੱਦਾਂ ਦੀਆਂ ਦਿੱਕਤਾਂ, ਇਹ ਪ੍ਰੈਕਟੀਕਲ ਗੱਲਾਂ ਨੇ ਜਿਹੜੀ ਤੁਸੀਂ ਪੁਆਇੰਟ ਆਊਟ ਕੀਤਾ, ਜਿਹੜੀਆਂ ਇਹ ਸਾਨੂੰ ਪਾਰਟੀਆਂ ਨੂੰ ਇਸ ਗੱਲ ਵਾਸਤੇ ਸੁਚੇਤ ਕਰਦੀਆਂ ਕਿ ਜੇ ਅਲਾਇੰਸ ਹੋਵੇ ਵੀ ਤੇ ਉਹਨਾਂ ਥਾਵਾਂ ਦੇ ਉੱਤੇ ਆਪਣੀ ਆਰਗੇਨਾਈਜੇਸ਼ਨ ਸਟਰੈਂਥਨ ਕਰਕੇ ਸਾਨੂੰ ਰੱਖਣੀ ਚਾਹੀਦੀ ਹੈ। ਚੀਮਾ ਸਾਹਿਬ, ਯੂਨੀਫਾਰਮ ਸਿਵਲ ਕੋਡ ਦਾ ਮੁੱਦਾ ਭਖ ਗਿਆ। ਮੈਨੂੰ ਖਾਸ ਤੌਰ ਦੇ ਉੱਤੇ ਤੁਹਾਡੇ ਉਸ ਬਿਆਨ ਦਾ ਚੇਤਾ ਆਉਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਤਾਂ ਇਹ ਤੇ ਤਕਰੀਬਨ ਕਲੀਅਰ ਹੈ, ਮੈਂ ਫਿਰ ਵੀ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ। ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਕਟਹਿਰੇ 'ਚ ਖੜਾ ਕੀਤਾ ਸੀ, ਮੁੜ ਕੇ ਉਹਨਾਂ ਨੇ ਵੀ ਬਿਆਨ ਦੇ ਦਿੱਤਾ। ਮੈਨੂੰ ਚੰਗਾ ਲੱਗਿਆ ਕਿ ਤੁਸੀਂ
ਉਸੇ ਵੇਲੇ ਰਿਐਕਟ ਵੀ ਕੀਤਾ ਜਦੋਂ ਮੁੱਖ ਮੰਤਰੀ ਸਾਹਿਬ ਨੇ ਆਪਣੀ ਪੋਜੀਸ਼ਨ ਕਲੀਅਰ ਕੀਤੀ ਹੈ। ਲੀਡਰਾਂ ਦੇ ਵਿੱਚ ਸਾਫ਼ਗੋਈ ਚਾਹੀਦੀ ਹੈ। ਅਕਾਲੀ ਦਲ ਕਿੱਥੇ ਕੁ ਖਲੋਤਾ ਹੈ ਯੂਨੀਫਾਰਮ ਸਿਵਲ ਕੋਡ ਦੇ ਯੂਨੀਫਾਰਮ ਸਿਵਲ ਕੋਡ ਹੈ, ਇਹ ਮੈਂ ਸਮਝਦਾ ਕਿ ਸਾਡਾ ਜਿਹੜਾ ਦੇਸ਼ ਹੈ ਇੱਕ ਬਹੁਤ ਧਰਮੀ ਦੇਸ਼ ਹੈ, ਬਹੁਤ ਭਾਸ਼ਾਈ ਦੇਸ਼ ਹੈ, ਬਹੁਤ ਕਲਚਰਲ ਦੇਸ਼ ਹੈ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਕਬੀਲਿਆਂ ਦੇ ਲੋਕੀ ਇੱਥੇ ਵਸੇ ਹੋਏ। ਔਰ ਜਦੋਂ ਸੰਵਿਧਾਨ ਬਣਾਇਆ ਸੀ ਤਾਂ ਇਸੇ ਕਰਕੇ ਇਹ ਚੀਜ਼ਾਂ ਸਾਂਝੇ ਤੌਰ ਦੇ ਉੱਤੇ ਸਾਰੀਆਂ ਤੈਅ ਹੋਈਆਂ ਸੀ। ਜਿਹੜਾ ਤਾਂ ਕ੍ਰਿਮੀਨਲ ਲਾ ਆ, ਫੌਜਦਾਰੀ ਕਾਨੂੰਨ ਹੈ, ਉਹ ਤਾਂ ਸਾਰੇ ਦੇਸ਼ ਵਾਸਤੇ ਇੱਕੋ ਹੀ ਹੈ। ਉਹ ਕਿਸੇ ਧਰਮ ਵਾਸਤੇ, ਕਿਸੇ ਜਾਤ ਵਾਸਤੇ, ਕਿਸੇ ਖਿੱਤੇ ਵਾਸਤੇ ਕੋਈ ਫਰਕ ਨਹੀਂ ਹੈ। ਉਹ ਸਾਰੇ ਦੇਸ਼ ਵਾਸਤੇ ਇੱਕੋ ਹੀ ਹੈ। ਜਿਹੜੇ ਪਰਸਨਲ ਲਾ ਨੇ, ਉਹ ਜਿਹੜੇ ਹਿੰਦੂ ਪਰਸਨਲ ਲਾ ਆ ਜਾਂ ਮੁਸਲਿਮ ਪਰਸਨਲ ਲਾ ਆ ਜਾਂ ਬਾਕੀ ਧਰਮਾਂ ਦੇ ਪਰਸਨਲ ਕਾਨੂੰਨ ਨੇ, ਉਹ ਜਿਹੜੇ ਆ ਉਹਨਾਂ ਦੀਆਂ ਰੂਟਸ ਜਿਹੜੀਆਂ ਨੇ, ਜੜ੍ਹਾਂ ਜਿਹੜੀਆਂ ਨੇ, ਉਹ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਨੇ। ਇਸ ਕਰਕੇ ਹਰ ਧਰਮ ਦੇ ਜਿਹੜੇ, ਚਾਹੇ ਉਹਨਾਂ ਦੇ ਜਨਮ ਦੇ ਸੰਸਕਾਰ ਨੇ, ਮਰਨ ਦੇ ਸੰਸਕਾਰ ਨੇ, ਸ਼ਾਦੀ ਦਾ ਸਮਾਂ ਹੈਗਾ, ਪ੍ਰਾਪਰਟੀ ਦੀ ਡਿਸਪਿਊਟ ਹੈ, ਬੱਚਾ ਅਡਾਪਟ ਕਰਨਾ ਹੈ, ਗੋਦ ਲੈਣਾ, ਸਕਸੈਸ਼ਨ ਹੈ, ਹੈਰੀਟੇਜ ਹੈ, ਸਭ ਕੁਝ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵੱਖ-ਵੱਖ ਧਰਮਾਂ ਦੇ ਜੋ ਸਦੀਆਂ ਤੋਂ ਉਹਨਾਂ ਦੇ ਜੀਵਨ ਜਿਉਣ ਦਾ ਢੰਗ ਹੈ ਉਹਦੇ ਮੁਤਾਬਕ ਹੀ ਚੱਲੀਆਂ ਆ ਰਹੀਆਂ ਤੇ ਉਹਨਾਂ ਦੀ ਕੋਡੀਫਿਕੇਸ਼ਨ ਕਰਕੇ ਤੇ ਪਰਸਨਲ ਲਾ ਜਿਹੜੇ ਆ ਉਹ ਬਣੇ ਹੋਏ ਆ। ਜਦੋਂ ਸੰਵਿਧਾਨ ਦੇ ਜਿਹੜੇ ਨਿਰਮਾਤਾ, ਜਿਹੜੇ ਸਾਡੇ ਬੜੇ ਸਿਆਣੇ ਲੋਕ ਸਨ, ਜਦੋਂ ਉਹਨਾਂ ਨੇ ਸੰਵਿਧਾਨ ਬਣਾਇਆ ਸੀ, ਉਦੋਂ ਇੱਕ ਬਹਿਸ ਚੱਲੀ ਸੀ, ਇਹ ਮੁੱਦਾ ਉੱਠਿਆ ਸੀ ਕਿ ਜਿਹੜਾ ਯੂਨੀਫਾਰਮ ਸਿਵਲ ਕੋਡ ਹੈ ਇਹਨੂੰ ਮੁੱਢਲਾ ਅਧਿਕਾਰ ਫੰਡਾਮੈਂਟਲ ਰਾਈਟ ਬਣਾਇਆ ਜਾ। ਇਹ ਤੇ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਡਿਬੇਟ ਹੋਈ ਹੈ, ਬਕਾਇਦਾ ਉਹ ਡਿਬੇਟ ਮੌਜੂਦ ਹੈ। ਪਰ ਉਹਨਾਂ ਨੇ ਉਸ ਵੇਲੇ ਕਿਹਾ ਸੀ ਕਿ ਫਰੀडम ਆਫ ਰਿਲੀਜਨ ਜਿਹੜੀ ਹੈ ਉਹ ਫੰਡਾਮੈਂਟਲ ਰਾਈਟ ਹੈ, ਕਿ ਜਿਹੜਾ ਧਰਮ ਹੈਗਾ ਪਹਿਲਾਂ ਕਿਸੇ ਦਾ ਆਪਣੇ ਧਾਰਮਿਕ ਹਿਸਾਬ ਨਾਲ ਰਹਿਣਾ, ਫਰੀडम ਆਫ ਰਿਲੀਜਨ ਫੰਡਾਮੈਂਟਲ ਰਾਈਟ ਹੈ। ਔਰ ਯੂਨੀਅਨ ਜਿਹੜੀ ਯੂਸੀਸੀ ਹੈ ਇਹਨੂੰ ਫੰਡਾਮੈਂਟਲ ਰਾਈਟ ਨਹੀਂ ਮੰਨਣਾ ਚਾਹੀਦਾ, ਇਹ ਉਸ ਤੋਂ ਥੱਲੇ ਹੁੰਦੀ ਹੈ। ਉਹਨਾਂ ਨੇ ਇਹਨੂੰ ਜਿਹੜਾ ਹੈਗਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਜਿਹੜਾ ਸੰਵਿਧਾਨ ਦਾ ਆਰਟੀਕਲ 36 ਤੋਂ ਲੈ ਕੇ 51 ਤੱਕ ਚੈਪਟਰ 4 ਇਹਨੂੰ ਕਹਿੰਦੇ ਆ, ਇਹ ਹੈਗੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਜਿਹੜੀਆਂ ਚੀਜ਼ਾਂ ਉਸ ਵੇਲੇ ਲਾਗੂ ਨਹੀਂ ਸੀ ਹੋ ਸਕਦੀਆਂ, ਇਹ ਚੀਜ਼ਾਂ ਤਾਂ ਉਹਨਾਂ ਨੇ ਕਿਹਾ ਕਿ ਚੰਗੀਆਂ ਨੇ, ਪਰ ਉਹਨਾਂ ਨੇ ਕਿਹਾ ਕਿ ਇਹ ਅਸੀਂ ਧੱਕੇ ਨਾਲ ਲਾਗੂ ਨਹੀਂ ਕਰ ਸਕਦੇ ਦੇਸ਼ ਦੇ ਵਿੱਚ। ਇਹ ਜਦੋਂ ਸੁਸਾਇਟੀ ਉਸ ਪੱਧਰ ਤੇ ਪਹੁੰਚ ਜਾਏਗੀ, ਲੋਕਾਂ ਦੇ ਵਿੱਚ ਕੰਸੈਂਸਸ ਬਣ ਜਾਏਗੀ, ਤੇ ਉਦੋਂ ਤਾਂ ਸੋਚਿਆ ਜਾ ਸਕਦਾ। ਔਰ ਜਿਹੜਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਹੁੰਦਾ, ਇਹਨੂੰ ਦੇਸ਼ ਦੀ ਕੋਈ ਵੀ ਅਦਾਲਤ ਲਾਗੂ ਨਹੀਂ ਕਰ ਸਕਦੀ। ਇਹ ਰੂਲ ਹੈ ਸੰਵਿਧਾਨ ਦਾ। ਜਿਹੜੀ ਫੰਡਾਮੈਂਟਲ ਰਾਈਟ ਹੈ, ਜੇ ਤੁਹਾਡਾ ਫੰਡਾਮੈਂਟਲ ਰਾਈਟ ਕਿਸੇ ਗੱਲ ਦੇ ਉੱਤੇ ਵਾਇਓਲੇਟ ਹੁੰਦਾ, ਤੁਸੀਂ ਕੋਰਟ ਜਾ ਸਕਦੇ ਹੋ, ਕੋਰਟ ਆਰਡਰ ਕਰੇਗੀ ਕਿ ਇਹਦਾ ਫੰਡਾਮੈਂਟਲ ਰਾਈਟ ਕਿਉਂ ਵਾਇਓਲੇਟ ਹੋਇਆ, ਜਵਾਬਦੇਹੀ ਹੋਏਗੀ। ਪਰ ਜਿਹੜੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਹੈ, ਇਹ ਜਿਹੜੇ ਆ ਇਹਨੂੰ ਕੋਈ ਵੀ ਦੇਸ਼ ਦੀ ਕੋਰਟ ਲਾਗੂ ਨਹੀਂ ਕਰ ਸਕਦੀ। ਇਸ ਕਰਕੇ ਇਹਨੂੰ ਰੱਖੇ ਡਾਇਰੈਕਟਿਵ ਪ੍ਰਿੰਸੀਪਲ ਦੇ ਵਿੱਚ ਸੀ। ਔਰ ਇਸ ਤੋਂ ਪਹਿਲਾਂ ਹੁਣ 22ਵਾਂ ਲਾ ਕਮਿਸ਼ਨ ਇਸ ਵੇਲੇ ਕੰਮ ਕਰ ਰਿਹਾ। ਇਸ ਤੋਂ ਪਹਿਲਾਂ 21ਵਾਂ ਲਾ ਕਮਿਸ਼ਨ ਜਸਟਿਸ ਬਲਬੀਰ ਸਿੰਘ ਚੌਹਾਨ ਸੁਪਰੀਮ ਕੋਰਟ ਦੇ ਜੱਜ ਸੀ। ਆ ਉਹਨਾਂ ਦੀ ਰਿਪੋਰਟ ਹੈ 2018 ਦੇ ਵਿੱਚ ਉਹਨਾਂ ਨੇ ਦਿੱਤੀ ਹੈ ਜੀ। ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਬਹੁਤ ਕਲੀਅਰ ਕੀਤਾ ਹੈ। ਉਹਨਾਂ ਨੇ 75,000 ਬੰਦੇ ਨੇ ਉਹਨਾਂ ਨੂੰ ਪਟੀਸ਼ਨਾਂ ਦਿੱਤੀਆਂ ਸੀ ਜਦੋਂ ਸੁਣਵਾਈ ਹੋਈ ਯੂਨੀਫਾਰਮ ਸਿਵਲ ਕੋਡ ਦੇ ਸੰਬੰਧ ਦੇ ਵਿੱਚ। ਔਰ 2018 ਦੀ ਉਹਨਾਂ ਨੇ ਸਰਕਾਰ ਨੂੰ ਰਿਪੋਰਟ ਦਿੱਤੀ ਹੋਈ ਹੈ। 7 ਨੰਬਰ ਪੇਜ ਤੇ ਉਹਨਾਂ ਨੇ ਬੜਾ ਲਿਖਿਆ, ਕਲੀਅਰ ਲਿਖਿਆ ਹੋਇਆ ਵੀ ਨਾ ਤਾਂ ਇਹ ਡਿਜ਼ਾਇਰੇਬਲ ਹੈ, ਨਾ ਫਿਜ਼ੀਬਲ ਹੈ। ਦੇਖੋ ਸੁਪਰੀਮ ਕੋਰਟ ਦੇ ਜੱਜ ਹੁੰਦੇ ਆ ਜਿਹੜੇ ਹੈਗੇ ਆ, ਇਹਨਾਂ ਨੇ ਆਪਣੀ ਰਿਪੋਰਟ ਦੇ 7 ਨੰਬਰ ਪੇਜ ਤੇ ਲਿਖਿਆ, ਪ੍ਰੋਵਾਈਡਿੰਗ ਏ ਯੂਨੀਫਾਰਮ ਸਿਵਲ ਕੋਡ ਵਿਚ ਇਜ਼ ਨਾਈਦਰ ਨੈਸੈਸਰੀ ਨਾਟ ਡਿਜ਼ਾਇਰੇਬਲ ਐਟ ਦਿਸ ਸਟੇਜ। ਹੁਣ ਆਪਣੇ ਤੁਹਾਡਾ ਅਸੀਂ ਤਾਂ ਬਿਠਾਇਆ ਨਹੀਂ, 2015 ਚ ਲਾ ਕਮਿਸ਼ਨ ਬੈਠਾ ਸੀ ਤੇ 2018 ਚ ਉਹਨੇ ਰਿਪੋਰਟ ਦਿੱਤੀ ਹੈ ਕਿ ਇਹ ਜਿਹੜਾ ਹੈਗਾ ਇਹ ਨਾ ਡਿਜ਼ਾਇਰੇਬਲ ਹੈ, ਨਾ ਫਿਜ਼ੀਬਲ ਹੈ। ਤੇ ਫਿਰ ਆਪਾਂ ਇੱਕ ਕਮਿਸ਼ਨ ਤਾਂ ਇਹ ਕਹਿ ਕੇ ਜਾਵੇ ਤੇ ਉਹਦੀ ਰਿਪੋਰਟ ਦੇ ਉੱਤੇ 5 ਸਾਲ ਚੁੱਪ ਰਹੀਏ, ਤੇ ਫਿਰ ਨਵਾਂ ਕਮਿਸ਼ਨ ਬਿਠਾ ਕੇ ਉਹਨੂੰ ਫਿਰ ਕਹਿ ਦਈਏ ਵੀ ਹੁਣ ਤੂੰ ਲਾਗੂ ਕਰ। ਇਹ ਪੋਲਰਾਈਜੇਸ਼ਨ ਦੀ ਪਾਲਿਸੀ ਹੈ, ਇਹ ਨਹੀਂ ਹੋਣੀ ਚਾਹੀਦੀ। ਰਾਦਰੇ ਦੇ ਵਿੱਚ ਇੱਕ ਹੋਰ ਬੜੀ ਅੱਛੀ ਚੀਜ਼ ਹੈ ਜਿਹੜੀ ਜਸਟਿਸ ਬਲਬੀਰ ਸਿੰਘ ਚੌਹਾਨ ਸਾਹਿਬ ਨੇ ਲਿਖੀ ਹੈ 7 ਨੰਬਰ ਪੇਜ ਦੇ ਉੱਤੇ। ਉਹਨਾਂ ਨੇ ਕਿਹਾ ਵੀ ਤੁਸੀਂ ਜ਼ਿਆਦਾ ਯੂਨੀਫਾਰਮਿਟੀ ਕਰਦੇ ਕਰਦੇ ਕਿਤੇ ਦੇਸ਼ ਦੀ ਜਿਹੜੀ ਹੈ ਟੈਰੀਟੋਰੀਅਲ ਇੰਟੈਗ੍ਰਿਟੀ, ਕਿਤੇ ਏਕਤਾ ਤੇ ਅਖੰਡਤਾ ਹੀ ਨਾ ਖਰਾਬ ਕਰ ਪੈਣ, ਕਿਉਂਕਿ ਜਿੱਥੇ ਵੱਖ-ਵੱਖ ਧਰਮ ਨੇ ਉੱਥੇ 750 ਤੋਂ ਵੱਧ ਜਿਹੜੇ ਉੱਤਰ ਪੂਰਬੀ ਰਾਜਾਂ ਦੇ ਵਿੱਚ, ਨਾਰਥ ਈਸਟ ਦੇ ਵਿੱਚ ਕਬੀਲੇ ਨੇ ਜਿਨ੍ਹਾਂ ਦੇ ਆਪਣੇ ਬਿਲਕੁਲ ਵੱਖਰੇ ਤਰ੍ਹਾਂ ਦੇ ਜਿਨ੍ਹਾਂ ਦੇ ਰੀਤੀ ਰਿਵਾਜ ਨੇ। ਉੱਥੇ ਤਾਂ ਲੜਕੀ ਲੜਕੇ ਨੂੰ ਵਿਆਹਣ ਵਾਸਤੇ ਜਾਂਦੀ ਹੈ, ਉੱਥੇ ਪ੍ਰਾਪਰਟੀ ਦਾ ਰਾਈਟ ਸਭ ਤੋਂ ਪਰਿਵਾਰ ਦੇ ਵਿੱਚ ਛੋਟੀ ਬੇਟੀ ਨੂੰ ਹੈ,
ਔਰ ਉਹਨਾਂ ਕਬੀਲਿਆਂ ਦੇ ਆਪ ਫੈਸਲੇ ਕਰਦੇ ਆ। ਉਹਨਾਂ ਇਲਾਕਿਆਂ ਦੇ ਵਿੱਚ ਰੀਜਨਲ ਕੌਂਸਲ ਬਣੀਆਂ ਜਿਹੜੀਆਂ ਲੋਕਾਂ ਦੇ ਪਰਸਨਲ ਮਸਲੇ ਆਪ ਸੁਣਦੀਆਂ ਨੇ। ਉਹਨਾਂ ਸਟੇਟਾਂ ਦੇ ਵਿੱਚ ਡਿਸਟ੍ਰਿਕਟ ਕੌਂਸਲ ਬਣੀਆਂ ਹੋਈਆਂ ਨੇ, ਉਹ ਜਿਹੜੀਆਂ ਉਹਨਾਂ ਦੇ ਮਸਲੇ ਆਪ ਸੁਣਦੀਆਂ ਨੇ। ਔਰ ਇਹਨਾਂ ਚੀਜ਼ਾਂ ਤੋਂ ਇਲਾਵਾ ਇੰਟਰਨੈਸ਼ਨਲ ਲੈਵਲ ਤੇ ਕਈ ਟ੍ਰੀਟੀਜ਼ ਨੇ ਜਿਨ੍ਹਾਂ ਤੇ ਭਾਰਤ ਨੇ ਦਸਤਖਤ ਕੀਤੇ ਹੋਏ ਆ, ਜਿਹਦੇ ਮੁਤਾਬਕ ਵੀ ਜਿਹੜੀ ਹੈ ਕਈ ਇੰਟਰਨੈਸ਼ਨਲ ਟ੍ਰੀਟੀ ਦੀ ਵੀ ਇਹ ਉਲੰਘਣਾ ਹੋਏਗੀ। ਇਸ ਕਰਕੇ ਅਸੀਂ ਪਾਰਟੀ ਦੀ ਕਮੇਟੀ ਬਣਾਈ ਹੈ, ਇੱਕ ਇਹਨੂੰ 4 ਮੈਂਬਰੀ ਕਮੇਟੀ ਪ੍ਰਧਾਨ ਸਾਹਿਬ ਨੇ ਬਣਾਈ ਹੈ। ਉਸ ਨੂੰ ਇਨ ਡੈਪਥ ਸਟੱਡੀ ਕਰਾਂਗੇ ਤੇ ਡਿਟੇਲ ਦੇ ਵਿੱਚ 14 ਜੁਲਾਈ ਤੱਕ ਉਹਨਾਂ ਨੇ ਮੰਗੇ ਆ। ਵੱਡੀ ਗੱਲ ਹੈ ਕਿ ਸਾਡੇ ਕੋਲੋਂ ਸੁਜੈਸ਼ਨ ਮੰਗ ਲਏ ਤੇ ਸਰਕਾਰ ਦਾ ਡਰਾਫਟ ਕੋਈ ਨਹੀਂ ਵੀ ਜੇ ਸਾਰੇ ਪਰਸਨਲ ਕਾਨੂੰਨ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਲਾਗੂ ਕਿਹੜਾ ਕਰੋਗੇ। ਠੀਕ ਹੈ। ਹਾਲੇ ਤਾਂ ਹਿੰਦੂ ਧਰਮ ਦੇ ਵਿੱਚ ਵੀ ਸਮੱਸਿਆ, ਕਿਉਂਕਿ ਉਹਨਾਂ ਨੇ ਵੀ ਸਾਰੇ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੇ ਸਨਾਤਨ ਧਰਮ ਦੇ ਆਪਣੇ ਕਾਨੂੰਨ ਨੇ, ਜਿਹੜੇ ਆਰੀਆ ਸਮਾਜ ਦੇ ਆਪਣੇ ਨੇ। HUF ਜਿਹੜਾ ਹਿੰਦੂ ਅਨਡਿਵਾਈਡਡ ਫੈਮਿਲੀ ਦਾ ਜਿਹੜਾ ਬੈਨੀਫਿਟ ਹੈ ਉਹ ਜਿਹੜੇ ਹੈਗੇ ਹਿੰਦੂ ਸਕਸੈਸ਼ਨ ਐਕਟ ਦੇ ਵਿੱਚ ਤਾਂ ਮਿਲਦਾ ਤੇ ਬਾਕੀ ਧਰਮਾਂ ਦੇ ਵਿੱਚ ਮਿਲਦਾ ਨਹੀਂ ਹੈ। ਤੇ ਜਦੋਂ ਤੁਸੀਂ ਯੂਨੀਫਾਰਮ ਕਰਨ ਦੀ ਗੱਲ ਕਰੋਗੇ ਤੇ ਕੀ ਇਹਨੂੰ ਬੰਦ ਕਰੋਗੇ ਕਿ ਸਾਰੇ ਧਰਮਾਂ ਨੂੰ ਲਾਗੂ ਕਰੋਗੇ। ਇਸ ਕਰਕੇ ਏਡਾ ਸੌਖਾ ਕੰਮ ਨਹੀਂ ਹੈ ਇਹ। ਪਤਾ ਨਹੀਂ ਪੰਡੋਰਾ ਬਾਕਸ ਉਹਨਾਂ ਨੇ ਖੋਲ ਲਿਆ, ਪਰ ਅਸੀਂ ਆਸ ਕਰਦੇ ਹਾਂ ਕਿ ਜੋ ਭਾਵਨਾ ਜਿਹੜੀ ਸੀਗੀ ਉਹਦੇ ਵਿੱਚ ਸੰਵਿਧਾਨ ਦੇ ਵਿੱਚ, ਇਹ ਦੇਸ਼ ਖੂਬਸੂਰਤੀ ਹੈ ਸਾਡੀ ਇਸ ਗੁਲਦਸਤੇ ਦੀ ਕਿ ਸਾਰੇ ਧਰਮਾਂ ਦੇ ਲੋਕ, ਸਾਰੇ ਭਾਸ਼ਾਵਾਂ ਦੇ ਲੋਕ ਇਕੱਠੇ ਰਹਿੰਦੇ ਆ, ਇੰਨੇ ਸਾਲਾਂ ਤੋਂ ਵਿਚਰਦੇ ਆ, ਆਪਣੇ ਰੀਤੀ ਰਿਵਾਜ ਵੀ ਅਪਣਾਉਂਦੇ ਆ, ਇੱਕ ਦੂਜੇ ਦੀਆਂ ਖੁਸ਼ੀਆਂ ਵਿੱਚ ਵੀ ਸ਼ਾਮਲ ਹੁੰਦੇ। ਔਰ ਇਹੀ ਸਾਡੇ ਦੇਸ਼ ਦੀ ਸ਼ਕਤੀ ਹੈ, ਇਹ ਸਾਡੀ ਖੂਬਸੂਰਤੀ ਹੈ। ਯੂਨਿਟੀ ਐਂਡ ਡਾਇਵਰਸਿਟੀ ਜਿਹੜੀ ਹੈ ਇਹ ਸਾਡੀ ਸਟਰੈਂਥ ਹੈ ਜੀ। ਤੇ ਇਸ ਡਾਇਵਰਸਿਟੀ ਨੂੰ ਜਿਹੜਾ ਉਹ ਖਰਾਬ ਨਹੀਂ ਕਰਨਾ ਚਾਹੀਦਾ। ਇਸ ਕਰਕੇ ਮੈਂ ਆਸ ਕਰਦਾ ਕਿ ਸਰਕਾਰ, ਕਿਉਂਕਿ ਹੁਣ ਲੋਕਾਂ ਦੇ ਇਹਦੇ ਤੇ ਬੜੇ ਰਿਐਕਸ਼ਨ ਵੀ ਆਉਣੇ ਸ਼ੁਰੂ ਹੋਏ ਆ, ਔਰ ਆਸ ਕਰਦੇ ਹਾਂ ਕਿ ਸਰਕਾਰ ਜਿਹੜੀ ਹੈ ਉਹ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਸਾਰਿਆਂ ਦੀ ਗੱਲ ਸੁਣੇਗੀ ਔਰ ਇਹਨੂੰ ਅੱਗੇ ਪ੍ਰੋਸੀਡ ਕਰਨ ਤੋਂ ਗਰੇਜ ਜਿਹੜੀ ਹੈ ਉਹ ਕਰੇਗੀ। ਆਖਰੀ 2 ਸਵਾਲ ਚੀਮਾ ਸਾਹਿਬ ਮੈਂ ਕਰਨੇ ਆ। ਇੱਕ ਤਾਂ ਗੁਰਬਾਣੀ ਪ੍ਰਸਾਰਣ ਵਾਲੇ ਮੁੱਦੇ ਦੇ ਉੱਤੇ ਜ਼ਰੂਰ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਪੰਜਾਬ ਦੀ ਵਿਧਾਨ ਸਭਾ ਤੱਕ ਮੁੱਦਾ ਆਪੜ ਗਿਆ। ਐਡਵੋਕੇਟ ਧਾਮੀ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ। ਆਸਾਂ ਬਹੁਤ ਹੁੰਦੀਆਂ SCPC ਦੇ ਪ੍ਰਧਾਨ ਦੇ ਉੱਤੇ ਸਾਰੀ ਦੁਨੀਆ ਦੀ ਸੰਗਤ ਨੂੰ, ਤੇ ਪ੍ਰਧਾਨ ਸਾਹਿਬ ਉਹਦੇ ਤੋਂ ਬਾਅਦ ਰਾਜਪਾਲ ਸਾਹਿਬ ਨੂੰ ਵੀ ਮਿਲੇ, ਕੇਂਦਰ ਸਰਕਾਰ ਤੱਕ ਵੀ ਉਹਨਾਂ ਨੇ ਚਿੱਠੀਆਂ ਜਿਹੜੀਆਂ ਉਹ ਪਾਈਆਂ ਕਿ ਭਾਈ ਇਹ ਗਲਤ ਹੋ ਰਿਹਾ। ਜਦਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿਹੜਾ ਭਾਸ਼ਣ ਦਿੱਤਾ ਸੀ, ਇਸ ਮੁੱਦੇ ਤੇ ਜੋ ਬੋਲੇ ਸੀ, ਉਹਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਦੋਸ਼ ਲਾਇਆ ਸੀ ਕਿ ਭਾਈ ਗੁਰਬਾਣੀ ਪ੍ਰਸਾਰਣ ਦਾ ਜਿਹੜਾ ਮੌਜੂਦਾ ਤਰੀਕਾ ਹੈ ਉਹਦੇ ਵਿੱਚ ਤਬਦੀਲੀ ਦੀ ਲੋੜ ਹੈ। ਹਰ ਇੱਕ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਭਾਈ ਗੁਰਬਾਣੀ ਦਾ ਪ੍ਰਸਾਰਣ ਜਿਹੜਾ ਕੀਤਾ ਜਾਵੇ। ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਦੇ ਉੱਤੇ ਕਿੱਥੇ ਖਲੋਤਾ ਹੈ? ਕੱਲੀ ਰਾਜਨੀਤੀ ਦਾ ਮੁੱਦਾ ਹੈ? ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦਾ ਕਾਰੋਬਾਰ ਬਚਾਉਣ ਦੇ ਲਈ ਜਿਹੜਾ, ਜਾਂ ਉਹਨਾਂ ਦੇ TV ਚੈਨਲ ਦਾ ਮਸਲਾ ਜਿਹੜਾ ਸੀ, ਕਿ ਉਧਰਲੇ ਪਾਸੇ ਨੂੰ ਕਰਕੇ ਸ਼੍ਰੋਮਣੀ ਅਕਾਲੀ ਦਲ ਵਿਰੋਧ ਕਰ ਰਿਹਾ ਹੈ, ਹੋਰ ਕੋਈ ਗੱਲ ਨਹੀਂ ਹੈ। ਚੀਮਾ ਸਾਹਿਬ ਕੀ ਕਹਿੰਦੇ ਇਸ ਮੁੱਦੇ ਤੇ? ਦੇਖੋ, ਗੱਲ ਇਹ ਹੈ ਕਿ ਪਹਿਲੀ ਤਾਂ ਗੱਲ ਹੈ ਕਿ ਸਿੱਖ ਕੌਮ ਨੇ ਕਦੀ ਵੀ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ ਕਿ ਸਰਕਾਰ ਜਿਹੜੀ ਹੈ ਉਹ ਸਿੱਖਾਂ ਦੇ ਧਾਰਮਿਕ ਕੰਮ ਦੇ ਵਿੱਚ ਕਿਸੇ ਤਰ੍ਹਾਂ ਦਾ ਦਖਲਅੰਦਾਜ਼ੀ ਕਰੇ। ਦੂਜੀ ਗੱਲ ਕਿ ਇਹ ਜਿਹੜਾ ਕੰਮ ਕੇਜਰੀਵਾਲ ਦੇ ਹੁਕਮਾਂ ਦੇ ਉੱਤੇ ਭਗਵੰਤ ਮਾਨ ਜੀ ਨੇ ਕੀਤਾ ਕਿ ਇੱਕ ਅਨਕਨਸਟੀਟਿਊਸ਼ਨਲ ਇਲੀਗਲ ਜਿਹੜਾ ਹੈਗਾ ਅਮੈਂਡਮੈਂਟ 1925 ਦੇ ਐਕਟ ਦੇ ਵਿੱਚ ਲਿਆ ਕੇ ਤੇ ਜਿਹੜਾ ਨਿਰਦੇਸ਼ ਦੇਣ ਦਾ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤਾ, ਇਹਨੂੰ ਸਾਰੀਆਂ ਪੰਥਕ ਧਿਰਾਂ, ਭਾਵੇਂ ਕੋਈ ਸਾਡੇ ਨਾਲ ਸਹਿਮਤ ਸੀ, ਭਾਵੇਂ ਸਾਡੇ ਖਿਲਾਫ ਨੇ ਵੀਰ ਬਹੁਤ ਸਾਰੇ, ਬੜੀ ਸਾਡੀ ਆਲੋਚਨਾ ਕਰਦੇ ਆ, ਪਰ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਇੱਕ ਆਵਾਜ਼ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਨਵਾਂ ਰਸਤਾ ਕੇਜਰੀਵਾਲ ਹੋਰਾਂ ਨੇ ਜਿਹੜੀ ਹੈ ਵਿਧਾਨ ਸਭਾ ਦੇ ਰਾਹੀਂ ਜਿਹੜੇ ਦਰਬਾਰ ਸਾਹਿਬ ਦੇ ਪ੍ਰਬੰਧ ਦੇ ਵਿੱਚ ਕਿ ਗੁਰਬਾਣੀ ਦੇ ਕੀਰਤਨ ਦੇ ਸੰਬੰਧ ਵਿੱਚ ਜਿਹੜਾ ਅੰਦਰ ਵੜਨ ਦਾ ਕੋਸ਼ਿਸ਼ ਕੀਤੀ ਸੀ, ਉਹਨੂੰ ਮੂਲ ਰੂਪ ਚ ਰੱਦ ਕਰਤਾ। ਇੱਕ ਤੇ ਹੈ ਕਿ ਇਹ ਜਿਹੜਾ ਐਕਟ ਹੈ ਇਹ ਇੰਟਰ ਸਟੇਟ ਬਾਡੀ ਕਾਰਪੋਰੇਟ ਹੋਣ ਕਰਕੇ SGPC, ਇਹ ਪਾਰਲੀਮੈਂਟ ਇਸ ਐਕਟ ਨੂੰ ਗਵਰਨ ਕਰਦੀ ਹੈ, ਇਹਦੀ ਇਲੈਕਸ਼ਨ ਪਾਰਲੀਮੈਂਟ ਕਰਾਉਂਦੀ ਹੈ, ਇਹਦਾ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਉਹ ਅਪਾਇੰਟ ਕਰਦੀ ਹੈ, ਐਕਟ ਦੀ ਅਮੈਂਡਮੈਂਟ ਪਾਰਲੀਮੈਂਟ ਕਰਦੀ ਹੈ। ਸੂਬੇ ਦੀ ਅਧਿਕਾਰ ਦਾ ਕੋਈ ਵਿਸ਼ਾ ਹੀ ਨਹੀਂ ਕਿ ਸੂਬਾ ਇਹਦੇ ਵਿੱਚ ਕੋਈ ਅਮੈਂਡਮੈਂਟ ਕਰ ਸਕੇ। ਇਹ ਗੈਰ ਕਾਨੂੰਨੀ ਸੀ, ਇਹ ਸਿਰਫ ਇੱਕ ਰਾਜਸੀ ਸਾਜ਼ਿਸ਼ ਸੀ ਕਿ ਇਹ ਟੀਕਾ ਲਾ ਕੇ ਦੇਖਿਆ ਗਿਆ ਕਿ ਜੇ ਇੱਥੇ ਕੋਈ ਕੰਮ ਚੱਲਦੇ ਆ ਤੇ ਅਗਲੀ ਵਾਰੀ ਜਿਹੜੀ ਇਸ ਤੋਂ ਅਗਲੀ ਦਖਲਅੰਦਾਜ਼ੀ ਹੈ ਉਹ ਕੁਝ ਵੀ ਹੋ ਸਕਦੀ ਹੈ। ਕੱਲ ਨੂੰ ਤੁਸੀਂ ਕਹੋਗੇ ਤੁਹਾਡੀ ਰਹਿਤ ਮਰਿਆਦਾ ਦੇ ਵਿੱਚੋਂ ਆਹ ਚੀਜ਼ਾਂ ਕੱਢਣੀਆਂ, ਕੱਲ ਨੂੰ ਤੁਸੀਂ ਕਹੋਗੇ ਤੁਹਾਡੇ ਜਥੇਦਾਰ ਅਸੀਂ ਆਪ ਅਪਾਇੰਟ ਕਰਨੇ, ਕੱਲ ਨੂੰ ਤੁਸੀਂ ਕਹੋਗੇ ਕਿ ਸਰਕਾਰ ਨੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਦਾ ਇਹਨੂੰ ਲਾਤਾ। ਇਹ ਚੀਜ਼ਾਂ ਕੌਮ ਨੇ ਕਦੀ ਪ੍ਰਵਾਨ ਨਹੀਂ ਕਰਨੀ। ਦੂਜੀ ਗੱਲ ਹੈ ਕਿ ਪ੍ਰਸਾਰਣ ਦਾ ਮੁੱਦਾ, ਤੁਸੀਂ ਤਾਂ ਆਪ ਜਿਹੜੇ ਆ ਐਕਸਪਰਟ ਹੋ ਇਸ ਫੀਲਡ ਦੇ, ਜਿਹੜਾ
ਟੈਲੀਕਾਸਟ ਦਾ ਵਿਸ਼ਾ ਹੁੰਦਾ ਹੈ ਗੁਰਬਾਣੀ ਦਾ ਜਾਂ ਬ੍ਰੌਡਕਾਸਟ ਦਾ, ਜਿਹੜਾ ਦੂਰਦਰਸ਼ਨ ਦਾ, ਰੇਡੀਓ ਦਾ, ਇਹ ਵਿਸ਼ੇ ਕੇਂਦਰ ਦੇ ਨੇ। ਸੂਬੇ ਦੀ ਕੋਈ ਅਸੈਂਬਲੀ ਤਾਂ ਇਹ ਜਿਹੜੀ ਹੈਗੀ ਯੂਨੀਅਨ ਲਿਸਟ ਦੇ ਵਿੱਚ ਨੇ, ਵੈਸੇ ਹੀ ਬ੍ਰੌਡਕਾਸਟ ਬਾਰੇ ਜਾਂ ਟੈਲੀਕਾਸਟ ਬਾਰੇ ਕੋਈ ਜਿਹੜੀ ਹੈ ਡਾਇਰੈਕਸ਼ਨ ਦੇ ਹੀ ਨਹੀਂ ਸਕਦੀ ਕਿਸੇ ਨੂੰ। ਜਿਹੜਾ ਤੁਹਾਡੇ ਸਟੇਟ ਲਿਸਟ ਦਾ ਪਾਰਟ ਹੀ ਨਹੀਂ ਹੈ, ਨਾ ਕਨਕਰੈਂਟ ਲਿਸਟ ਹੈ, ਯੂਨੀਅਨ ਲਿਸਟ ਦਾ ਵਿਸ਼ਾ, ਉਹਦੇ ਵਿੱਚ ਫਿਰ ਤੁਸੀਂ ਇਹ ਕਰੀ ਜਾਂਦੇ ਹੋ। ਔਰ ਤੀਜੀ ਗੱਲ ਹੈ ਕਿ ਗੁਰਬਾਣੀ ਪ੍ਰਤੀ ਇਹਨਾਂ ਦੀ ਸ਼ਰਧਾ ਕਿੰਨੀ ਹੈ, ਇਹ ਵੀ ਗੱਲ ਦੇਖਣ ਵਾਲੀ ਸੀ ਉਦੋਂ ਹਾਊਸ ਦੇ ਵਿੱਚ। ਭਈ ਪ੍ਰਿੰਸੀਪਲ ਬੁੱਧਰਾਮ ਜੀ ਕਾਰਜਕਾਰੀ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ, ਲਫ਼ਜ਼ ਪ੍ਰਿੰਸੀਪਲ ਬਹੁਤ ਰਿਸਪੈਕਟੇਬਲ ਹੈ, ਉਹਨਾਂ ਦੇ ਨਾਲ ਲੱਗਦਾ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿੰਨਾ ਮਹਾਨ ਭਗਤਾਂ ਨੇ, ਮਹਾਨ ਸ਼ਖਸੀਅਤਾਂ ਨੇ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਉਹਨਾਂ ਨੂੰ ਨਾਂ ਲੈ ਕੇ ਕਿਸ ਤਰ੍ਹਾਂ ਸੰਬੋਧਨ ਕਰਨਾ। ਹੁਣ ਸਾਰੀ ਉਮਰ ਬੱਚਿਆਂ ਨੂੰ ਕੀ ਪੜਾਇਆ ਹੋਊਗਾ, ਇਹ ਤਾਂ ਤੁਸੀਂ ਦੇਖ ਲਓ ਵੀ ਜਿਸ ਤਰੀਕੇ ਉਹਨਾਂ ਨੇ ਡਿਸਰਿਸਪੈਕਟਫੁਲ ਤਰੀਕੇ ਨਾਲ ਉਹਨਾਂ ਦੇ ਨਾਂ ਲਏ, ਤੇ ਤੁਹਾਡੀ ਗੁਰਬਾਣੀ ਪ੍ਰਤੀ ਸ਼ਰਧਾ ਤਾਂ ਪਾਰਟੀ ਦੀ ਉੱਥੋਂ ਹੀ ਝਲਕ ਗਈ। ਔਰ ਦੂਜਾ ਕੰਮ ਹੈ ਕਿ ਕੀਰਤਨੀ ਜਥੇ ਜਿਹੜੇ ਨੇ ਉਹ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਨੇ, ਔਰ ਸੱਚਖੰਡ ਦਰਬਾਰ ਸਾਹਿਬ ਦੇ ਕੀਰਤਨੀਆਂ ਦੇ ਬਾਰੇ ਚ ਜੋ ਮਾੜੇ ਸ਼ਬਦ ਮੁੱਖ ਮੰਤਰੀ ਸਾਹਿਬ ਨੇ ਵਰਤੇ, ਕੀ ਕਦੀ ਕੋਈ ਸਿੱਖ ਸੋਚ ਸਕਦਾ ਕਿ ਇਸ ਤਰ੍ਹਾਂ ਦਾ ਮਜ਼ਾਕ ਜਿਹੜਾ ਉਹ ਸੱਚਖੰਡ ਦਰਬਾਰ ਸਾਹਿਬ ਦੇ ਕੀਰਤਨੀਆਂ ਦੇ ਬਾਰੇ ਚ ਕੋਈ ਕਰੇਗਾ? ਐਡਾ ਵੱਡਾ ਇੱਕ ਰੁਤਬਾ, ਸਾਡੀ ਐਡੀ ਵੱਡੀ ਇੱਜ਼ਤ ਹੁੰਦੀ ਹੈ ਮਨ ਦੇ ਵਿੱਚ ਕਿ ਕਿਸੇ ਦੇ ਘਰ ਦੇ ਵਿੱਚ ਕੋਈ ਸੱਚਖੰਡ ਦਰਬਾਰ ਸਾਹਿਬ ਦਾ ਕੀਰਤਨੀ ਆ ਜਾਵੇ ਤੇ ਬੰਦੇ ਨੂੰ ਇਹ ਨਹੀਂ ਸਮਝ ਲੱਗਦੀ ਕਿ ਬਿਠਾਵਾਂ ਕਿੱਥੇ, ਇੰਨੀ ਇੱਜ਼ਤ ਹੁੰਦੀ, ਚਾਹ ਹੁੰਦਾ। ਤੇ ਤੁਸੀਂ ਉੱਥੇ ਕਹਿ ਰਹੇ ਹੋ ਜੀ ਹੂਟਰ ਵੱਜਦੇ ਇਹਨਾਂ ਦੀ ਗੱਡੀ ਦੇ ਤੇ ਦਰਬਾਰ ਸਾਹਿਬ ਕੀਰਤਨ ਕਰਦੇ ਜਥੇ ਖੜੇ ਹੋ ਜਾਂਦੇ। ਤੁਸੀਂ ਕਿਸ ਰੂਪ ਦੇ ਵਿੱਚ ਸਾਡੇ ਧਰਮ ਨੂੰ ਤੇ ਸਾਡੀ ਗੁਰਬਾਣੀ ਦੇ ਕੀਰਤਨ ਨੂੰ ਪੇਸ਼ ਕਰਨਾ ਚਾਹੁੰਦੇ ਹੋ? ਔਰ ਤੀਜਾ, ਤੁਸੀਂ ਦਾੜੀਆਂ ਦੇ ਉੱਤੇ ਜੋ ਕਟਾਕਸ ਕਰਦੇ ਪਏ ਹੋ, ਇਹਦਾ ਮਤਲਬ ਵੀ ਤੁਹਾਡੀ ਸਿੱਖ ਧਰਮ ਪ੍ਰਤੀ ਸ਼ਰਧਾ, ਵੀ ਬਾਣੀ ਦੀ ਤੁਸੀਂ ਗੱਲ ਕਰਦੇ ਪਏ ਹੋ, ਬਾਣੀਕਾਰਾਂ ਨੂੰ ਤੁਹਾਨੂੰ ਸੰਬੋਧਨ ਕਰਨਾ ਨਹੀਂ ਆਉਂਦਾ, ਕੀਰਤਨੀਆਂ ਨੂੰ ਤੁਹਾਨੂੰ ਇੱਜ਼ਤ ਦੇਣੀ ਨਹੀਂ ਆਉਂਦੀ, ਕਕਾਰਾਂ ਦੀ ਤੁਹਾਨੂੰ ਇੱਜ਼ਤ ਨਹੀਂ ਹੈ, ਤੇ ਤੁਹਾਡੇ ਕੋਲੋਂ ਅਸੀਂ ਧਰਮ ਦੇ ਬਾਰੇ ਚ ਗਾਈਡਲਾਈਨਸ ਐਕਸਪੈਕਟ ਕਰੀਏ, ਇਹ ਤਾਂ ਵੈਸੇ ਹੀ ਬੜੀ ਵੱਡੀ ਗੱਲ। ਅਸੀਂ ਸਪੀਕਰ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਮਤਾ ਪਾਸ ਕਰਕੇ, ਵੈਸੇ ਉਹਨਾਂ ਦੀ ਆਪਣੀ ਡਿਊਟੀ ਬਣਦੀ ਸੀ ਕਿ ਇਹ ਚੀਜ਼ਾਂ ਐਕਸਪੰਜ ਕਰ ਦੇਣੀ ਚਾਹੀਦੀ ਸੀ, ਕਿ ਇਤਿਹਾਸ ਦਾ ਹਿੱਸਾ ਨਾ ਬਣ। ਹੁਣ ਵੀ ਅਸੀਂ ਮਤਾ ਪਾਸ ਕਰਕੇ ਉਹਨਾਂ ਨੂੰ ਭੇਜਿਆ। ਇਸ ਕਰਕੇ ਜਿਹੜਾ ਫੈਸਲਾ ਲੈਣਾ ਕੀਰਤਨ ਦਾ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰੱਥ ਹੈ। ਕਿ ਇਸ ਪਹਿਲਾਂ ਵੀ ਅਦਾਲਤਾਂ 'ਚ ਗਏ, ਅਦਾਲਤ ਨੇ ਉਦੋਂ ਵੀ ਕਿਹਾ ਸੀ ਕਿ ਇਲੈਕਟਡ ਹਾਊਸ ਹੈ, ਸੰਗਤ ਦਾ ਚੁਣਿਆ ਹੋਇਆ ਹਾਊਸ ਹੈ। ਉਹ ਧਾਮੀ ਸਾਹਿਬ ਨੇ ਇੰਸ਼ੋਰੈਂਸ ਦੇ ਦਿੱਤੀ ਹੈ ਕਿ ਜੇ ਉਹਦੇ ਵਿੱਚ ਸੰਗਤ ਦੀ ਭਾਵਨਾ ਜਿਸ ਤਰੀਕੇ ਹੈ ਅਸੀਂ ਉਸ ਤਰੀਕੇ ਕਰਦੇ ਨੇ। ਇਹ ਕੋਈ ਇਸ਼ੂ ਨਹੀਂ ਹੈ ਇਹਨੂੰ ਕਿਸੇ ਪਰਿਵਾਰ ਨਾਲ ਜੋੜੀ ਜਾਣਾ। ਦੇਖੋ ਇੰਨੇ ਸਾਲ ਤੋਂ ਕੀਰਤਨ ਚੱਲ ਰਿਹਾ ਸੀ, ਆਮ ਕੀਰਤਨ ਦੇਖਣ ਵਾਲੇ ਨੂੰ ਕੋਈ ਸਮੱਸਿਆ ਨਹੀਂ ਸੀ, ਇਹ ਰਾਜਨੀਤਿਕ ਲੋਕਾਂ ਦੀ ਸਮੱਸਿਆ ਸੀ। ਇਸ ਕਰਕੇ ਚਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਰ ਵੀ ਕਿਹਾ ਕਿ ਜੇ ਸੰਗਤ ਦੀ ਜਿਹੜੀ ਭਾਵਨਾ, ਉਹਨਾਂ ਨੇ ਆਲਰੇਡੀ, ਕਿਉਂਕਿ ਜਦੋਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਹਿ ਦਿੱਤਾ ਸੀ ਤੇ ਉਦੋਂ ਦਾ ਹੀ ਉਹਨਾਂ ਦੀਆਂ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਰਿਹਾ। ਇਹ ਗੱਲ ਵੱਖਰੀ ਆ ਕਿ ਉਹ ਰੋਜ਼ ਮੀਟਿੰਗਾਂ ਅਖਬਾਰਾਂ 'ਚ ਤਾਂ ਨਹੀਂ ਦਿੰਦੇ, ਪਰ ਉਹ ਆਪਣੀ ਤਿਆਰੀ ਉਸੇ ਹਿਸਾਬ ਦੇ ਨਾਲ ਉਹ ਲੱਗੇ ਹੋਏ ਆ। ਪਰਮਾਤਮਾ ਉਹਨਾਂ ਨੂੰ ਜਿਹੜੀ ਹਿੰਮਤ ਬਖਸ਼ਣ ਤੇ ਉਹ ਆਪਣੇ ਕੰਮ ਦੇ ਵਿੱਚ ਸਫਲ ਹੋਣ। ਇਸ ਕਰਕੇ ਜੋ ਭਾਵਨਾ ਸੀਗੀ ਉਹ ਲੋਕੀ ਨੇ ਸਮਝ ਗਏ, ਉਹਦੇ ਮੁਤਾਬਕ ਉਹਨਾਂ ਨੇ ਆਪਣਾ ਕੰਮ ਕਰਨਾ ਸ਼ੁਰੂ ਕੀਤਾ। ਜੀ ਚੀਮਾ ਸਾਹਿਬ, ਮੈਂ ਆਖਰੀ ਮਸਲਾ ਤੁਹਾਡੇ ਸਾਹਮਣੇ ਰੱਖਣਾ। ਸਾਨੂੰ ਕਦੇ ਕਦੇ ਇਹ ਜਾਪਦਾ ਹੈ, ਪਤਾ ਨਹੀਂ ਤੁਸੀਂ ਵੱਡੀ ਸਿਆਸੀ ਪਾਰਟੀ ਦੇ ਵੱਡੇ ਸਿਆਸੀ ਲੀਡਰ ਹੋ, ਕਿਉਂਕਿ ਕਈ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਪ੍ਰਵਾਨ ਕਰਨਾ, ਮੰਨਣਾ ਵੀ ਕਈ ਵਾਰੀ ਔਖਾ ਹੁੰਦਾ। ਸਾਨੂੰ ਇੰਝ ਲੱਗਦਾ ਕਿ ਜਦੋਂ ਪਾਰਟੀਆਂ ਵਿਰੋਧੀ ਧਿਰ ਦੇ ਵਿੱਚ ਹੁੰਦੀਆਂ, ਸੱਤਾ ਦੇ ਵਿੱਚ ਨਹੀਂ ਹੁੰਦੀਆਂ, ਤੇ ਉਹਨਾਂ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਾ ਹੁੰਦਾ ਕਿ ਭਾਈ ਸਾਲ ਬਾਅਦ ਲੋਕ ਸਭਾ ਦੀ ਇਲੈਕਸ਼ਨ ਹੈ, 3.5 ਪੌਣੇ 4 ਸਾਲ ਬਾਅਦ ਵਿਧਾਨ ਸਭਾ ਦੀ ਇਲੈਕਸ਼ਨ ਹੈ, ਆਪਾਂ ਮਜ਼ਬੂਤ ਕਿੱਦਾਂ ਹੋਣਾ ਹੈ। ਜਦ ਕਿ ਆਮ ਲੋਕਾਂ ਨੂੰ ਇਹ ਲੱਗਦਾ ਹੈ ਕਿ ਇਹ ਸਮਾਂ ਉਹ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੀ ਐਜੂਕੇਸ਼ਨ ਦੀ ਪਾਲਿਸੀ ਬਣਾ ਲਓ, ਖੇਤੀਬਾੜੀ ਪੰਜਾਬ ਦੀ ਕਿਵੇਂ ਸੰਕਟ ਦੇ ਵਿੱਚੋਂ ਕੱਢ ਸਕਦੇ ਹੋ, ਉਹਦੀ ਪਾਲਿਸੀ ਪਾਰਟੀਆਂ ਤਿਆਰ ਕਰ ਲੈਣ, ਤੇ ਪਾਰਟੀਆਂ ਕੰਮ ਉਦੋਂ ਸ਼ੁਰੂ ਕਰਦੀਆਂ ਜਦੋਂ ਵਿਧਾਨ ਸਭਾ ਦੀ ਚੋਣ ਜਿੱਤ ਜਾਂਦੀਆਂ। ਕੀ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਕੇਵਲ ਪਾਰਟੀ ਨੂੰ ਮਜ਼ਬੂਤ ਕਰਨ ਦੇ ਵੱਲ ਹੀ ਚਿੰਤਨ ਮੰਥਨ ਕਰ ਰਿਹਾ, ਜਾਂ ਪੰਜਾਬ ਦੀਆਂ ਜਿਹੜੀਆਂ ਭਖਦੀਆਂ ਮਗਦੀਆਂ ਦਗਦੀਆਂ ਸਮੱਸਿਆਵਾਂ ਨੇ ਉਹਨਾਂ ਦੇ ਹੱਲ ਵੱਲ ਵੀ ਕਦੇ ਸਿਰ ਜੁੜੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ? ਨਹੀਂ, ਕੁਦਰਤੀ ਗੱਲ ਹੈ। ਤੁਸੀਂ ਸਾਡੀਆਂ ਜਿਹੜੀਆਂ ਐਜੂਕੇਸ਼ਨ ਦੀਆਂ ਪਾਲਿਸੀਜ਼, ਜੋ ਅਸੀਂ ਐਜੂਕੇਸ਼ਨ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ, ਜੋ ਹਾਇਰ ਐਜੂਕੇਸ਼ਨ ਦੇ ਵਿੱਚ ਕੰਮ ਕੀਤਾ, ਉਹ ਚੀਜ਼ਾਂ ਪੰਜਾਬ ਦੀ ਧਰਤੀ ਤੇ ਬਣੀਆਂ ਹੋਈਆਂ ਅੱਜ ਵੀ ਉਸੇ ਤਰ੍ਹਾਂ ਖੜੀਆਂ ਨੇ। ਇਸ ਕਰਕੇ ਉਹ ਤਾਂ ਹੀ ਹੋਈਆਂ ਜੇ ਸਾਡੀ ਕੋਈ ਵਿਜ਼ਨ ਸੀ, ਕਿਉਂਕਿ ਜਿਸ ਲੈਵਲ ਦੀਆਂ ਇੰਸਟੀਟਿਊਸ਼ਨਸ ਕਦੀ ਪੰਜਾਬ ਨੇ ਸੋਚੀਆਂ ਨਹੀਂ ਸੀ, ਉਹ ਸਾਰੀਆਂ ਇੰਸਟੀਟਿਊਸ਼ਨ ਅੱਜ ਪੰਜਾਬ ਦੇ ਵਿੱਚ ਹੈ। ਚਾਹੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਹੈ, ਚਾਹੇ ਆਲ ਇੰਡੀਆ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਰਿਸਰਚ ਹੈ, ਚਾਹੇ IIT ਹੈ, ਚਾਹੇ IIM ਹੈ, ਚਾਹੇ ਹਾਰਟੀਕਲਚਰ ਦੀ ਇੰਸਟੀਚਿਊਟ ਹੈ, ਚਾਹੇ
ਵਰਲਡ ਯੂਨੀਵਰਸਿਟੀ ਹੈ, ਚਾਹੇ ਲਾ ਯੂਨੀਵਰਸਿਟੀ ਹੈ, ਚਾਹੇ ਆਯੁਰਵੈਦਿਕ ਯੂਨੀਵਰਸਿਟੀ ਹੈ, ਜਿਹੜੀਆਂ ਚੀਜ਼ਾਂ ਪੰਜਾਬ 'ਚ ਕਦੀ ਨਹੀਂ ਸੀਗੀਆਂ, ਉਹ ਬੜੇ ਸਿਸਟਮੈਟਿਕ ਤਰੀਕੇ ਦੇ ਨਾਲ ਅਸੀਂ ਆਪਣੇ ਸਮੇਂ ਦੇ ਵਿੱਚ ਧਰਤੀ ਦੇ ਵਿੱਚ ਬਣਾ ਕੇ ਤੇ ਉਹ ਬੜੀਆਂ ਅੱਛੀਆਂ ਚੱਲ ਰਹੀਆਂ ਨੇ। ਇਸੇ ਤਰ੍ਹਾਂ ਜੇ ਬੱਚਿਆਂ ਨੂੰ ਆਰਮੀ ਦੇ ਵਿੱਚ ਭੇਜਣ ਦੀ ਲੋੜ ਸੀ ਤੇ ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਬਣਾਈ ਹੈ ਬਾਲ ਸਾਹਿਬ ਦੇ ਟਾਈਮ ਤੇ, ਤੋ ਅੱਜ ਆਪਣੇ ਰਿਜ਼ਲਟ ਦੇ ਰਹੀ ਆ ਵੀ ਕਿੰਨੇ ਹਰ ਸਾਲ ਬੱਚੇ ਆਰਮੀ ਅਫਸਰ ਸਾਡੇ ਬਣ ਕੇ ਜਾਂਦੇ ਆ। ਜੇ ਲੜਕਿਆਂ ਨੂੰ ਆਰਮੀ 에ਅਰ ਫੋਰਸ ਨੇਵੀ 'ਚ ਭੇਜਣ ਦੀ ਲੋੜ ਸੀ ਤੇ ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਬਣਾਈ ਹੋਈ ਆ ਬੱਚਿਆਂ ਵਾਸਤੇ। ਅੱਜ ਉਹ ਆਪਣੇ ਚੀਜ਼ਾਂ ਜਿਹੜੀਆਂ ਨੇ ਆਪਣੇ ਉਹ ਬੱਚਿਆਂ ਨੂੰ ਸੇਧ ਦੇ ਰਹੀਆਂ ਔਰ ਬੱਚੇ ਪਹੁੰਚ ਰਹੇ ਹਰ ਸਾਲ ਅਖਬਾਰਾਂ 'ਚ ਫੋਟੋ ਲੱਗਦੀਆਂ ਕਿ ਇਸ ਸਿਲੈਕਸ਼ਨ ਦੇ ਵਿੱਚ ਉਹਨਾਂ ਇੰਸਟੀਚਿਊਟ ਦੇ ਕਿੰਨੇ ਬੱਚੇ ਜਿਹੜੇ ਆ ਉਹ ਗਏ। ਇਸ ਕਰਕੇ ਹੁਣ ਵੀ ਸਾਡੀ ਤਾਂ ਵਿਜ਼ਨ ਪੰਜਾਬ ਬਾਰੇ ਕਲੀਅਰ ਹੈ। ਐਗਰੀਕਲਚਰ ਤਾਂ ਸਾਡੇ ਮੈਕਸਿਮਮ ਲੀਡਰਸ਼ਿਪ ਹੀ ਪਾਰਟੀ ਦੀ ਐਗਰੀਕਲਚਰ ਨਾਲ ਸੰਬੰਧਿਤ ਹੋਣ ਕਰਕੇ ਐਗਰੀਕਲਚਰ ਬਾਰੇ ਵੀ ਕਲੀਅਰ ਹੈ। ਪਰ ਇਸ ਵੇਲੇ ਜਿਹੜੀ ਸਾਡੀ ਸਾਰੀ ਤਵੱਜੋ ਲੱਗੀ ਹੋਈ ਹੈ ਕਿ ਆ ਜੋ ਉਜਾੜਾ ਪੰਜਾਬ ਦਾ ਹੋ ਰਿਹਾ ਇਹਦੇ ਚੋਂ ਬਚਾਉਣਾ ਕਿੱਦਾਂ, ਕਿਉਂਕਿ ਸਿਸਟਮ ਹੀ ਕਲੈਪਸ ਕਰ ਗਿਆ ਕਿ ਲਾ ਐਂਡ ਆਰਡਰ ਜਿਹੜੀ ਸਟੇਟ ਦਾ ਖਤਮ ਹੋ ਜੇ। ਹੁਣ ਦੱਸੋ ਕੀ ਕਰ ਲੋਗੇ ਤੁਸੀਂ ਕੋਈ ਚੀਜ਼ ਇੱਥੇ ਲਿਆ ਕੇ ਜੇ ਲਾ ਐਂਡ ਆਰਡਰ ਹੀ ਹੈ ਨਹੀਂ, ਕਿਸੇ ਦੀ ਜਾਨ ਮਾਲ ਹੀ ਸੇਫ ਨਹੀਂ ਹੈ, ਕੋਈ ਤੁਰਿਆ ਜਾਂਦਾ ਸੇਫ ਨਹੀਂ, ਘਰ 'ਚ ਬੈਠੀ ਮਾਤਾ ਗੇਟ ਅੱਗੇ ਸੇਫ ਨਹੀਂ, ਕਿਸੇ ਦੀਆਂ ਕੰਨਾਂ 'ਚੋਂ ਵਾਲੀਆਂ ਲਾ ਲਈਆਂ, ਕਿਸੇ ਦੀ ਚੇਨੀ ਚੋਰ ਕਰ ਲਈ, ਕਿਸੇ ਨੂੰ ਦੁਕਾਨ ਤੋਂ ਲੁੱਟ ਕੇ ਲੈ ਗਏ, ਕਿਤੋਂ ਬੈਂਕ ਲੁੱਟ ਕੇ ਲੈ ਗਏ, ਕੋਈ ਬੰਦਾ ਹੈ ਕਿਤੇ ਪੰਜਾਬ ਦੇ ਵਿੱਚ ਵੀ ਕਿਤੇ ਸੇਫ ਹੈ? ਕਿੰਨੇ ਬਾਰਡਰ ਇੰਪੋਰਟੈਂਟ ਬਾਰਡਰ ਪੰਜਾਬ ਦੇ ਵਿੱਚ ਹੋ ਗਏ। ਜਦੋਂ ਲਾ ਐਂਡ ਆਰਡਰ ਸਿਸਟਮ ਹੀ ਕਲੈਪਸ ਕਰ ਜੇ, ਤੁਹਾਡੀ ਇੰਡਸਟਰੀ ਇੱਥੋਂ ਭੱਜ ਰਹੀ ਹੈ, ਕੋਈ J&K ਜਾ ਕੇ ਲੈਫਟੀਨੈਂਟ ਗਵਰਨਰ ਕੋਲੇ ਬੈਠਾ ਹੈ, ਕੋਈ ਯੂਪੀ 'ਚ ਜਾ ਕੇ ਮੁੱਖ ਮੰਤਰੀ ਕੋਲੇ ਬੈਠਾ ਹੈ ਕਿ ਸਾਨੂੰ ਬਚਾਓ, ਸਾਡੇ ਉੱਥੇ ਮਾਹੌਲ ਨਹੀਂ ਹੈਗਾ। ਇੱਥੇ ਅੱਜ ਵੀ ਫਰੋਤੀਆਂ ਵਾਸਤੇ ਲੋਕਾਂ ਨੂੰ ਜਿਹੜੀਆਂ ਉਹ ਧਮਕੀਆਂ ਮਿਲਦੀਆਂ ਤੇ ਜਿਹੜੀ ਸਾਡੀ ਪ੍ਰਾਇੋਰਟੀ ਹੈ ਕਿ ਇਹਨੂੰ ਬਚਾਉਣਾ ਕਿੱਦਾਂ ਆ। ਇਸ ਕਰਕੇ ਇਸ ਵੇਲੇ ਤੇ ਸਾਰਾ ਸਾਡਾ ਜ਼ੋਰ ਇਹਨਾਂ ਨੂੰ ਅਲਰਟ ਕਰਨ ਤੇ ਲੱਗਿਆ ਰਹਿੰਦਾ ਕਿ ਤੁਸੀਂ ਆਪਣੇ ਕੱਲਾ ਕੂੜ ਪ੍ਰਚਾਰ ਦੇ ਨਾਲ ਬਥੇਰਾ ਲੋਕਾਂ ਨੂੰ ਗੁੰਮਰਾਹ ਕਰ ਲਿਆ, ਹੁਣ ਆਪਣੀ ਜ਼ਿੰਮੇਵਾਰੀ ਵੀ ਨਿਭਾਓ। ਜੀ ਚੀਮਾ ਸਾਹਿਬ, ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ, ਮਹੀਨੇ ਕੁ ਤੱਕ ਦੁਬਾਰਾ ਵੀ ਆਪਾਂ ਜੁੜਾਂਗੇ, ਉਦੋਂ ਤੱਕ ਡਿਵੈਲਪਮੈਂਟ ਬਹੁਤ ਸਾਰੀ ਹੋ ਚੁੱਕੀ ਹੋਏਗੀ। ਮੈਨੂੰ ਲੱਗਦਾ ਕਿ ਕੁਝ ਚੀਜ਼ਾਂ ਜਿਹੜੀਆਂ ਅਜੇ ਨਹੀਂ ਆਖੀਆਂ ਜਾ ਸਕਦੀਆਂ ਉਦੋਂ ਤੱਕ ਉਹ ਨੇਪਰੇ ਚੜ ਗਈਆਂ ਹੋਣਗੀਆਂ, ਉਦੋਂ ਸਵਾਲ ਕੁਝ ਹੋਰ ਹੋਣਗੇ। ਤੁਸੀਂ ਜੁੜੇ ਵਿਸਥਾਰ ਦੇ ਵਿੱਚ ਜਾਣਕਾਰੀ ਜਿਹੜੀ ਉਹ ਦਿੱਤੀ ਤੇ ਅਸੀਂ ਉਮੀਦ ਕਰਦੇ ਹਾਂ ਕਿ ਲੋਕਤੰਤਰ ਦੀ ਵਡਿਆਈ ਹੁੰਦੀ ਹੈ, ਲੋਕਤੰਤਰ ਦਾ ਖਾਸਾ ਹੁੰਦਾ ਹੈ ਕਿ ਉਹਦੇ ਵਿੱਚ ਜੇ ਇੱਕ ਧਿਰ ਸੱਤਾਧਾਰੀ ਹੈ ਤੇ ਸਾਨੂੰ ਮਜ਼ਬੂਤ ਵਿਰੋਧੀ ਧਿਰਾਂ ਦੀ ਵੀ ਲੋੜ ਹੁੰਦੀ ਹੈ। ਲੋਕਾਂ ਦੇ ਪੱਖ ਦਾ ਕੰਮ ਫਿਰ ਹੁੰਦਾ ਕਿ ਤੁਹਾਡੀ ਪਾਰਟੀ ਵੀ ਮਜ਼ਬੂਤ ਹੋਵੇ, ਸਾਰੀਆਂ ਧਿਰਾਂ ਲੋਕ ਪੱਖੀ ਰਾਜਨੀਤੀ ਕਰਨ। ਤੁਸੀਂ ਜੁੜੇ ਚੀਮਾ ਸਾਹਿਬ, ਤੁਹਾਡਾ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਥੈਂਕ ਯੂ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਸੋ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ। ਮੈਂ ਜਿਵੇਂ ਸ਼ੁਰੂਆਤੀ ਦੌਰ ਦੇ ਵਿੱਚ ਵੀ ਕਿਹਾ ਸੀ ਜਦੋਂ ਪ੍ਰੋਗਰਾਮ ਸ਼ੁਰੂ ਕੀਤਾ ਕਿ ਪਰਦੇ ਦੇ ਮੂਹਰੇ ਡਾਕਟਰ ਦਲਜੀਤ ਸਿੰਘ ਚੀਮਾ ਜਿੰਨੇ ਨਜ਼ਰ ਆਉਂਦੇ, ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਇਸ ਵੇਲੇ ਘੜਨ 'ਚ ਅਗਲੇ ਪ੍ਰੋਗਰਾਮ ਬਣਾਉਣ ਦੇ ਵਿੱਚ ਪਰਦੇ ਦੇ ਪਿੱਛੇ ਵੀ ਉਹਨਾਂ ਦਾ ਯੋਗਦਾਨ ਜਿਹੜਾ ਉਨਾ ਹੀ ਹੁੰਦਾ ਹੈ। ਸੋ ਅਕਾਲੀ ਦਲ BJP ਗੱਠਜੋੜ ਦੇ ਚਰਚਿਆਂ ਸੰਬੰਧੀ, ਯੂਨੀਫਾਰਮ ਸਿਵਲ ਕੋਡ ਸੰਬੰਧੀ, ਭਗਵੰਤ ਮਾਨ ਸਾਹਿਬ ਦੀ ਸਰਕਾਰ ਦੀ ਕਾਰਗੁਜ਼ਾਰੀ ਸੰਬੰਧੀ, ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਮਜ਼ਬੂਤ ਕਰਨ ਸੰਬੰਧੀ ਇਸ ਵੇਲੇ ਜੋ ਕੁਝ ਵੀ ਮਾਹੌਲ ਜਿਹੜਾ ਉਹ ਪਸਰਿਆ ਹੋਇਆ ਉਹਦੇ ਬਾਬਤ ਉਹਨਾਂ ਨੇ ਜਾਣਕਾਰੀ ਦਿੱਤੀ ਹੈ। ਤੁਸੀਂ ਚੰਗੀ ਵਧੀਆ ਸ਼ੁੱਧ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੀ ਕਿ ਅਸੀਂ ਪਰਿਵਾਰਾਂ ਦੇ ਵਿੱਚ ਬੈਠ ਕੇ ਪੜ੍ਹ ਸਕੀਏ, ਉਹਦੇ ਵਿੱਚ ਟਿੱਪਣੀਆਂ, ਕੋਈ ਸਵਾਲ ਹੋਵੇ ਉਹ ਜ਼ਰੂਰ ਕਰ ਸਕਦੇ ਹੋ। ਇੱਥੇ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਦਿਓ ਕਿ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।